ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੀਆਂ ਭੈਣਾਂ ਦਾ ਔਰ ਵੀਰਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸਿੱਧ ਗੋਸ਼ਟ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਤੱਕ ਕੱਲ ਤੱਕ 71 ਪੌੜੀਆਂ ਦੀ ਜੋ ਵਿਚਾਰ ਹੈ ਉਹ ਅਸੀਂ ਕਰ ਚੁੱਕੇ ਹਾਂ। ਅੱਜ 72ਵੀਂ ਔਰ 73ਵੀਂ ਜੋ ਲਾਸਟ ਪੌੜੀ ਹੈ ਇਹਨਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਸਿੱਧਾਂ ਨੇ ਬਹੁਤ ਸਾਰੇ ਸਵਾਲ ਕੀਤੇ ਨੇ ਜਿਨ੍ਹਾਂ ਦੇ ਉੱਤਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੇ ਨੇ। ਤਾਂ ਅੱਜ 72ਵੀਂ ਪੌੜੀ ਦੇ ਵਿੱਚ ਗੁਰੂਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ, ਸ਼ਬਦੈ ਕਾ ਨਿਬੇੜਾ ਸੁਣ ਤੂੰ ਔਧੂ ਬਿਨ ਨਾਮੈ ਜੋਗ ਨਾ ਹੋਈ। ਇੱਥੇ ਸ਼ਬਦ ਦਾ ਅਰਥ ਹੈਗਾ ਉਪਦੇਸ਼। ਸ਼ਬਦੈ ਕਾ ਦਾ ਮਤਲਬ ਸਾਰੇ ਸ਼ਬਦ ਦਾ, ਸਾਰੇ ਉਪਦੇਸ਼ ਦਾ ਜਿਹੜੀ ਗੱਲਬਾਤ ਹੋਈ ਹੈ ਉਹ ਸਾਰੇ ਦਾ, ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਹੈ, ਗੁਰੂ ਦੀ ਜੋ ਸ਼ਬਦ ਹੈ, ਵਿਚਾਰਧਾਰਾ ਹੈ, ਉਹ ਸਾਰੇ ਦਾ ਨਿਚੋੜ ਉਹਨੂੰ ਕਹਿ ਰਹੇ ਨੇ। ਨਿਬੇੜਾ ਦਾ ਮਤਲਬ ਫੈਸਲਾ, ਸਾਰ, ਕਿ ਸਾਰੇ ਦਾ ਸਾਰ ਦੱਸ ਰਹੇ ਨੇ ਕਿ ਹੇ ਜੋਗੀ, ਸਾਰੇ ਸ਼ਬਦ ਦਾ ਉਪਦੇਸ਼ ਸਾਰ ਤੱਤ ਇਹ ਹੈ ਕਿ ਬਿਨ ਨਾਮੈ ਜੋਗ ਨਾ ਹੋਈ। ਨਾਮੈ ਦਾ ਮਤਲਬ ਨਾਮ, ਯਾਨੀ ਪ੍ਰਭੂ ਦਾ ਹੁਕਮ, ਕਿ ਹੁਕਮ ਤੋਂ ਬਿਨਾ ਪ੍ਰਭੂ ਦੇ ਨਾਲ ਜੁੜਨਾ ਨਹੀਂ ਹੁੰਦਾ, ਮੇਲ ਨਹੀਂ ਹੁੰਦਾ। ਜੋਗ ਦਾ ਮਤਲਬ ਮੇਲ, ਨਾਮੈ ਦਾ ਮਤਲਬ ਹੁਕਮ, ਕਿ ਹੁਕਮ ਰਜ਼ਾਈ ਚੱਲਣ ਤੋਂ ਬਿਨਾ ਪ੍ਰਭੂ ਦਾ ਮਿਲਾਪ ਸੰਭਵ ਨਹੀਂ ਹੈ। ਜੋਗ ਦਾ ਮਤਲਬ ਹੈ ਮਿਲਣਾ, ਜੋੜ। ਤਾਂ ਇਹ ਜੋਗੀ, ਸਾਰੇ ਉਪਦੇਸ਼ ਦਾ ਸਾਰ ਇਹ ਹੈ ਕਿ ਪ੍ਰਭੂ ਦੇ ਹੁਕਮ ਤੋਂ ਬਿਨਾ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਸਾਰੀ ਸਿੱਧ ਗੋਸ਼ਟ ਦਾ ਜੋ ਵਿਚਾਰ ਗੁਰੂ ਪਾਤਸ਼ਾਹ ਜੀ ਦੇ ਰਹੇ ਨੇ, ਔਰ ਸਿੱਧ ਗੋਸ਼ਟ ਦਾ ਜੋ ਕੇਂਦਰੀ ਭਾਵ ਹੈ ਉਹ ਵੀ ਆਪਨੇ ਰਹਾਉ ਦੀਆਂ ਪੰਕਤੀਆਂ ਵਿੱਚ ਪੜ੍ਹਿਆ ਸੀ ਕਿ ਕਿਆ ਭਵੀਏ ਸੱਚ ਸੂਚਾ ਹੋਏ, ਕਿ ਜੰਗਲਾਂ ਵਿੱਚ ਫਿਰਨ ਦਾ, ਭਟਕਣ ਦਾ, ਹੋਰ ਕਰਮ ਕਰਨ ਦਾ ਕੋਈ ਲਾਭ ਨਹੀਂ ਹੈ। ਸੱਚ ਰਾਹੀਂ ਬੰਦਾ ਸੁੱਚਾ ਹੁੰਦਾ ਹੈ। ਜੇ ਮਨ, ਬਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੋ ਜਾਏ ਤਾਂ ਇਹੀ ਉਪਦੇਸ਼ ਹੈ, ਇਹੀ ਸੱਚ ਦਾ ਮਾਰਗ ਹੈ, ਇਹੀ ਸਚਿਆਰ ਹੋਣ ਦਾ ਰਾਸਤਾ ਹੈ। ਨਾਮੇ ਰਾਤੇ ਅਨਦਿਨ ਮਾਤੇ, ਨਾਮੇ ਤੇ ਸੁਖ ਹੋਈ। ਨਾਮੇ ਰਾਤੇ, ਨਾਮੇ ਰਾਤੇ ਦਾ ਮਤਲਬ ਪ੍ਰਭੂ ਦੇ ਹੁਕਮ ਦੇ ਅੰਦਰ ਜੋ ਰੰਗੇ ਗਏ। ਅਨਦਿਨ ਮਾਤੇ, ਇਹਨੂੰ ਮਾਤੇ ਨਹੀਂ ਪੜਨਾ, ਮਾਤੇ ਕਰਕੇ ਥੋੜਾ ਭਾਰਾ ਕਰਕੇ ਮਾਤੇ, ਕਿ ਜੋ ਲੋਕ ਪ੍ਰਭੂ ਦੇ ਹੁਕਮ ਵਿੱਚ ਰੱਤੇ ਰਹਿੰਦੇ ਨੇ, ਅਨਦਿਨ ਮਾਤੇ, ਉਹ ਹਮੇਸ਼ਾ ਮਤਵਾਲੇ ਨੇ, ਉਹ ਹਮੇਸ਼ਾ ਮਸਤ ਨੇ, ਬੇਪਰਵਾਹ ਨੇ। ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੈ ਕਿ ਹਰ ਸ਼ੈ, ਹਰ ਕਰਮ ਰੱਬੀ ਹੁਕਮ ਦੇ ਅੰਦਰ ਹੀ ਹੁੰਦਾ ਹੈ, ਔਰ ਹੁਕਮ ਦੇ ਅੰਦਰ ਜੀਵਨਾ ਹੀ ਸਫਲ ਜੀਵਨ ਹੈ। ਔਰ ਉਹਨਾਂ ਨੂੰ ਪਤਾ ਹੈ ਨਾਮੇ ਤੇ ਸੁਖ ਹੋਈ, ਕਿ ਹੁਕਮ ਤੋਂ ਹੀ ਸੁਖ ਮਿਲਦਾ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣ ਤੋਂ ਹੀ ਸੁਖ ਮਿਲ ਸਕਦਾ ਹੈ, ਵੈਸੇ ਨਹੀਂ। ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ। ਨਾਮੇ ਦਾ ਮਤਲਬ ਹੁਕਮ, ਪ੍ਰਭੂ ਦੇ ਹੁਕਮ ਰਾਹੀਂ ਹੀ ਸਭ ਕੁਝ ਪ੍ਰਗਟ ਹੁੰਦਾ ਹੈ। ਹੁਕਮ ਦੇ ਵਿੱਚ ਤੁਰਨ ਵਾਲੇ ਨੂੰ ਹੀ ਮਾਨ, ਆਦਰ, ਸਤਿਕਾਰ ਮਿਲਦਾ ਹੈ। ਨਾਮੇ ਸੋਝੀ ਪਾਈ ਦਾ ਮਤਲਬ ਹੁਕਮ ਤੋਂ ਹੀ ਸਾਰੀ ਸੂਝ ਮਿਲਦੀ ਹੈ, ਸਾਰੀ ਸਮਝ ਮਿਲਦੀ ਹੈ। ਹੁਕਮ ਦੇ ਅੰਦਰ ਰਹਿ ਕੇ ਹੀ ਸਾਰੀ ਸੂਝ ਮਿਲੇਗੀ। ਜੇ ਅਸੀਂ ਕਿਸੇ ਵੀ ਸਿਸਟਮ ਨੂੰ ਫੋਲੋ ਕਰਾਂਗੇ ਤਾਂ ਸਾਨੂੰ ਸੂਝ ਔਰ ਸਮਝ ਗਿਆਨ ਹੋਏਗਾ, ਸਿਸਟਮ ਦੇ ਅੰਦਰ ਹੋਏਗਾ। ਤੁਸੀਂ ਬੱਚੇ ਦੇ ਜਨਮ ਤੋਂ ਲੈ ਕੇ ਤੇ ਉਸ ਦਾ ਵਿਕਾਸ ਔਰ ਅਖੀਰ ਬੰਦੇ ਦੇ ਮਰਨ ਤੱਕ ਅਸੀਂ ਇਹ ਚੀਜ਼ ਅਨੁਭਵ ਕਰ ਸਕਦੇ ਹਾਂ ਕਿ ਹਰ ਸ਼ੈ ਸਿਸਟਮ ਦੇ ਅੰਦਰ ਹੋ ਰਹੀ ਹੈ। ਹੁਕਮ ਦੇ ਅੰਦਰ ਹੀ ਸਾਨੂੰ ਸੂਝ ਔਰ ਸਮਝ ਪੈਂਦੀ ਹੈ। ਬੱਚਾ ਜੰਮਦਿਆਂ ਹੀ ਪਹਿਲੇ ਦਿਨ ਬੋਲਣ ਨਹੀਂ ਲੱਗ ਜਾਂਦਾ, ਤੁਰਨ ਨਹੀਂ ਲੱਗ ਜਾਂਦਾ। ਸਿਸਟਮ ਦੇ ਅੰਦਰ ਚੱਲ ਕੇ ਹੀ ਉਸਨੂੰ ਬੋਲਣ ਦੀ, ਤੁਰਨ ਦੀ, ਹਰ ਸ਼ੈ ਦੀ ਸਮਝ ਪੈਂਦੀ ਹੈ। ਜਦੋਂ ਅਸੀਂ ਸਿਸਟਮ ਨੂੰ ਸਮਝਾਂਗੇ ਤਾਂ ਸਾਨੂੰ ਸੁੱਖ ਦੁੱਖ ਦਾ ਵੀ ਮਹਿਸੂਸ ਹੋਏਗਾ ਕਿ ਸਾਰੇ ਸੁੱਖ ਔਰ ਦੁੱਖ ਹੁਕਮ ਦੇ ਵਿੱਚ ਹੀ ਨੇ। ਜੇ ਅਸੀਂ ਸਿਸਟਮ ਨੂੰ ਸਹੀ ਫੋਲੋ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਸੁੱਖ ਨੇ, ਜੇ ਸਿਸਟਮ ਨੂੰ ਫੋਲੋ ਨਹੀਂ ਕਰਦੇ ਤਾਂ ਦੁੱਖ ਨੇ। ਜਿੰਨੀਆਂ ਵੀ ਕਾਢਾਂ ਹੋਈਆਂ ਨੇ, ਜੋ ਵੀ ਵਿਕਾਸ ਹੋਇਆ ਹੈ, ਇਹ ਸਾਰਾ ਸਿਸਟਮ ਨੂੰ ਸਮਝ ਕੇ ਹੀ ਹੋਇਆ ਹੈ। ਬਿਨ ਨਾਵੇਂ ਭੇਖ ਕਰਹਿ ਬਹੁ ਤੇਰੇ, ਸੱਚੈ ਆਪ ਖੁਆਈ। ਖੁਆਈ ਦਾ ਮਤਲਬ ਹੈ ਖੁਆਰ ਕਰਨਾ।
ਬਿਨ ਨਾਵੇਂ ਪ੍ਰਭੂ ਦੇ ਹੁਕਮ ਤੋਂ ਬਿਨਾ ਬਹੁਤ ਸਾਰੇ ਲੋਕ ਭੇਖ ਧਾਰਨ ਕਰਦੇ ਫਿਰਦੇ ਨੇ। ਬਿਨ ਨਾਵੇਂ ਭੇਖ ਕਰੇ ਬਹੁਤ ਤੇਰੇ, ਕਿ ਹੁਕਮ ਰਜ਼ਾ ਦੇ ਵਿੱਚ ਨਾ ਚੱਲ ਕੇ, ਹੁਕਮ ਨੂੰ ਨਾ ਸਮਝ, ਹੁਕਮ ਦੀ ਸੂਝ ਸਮਝ ਤੋਂ ਬਿਨਾ ਬਹੁਤ ਸਾਰੇ ਲੋਕ ਭੇਖ ਕਰਦੇ ਫਿਰਦੇ ਨੇ। ਭੇਖ ਕਰਨ ਦਾ ਮਤਲਬ ਵੀ ਧਾਰਮਿਕ ਪਹਿਨਾਵੇ ਪਹਿਨਦੇ ਨੇ। ਕਿੰਨੇ ਸਾਰੇ ਲੋਕ ਨੇ ਜਿਨ੍ਹਾਂ ਨੇ ਧਾਰਮਿਕ ਪਹਿਨਾਵੇ ਪਹਿਨੇ ਹੋਏ ਨੇ, ਧਾਰਮਿਕ ਚਿੰਨ੍ਹ ਧਾਰਨ ਕੀਤੇ ਹੋਏ ਨੇ, ਲੇਕਿਨ ਹੁਕਮ ਦੀ ਸੂਝ ਨਹੀਂ। ਜੇ ਉਹ ਹੁਕਮ ਵਿੱਚ ਨਹੀਂ ਤੁਰਦੇ, ਹੁਕਮ ਨੂੰ ਨਹੀਂ ਸਮਝਦੇ, ਕਿਸੇ ਨਿਯਮ ਨੂੰ ਫੋਲੋ ਨਹੀਂ ਕਰਦੇ, ਸੱਚਾਈ ਦੇ ਨਾਲ ਨਹੀਂ ਜੁੜਦੇ, ਤਾਂ ਜਿਹੜੇ ਨਿਰੇ ਭੇਖ ਨੇ ਨਾ, ਨਿਰੇ ਭੇਖ, ਉਹ ਕਦੇ ਵੀ ਸੁੱਖ ਨਹੀਂ ਸਾਨੂੰ ਦੇ ਸਕਦੇ। ਸਗੋਂ ਇਨਸਾਨ ਜਿਹੜੇ ਨੇ ਉਹ ਖੁਆਰ ਹੁੰਦੇ ਨੇ। ਗੁਰੂ ਪਾਤਸ਼ਾਹ ਜੀ ਨੇ ਥਾਂ ਪਰ ਥਾਂ ਇਹ ਚੀਜ਼ਾਂ ਸਾਨੂੰ ਦੱਸੀਆਂ ਨੇ। ਜਪਜੀ ਸਾਹਿਬ ਜੀ ਦੇ ਵਿੱਚ ਅਸੀਂ ਪੜ੍ਹ ਰਹੇ ਹਾਂ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਔਰ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ਼, ਜਾਂ ਚਿੱਟੇ ਜਿਨ ਕੇ ਕੱਪੜੇ, ਮੈਲੇ ਚਿਤ ਕਠੋਰ ਦਿਓ, ਜਾਂ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਹਿਕ ਅਹੰਗ ਬੁੱਧ ਬੰਧੇ। ਕਿੰਨੇ ਸਾਰੇ ਕਰਮ ਕਾਂਡ ਲੋਕ ਕਰ ਰਹੇ ਨੇ, ਲੇਕਿਨ ਮਾਨਸਿਕ ਸ਼ਾਂਤੀ ਨਹੀਂ ਮਿਲੀ। ਇਹਨਾਂ ਭੇਖਾਂ ਦੇ ਨਾਲ ਬੰਦੇ ਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਹੋਈ, ਪਰਸਪਰ ਪਿਆਰ ਮੁਹੱਬਤ ਨਹੀਂ ਬਣਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੁਕਮ ਰਜਾ ਵਿੱਚ ਤੁਰਨ ਤੋਂ ਬਿਨਾ ਅਨੇਕਾਂ ਲੋਕ ਭੇਖ ਕਰਦੇ ਫਿਰਦੇ ਨੇ, ਸੱਚੇ ਆਪ ਖੁਆਈ। ਹੁਣ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸੱਚੇ ਪ੍ਰਭੂ ਨੇ ਆਪ ਉਹਨਾਂ ਨੂੰ ਕੁਰਾਏ ਪਾਇਆ ਹੋਇਆ ਹੈ। ਆਪ ਦਾ ਮਤਲਬ ਰੱਬੀ ਹੁਕਮ ਦੇ ਅੰਦਰ ਉਹ ਕੁਰਾਏ ਪਏ ਹੋਏ ਨੇ, ਕਿਉਂਕਿ ਸਿਸਟਮ ਹੈ ਨਾ। ਹੁਣ ਅਸੀਂ ਕਾਰ ਤੇ ਜਾ ਰਹੇ ਹਾਂ, ਤੇ ਕਾਰ ਤੇ ਅਸੀਂ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਾਂ। ਉਸੇ ਸਿਸਟਮ ਦੇ ਅੰਦਰ ਹੀ ਚੱਲ ਰਹੀ ਹੈ, ਨਹੀਂ ਕਿ ਹੁਣ ਸਿਸਟਮ ਬਦਲ ਨਹੀਂ ਗਿਆ, ਸਿਸਟਮ ਉਹੀ ਹੈ, ਪਰ ਅਸੀਂ ਆਪਣੀ ਮੰਜ਼ਿਲ ਤੋਂ ਦੂਰ ਜਾ ਰਹੇ ਹਾਂ ਕਿਉਂਕਿ ਡਾਇਰੈਕਸ਼ਨ ਗਲਤ ਲੈ ਲਈ ਨਾ। ਕਾਰ ਦਾ ਪੈਟਰੋਲ ਓਨਾ ਹੀ ਲੱਗਣਾ ਹੈ, ਤੁਹਾਡਾ ਟਾਈਮ ਓਨਾ ਹੀ ਲੱਗਣਾ ਹੈ, ਲੇਕਿਨ ਇਹ ਜਿਹੜੀ ਚੀਜ਼ ਹੈ ਇਹ ਸਾਨੂੰ ਦੂਰ ਪਹੁੰਚਾਏਗੀ। ਇਸੇ ਤਰ੍ਹਾਂ ਜਦੋਂ ਅਸੀਂ ਸਿਸਟਮ ਦੇ ਵਿੱਚ ਰਹਿੰਦੇ ਹਾਂ, ਸਾਡੇ ਜੀਵਨ ਦਾ ਜ਼ੋਰ ਓਨਾ ਹੀ ਲੱਗਦਾ ਹੈ, એનર્ਜੀ ਓਨੀ ਹੀ ਖਰਚ ਹੁੰਦੀ ਹੈ, ਪਰ ਸਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਆਨੰਦ ਖੇੜਾ ਆਉਂਦਾ ਹੈ। ਤੇ ਜਦੋਂ ਅਸੀਂ ਸਿਸਟਮ ਨੂੰ ਫੋਲੋ ਨਹੀਂ ਕਰਦੇ, એનર્ਜੀ ਸਾਡੀ ਓਨੀ ਹੀ ਵੇਸਟ ਹੁੰਦੀ ਹੈ, ਪਰ ਜ਼ਿੰਦਗੀ ਦੇ ਅੰਦਰ ਦੁੱਖ ਹੁੰਦਾ ਹੈ। ਤਾਂ ਹੁਕਮ ਦੇ ਅੰਦਰ ਉਹ ਖੁੰਝੇ ਹੋਏ ਨੇ। ਹੁਣ ਇਹ ਹੁਕਮ ਦੀ ਸੂਝ ਕਿੱਥੋਂ ਮਿਲੇ? ਸਤਿਗੁਰ ਤੇ ਨਾਮ ਪਾਈਏ ਔਧੂ, ਜੋਗ ਜੁਗਤ ਤਾਂ ਹੋਈ। ਜੁਗਤ ਦਾ ਮਤਲਬ ਜੀਵਨ ਦਾ ਢੰਗ, ਤੇ ਜੋਗ ਦਾ ਮਤਲਬ ਹੈ ਪ੍ਰਭੂ ਦੇ ਨਾਲ ਮਿਲਣਾ। ਗੁਰੂ ਜੀ ਕਹਿੰਦੇ ਨੇ ਸਤਿਗੁਰ ਤੇ ਨਾਮ ਪਾਈਏ ਔਧੂ, ਸਤਿਗੁਰ ਤੋਂ ਗਿਆਨ ਦੀ ਦਾਤ ਮਿਲਦੀ ਹੈ। ਨਾਮ ਦੀ ਸੂਝ, ਹੁਕਮ ਦੀ ਸੂਝ ਗੁਰੂ ਤੋਂ ਮਿਲੇਗੀ। ਨਾਮ ਮਤਲਬ ਇੱਥੇ ਗਿਆਨ, ਹੁਕਮ, ਯਾਨੀ ਹੁਕਮ ਦੀ ਜੋ ਸੂਝ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰਿਆ ਮਿਲੇਗੀ। ਗੁਰੂ ਤੋਂ ਅਸੀਂ ਗਿਆਨ ਲਵਾਂਗੇ, ਗਿਆਨ ਗੁਰੂ ਦੀ ਅਗਵਾਈ ਵਿੱਚ ਤੁਰਾਂਗੇ, ਤਾਂ ਸਾਨੂੰ ਹੁਕਮ ਦੀ ਸੂਝ ਆਏਗੀ। ਜੋਗ ਜੁਗਤ ਤਾਂ ਹੋਈ, ਪ੍ਰਭੂ ਦੇ ਨਾਲ ਮਿਲਾਪ ਤਾਂ ਹੋਏਗਾ, ਉਹ ਜੀਵਨ ਦੀ ਜੁਗਤ ਤਾਂ ਮਿਲੇਗੀ। ਹੁਣ ਦੇਖੋ, ਜੀਵਨ ਦੀ ਜੁਗਤ ਹੈ ਰੱਬ ਦੇ ਮਿਲਾਪ ਦੀ ਔਰ ਵਿਛੋੜੇ ਦੀ। ਇਹ ਬੜੀ ਸੌਖੀ ਗੱਲ ਹੈ, ਸਿਰਫ ਥੋੜੀ ਸਮਝਣ ਦੀ ਲੋੜ ਹੈ। ਅਸੀਂ ਜ਼ਿੰਦਗੀ ਜੀ ਰਹੇ ਹਾਂ, ਧੀਆਂ ਪੁੱਤਰ ਭੈਣ ਭਰਾ ਨੇ, ਨਾਨਕੇ ਦਾਦਕੇ ਸਹੁਰੇ ਪੇਕੇ ਨੇ, ਇਹ ਸਾਰੇ ਰਿਸ਼ਤੇ ਨੇ, ਸੱਜਣ ਮਿੱਤਰ ਨੇ, ਜ਼ਿੰਦਗੀ ਦਾ ਜੀਵਨ ਦਾ ਢੰਗ ਹੈ ਨਾ। ਜੇ ਅਸੀਂ ਸੱਚਾਈ, ਦਇਆ, ਪ੍ਰੇਮ, ਮੁਹੱਬਤ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਆਪਣੇ ਫਰਜ਼ਾਂ ਨੂੰ ਪੂਰੇ ਕਰਦੇ ਹਾਂ, ਤਾਂ ਇਹ ਜੀਵਨ ਦੀ ਜੁਗਤ ਸਾਨੂੰ ਪ੍ਰਭੂ ਦੇ ਨਾਲ ਮਿਲਾਉਂਦੀ ਹੈ। ਤੇ ਜੇ ਅਸੀਂ ਇੱਕ ਦੂਜੇ ਦੇ ਨਾਲ ਈਰਖਾ, ਦਵੇਸ਼, ਵੈਰ ਵਿਰੋਧ ਕਰਦੇ ਹਾਂ, ਤਾਂ ਉਹ ਜੀਵਨ ਦੀ ਜੁਗਤ ਰੱਬ ਨਾਲੋਂ ਵਿਛੋੜ ਦਿੰਦੀ ਹੈ। ਸ਼ੁਭ ਗੁਣ ਹੀ ਰੱਬ ਹੈ ਤੇ ਰੱਬ ਵੀ ਸ਼ੁਭ ਗੁਣ ਹੈ। ਰੱਬੀ ਗੁਣਾਂ ਦੇ ਨਾਲ ਜੁੜਨਾ ਹੀ ਰੱਬ ਦੇ ਨਾਲ ਜੁੜਨਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋਗ ਦੀ ਜੁਗਤੀ, ਜੀਵਨ ਦਾ ਜਿਹੜਾ ਢੰਗ ਹੈ ਨਾ, ਉਹ ਹੀ ਸਾਨੂੰ ਪ੍ਰਭੂ ਦੇ ਨਾਲ ਮਿਲਾਉਣ ਵਾਲਾ ਬਣ ਜਾਂਦਾ ਹੈ। ਜਦੋਂ ਅਸੀਂ ਗੁਰੂ ਤੋਂ ਗਿਆਨ ਦੀ ਦਾਤ ਹਾਸਲ ਕਰਦੇ ਹਾਂ, ਤਾਂ ਸਾਡਾ ਜੀਵਨ ਦਾ ਢੰਗ ਹੀ ਜਿਹੜਾ ਹੈ ਭਗਤੀ ਬਣ ਜਾਏਗਾ, ਮਿਲਾਪ ਦਾ ਕਾਰਨ ਬਣ ਜਾਏਗਾ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਮੇ ਮੁਕਤ ਨਾ ਹੋਈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਹੇ ਭਾਈ, ਆਪਣੇ ਮਨ ਦੇ ਵਿੱਚ ਵੀ ਵਿਚਾਰ ਕਰਕੇ ਵੇਖ ਲਓ, ਹੁਕਮ ਰਜਾ ਵਿੱਚ ਤੁਰਨ ਤੋਂ ਬਿਨਾਂ ਕਦੇ ਵੀ ਬੰਦਾ ਮੁਕਤ ਨਹੀਂ ਹੁੰਦਾ।
ਵਿਕਾਰਾਂ ਤੋਂ, ਦੁੱਖਾਂ ਤੋਂ ਖੁਲਾਸੀ ਨਹੀਂ ਹੁੰਦੀ। ਗੁਰੂ ਜੀ ਕਹਿੰਦੇ ਨੇ ਆਪਣੇ ਮਨ 'ਚ ਵਿਚਾਰ ਕਰਕੇ ਵੇਖ ਲਓ, ਆਪਣੇ ਜਾਤੀ ਤਜਰਬੇ ਤੋਂ ਵੇਖ ਲਓ। ਹੁਣ ਅਸੀਂ ਆਪਣੇ ਜਾਤੀ ਤਜਰਬੇ ਤੋਂ ਦੇਖ ਸਕਦੇ ਹਾਂ ਨਾ, ਆਪ ਵੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ, ਆਪਣੇ ਜੀਵਨ ਨੂੰ ਪਰਖ ਸਕਦੇ ਹਾਂ ਕਿ ਜਦੋਂ ਪਰਿਵਾਰਕ ਤੌਰ ਤੇ ਕਈ ਵਾਰ ਛੋਟੀ ਮੋਟੀ ਗੜਬੜ ਹੁੰਦੀ ਹੈ ਤਾਂ ਉਦੋਂ ਕਿਸੇ ਨੇ ਸਿਸਟਮ ਤੋੜਿਆ ਹੁੰਦਾ ਨਾ, ਤਾਂ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਤਾਂ ਹੁਕਮ ਰਜਾ ਦੇ ਅੰਦਰ ਰਹਿਣ ਤੋਂ ਬਿਨਾਂ ਕਦੇ ਵੀ ਜੀਵਨ ਵਿੱਚ ਸਫਲਤਾ ਨਹੀਂ ਹੁੰਦੀ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਚੀਜ਼ ਤੁਸੀਂ ਆਪਣੇ ਮਨ ਵਿੱਚ ਵੀ ਵਿਚਾਰ ਕੇ ਵੇਖ ਲਓ। ਹੁਣ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਗਤ ਦਾ ਮਤਲਬ ਹਾਲਾਤ, ਅਵਸਥਾ, ਜਿੱਥੇ ਜਾ ਕੇ ਪ੍ਰਭੂ ਨੂੰ ਜਾਣਿਆ ਜਾ ਸਕੇ। ਮਿਤ ਦਾ ਮਤਲਬ ਮਿਣਤੀ, ਯਾਨੀ ਤੂੰ ਕਿਹੋ ਜਿਹਾ ਹੈ, ਏਡਾ ਵੱਡਾ ਹੈ, ਤੇਰੀ ਇਸ ਗਤ ਮਿਤ ਨੂੰ ਤੂੰ ਆਪ ਹੀ ਜਾਣਦਾ ਪ੍ਰਭੂ। ਯਾਨੀ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਰੱਬ ਦਾ ਇਹ ਸੰਸਾਰ ਕਿਹੜਾ ਵੱਡਾ ਹੈ, ਇਹਦਾ ਹੁਣ ਅਸੀਂ ਅੰਤ ਨਹੀਂ ਪਾ ਸਕਦੇ ਕਿ ਇੱਥੋਂ ਇਹ ਦੁਨੀਆ ਸ਼ੁਰੂ ਹੁੰਦੀ ਹੈ ਤੇ ਇੱਥੇ ਖਤਮ ਹੋ ਜਾਂਦੀ ਹੈ। ਕਿੰਨੇ ਖੰਡ ਮੰਡਲ ਬ੍ਰਹਿਮੰਡ ਨੇ, ਆਕਾਸ਼ ਗੰਗਾਵਾਂ ਨੇ, ਯੂਨੀਵਰਸ ਕਿੱਥੋਂ ਤੱਕ ਫੈਲਿਆ ਹੋਇਆ ਹੈ, ਇਹਦੀ ਗਿਣਤੀ ਮਿੰਤੀ ਕਰਨੀ ਇੰਪੋਸੀਬਲ ਹੈ। ਕਿੰਨੇ ਕਿੱਥੇ ਗੁਣ ਨੇ, ਕਿੰਨੀ ਸ਼ਕਤੀ ਹੈ, ਕਿੰਨਾ ਕੁ ਅਸੀਂ ਵਿਕਾਸ ਕਰ ਸਕਦੇ ਹਾਂ, ਯਾਨੀ ਸਾਰਾ ਕੁਝ ਗਿਣਤੀ ਮਿਣਤੀ ਤੋਂ ਬਾਹਰ ਹੈ। ਹੇ ਪ੍ਰਭੂ, ਆਪਣੀ ਗਤਮਿਤ ਨੂੰ, ਆਪਣੇ ਮਿੱਤ ਨੂੰ, ਅੰਦਾਜ਼ੇ ਨੂੰ, ਤੂੰ ਕਿਹੜਾ ਵੱਡਾ ਹੈ, ਤੂੰ ਹੀ ਜਾਣਦਾ ਹੈ, ਤੇਰਾ ਅੰਤ ਨਹੀਂ ਪਾਇਆ ਜਾਂਦਾ। ਤੂੰ ਆਪੇ ਗੁਪਤਾ, ਆਪੇ ਪ੍ਰਗਟ, ਆਪੇ ਸਭ ਰੰਗ ਮਾਣ ਹੈ। ਤੂੰ ਆਪ ਹੀ ਲੁਕਿਆ ਹੋਇਆ ਹੈ। ਗੁਪਤਾ ਦਾ ਮਤਲਬ ਲੁਕਿਆ ਹੋਇਆ, ਜਿਹੜਾ ਦਿਸਦਾ ਨਹੀਂ। ਆਪੇ ਪ੍ਰਗਟ, ਤੂੰ ਆਪ ਹੀ ਪ੍ਰਗਟ ਹੈ, ਦਿਸ ਰਿਹਾ ਹੈ। यानी सूक्ष्म ते अस्थूल, निर्गुण और सरगुण, अरूप और स्वरूप, निरंकार और संसार तू आप ही है। निरंकार और संसार तू आप ही है, निर्गुण और सरगुण तू आप ही है, लुकिया और प्रगट तू आप ही है, दिसता अनदिसता तू ही है, तेरे तो बिना कोई भी नहीं। यानी पानी और लहरा इक्को ही चीज है ना, सोना और सोने दे गहने इक्को ही चीज है। इस तरह गुरु जी कहते ने सूक्ष्म और अस्थूल, दिसता और अणदिसता तू ही है, तेरे तो बिना कोई होर है ही नहीं है। देखो जे ये गल दे उत्ते विश्वास आ जाए, साडा ये समझ आ जाए, बंदे नूं विश्वास आ जाए, तो फिर रब दे दर्शन ते चफेरे हो रहे ने ना। प्रगट आप ही है, अदिसता जगत रब दा ही रूप है ना। ये विश्व संसार तुम देखते, ये हर का रूप है, हर रूप नदरी आया, आपे सब रंग माणे, तू आप ही सारे रंग मान रहा है, आप ही सारियां खुशियां भोग रहे हैं। अंदर है ना सारियां दे, व्यापक है ना, वो फुल दे अंदर आप ही खिड़िया हुआ है। तू पेड़ शाख तेरी फूली, तू सूखम हुआ अस्थूली, सहस तब नैन नन नैन है तुहे को, सहस मूरत नना एक तो ही, ता तू आप ही सारे रंग मान रहा है। साधिक सिद्ध गुरु बहु चेले, खोजत फिरै फुरमाने। इत्थे साधिक सिद्ध गुरु, इन्हां ते थोड़ा थोड़ा रुकते जावांगे। इसका उच्चारण एवें करांगे, साधिक सिद्ध गुरु बहु चेले, खोजत फिरै फुरमाने। साधिक ਦਾ ਮਤਲਬ ਸਾਧਨਾ ਕਰਨ ਵਾਲੇ, ਸਿੱਧ ਦਾ ਮਤਲਬ ਸਾਧਨਾ ਦੇ ਵਿੱਚ ਪੁਗੇ ਹੋਏ ਜੋਗੀ ਜਿਨ੍ਹਾਂ ਨੇ ਮਾਸਟਰੀ ਕਰ ਲਈ ਹੈ। ਫੁਰਮਾਨੇ ਦਾ ਮਤਲਬ ਹੁਕਮ ਦੇ ਅੰਦਰ, ਕਿ ਸਾਧਨਾ ਕਰਨ ਵਾਲੇ ਵੀ, ਜੋਗ ਦੇ ਵਿੱਚ ਪੁਗੇ ਹੋਏ ਵੀ, ਗੁਰੂ ਵੀ ਤੇ ਉਹਨਾਂ ਦੇ ਚੇਲੇ ਵੀ, ਇਹ ਸਾਰੇ ਤੈਨੂੰ ਖੋਜਦੇ ਫਿਰਦੇ ਨੇ, ਤੈਨੂੰ ਲੱਭਦੇ ਫਿਰਦੇ ਨੇ। ਜਦੋਂ ਕਿ ਤੂੰ ਪ੍ਰਗਟ ਹੈ ਚਾਰ ਚਫੇਰੇ, ਤੈਨੂੰ ਖੋਜਦੇ ਫਿਰਦੇ ਨੇ, ਲੱਭਦੇ ਫਿਰਦੇ ਨੇ, ਜਦੋਂ ਕਿ ਤੂੰ ਸਾਰੇ ਦੇ ਸਾਰੇ ਥਾਵਾਂ ਤੇ ਪ੍ਰਗਟ ਹੈ। ਮੰਗੇ ਹੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਨ ਹੈ। ਤੇਰੇ ਤੋਂ ਗੁਣਾਂ ਦੀ ਦਾਤ ਮੰਗਦੇ ਨੇ, ਇੱਥੋਂ ਇਹ ਭਿਖਿਆ ਲੈ ਕੇ ਤੇਰੇ ਦੀਦਾਰ ਤੋਂ ਸਦਕੇ ਹੋਣਾ ਚਾਹੁੰਦੇ ਨੇ, ਕਿ ਸਾਨੂੰ ਤੇਰੇ ਦਰਸ਼ਨ ਹੋ ਜਾਣ। ਤੇਰੇ ਗੁਣਾਂ ਦੀ, ਤੇਰੇ ਨਾਮ ਦੀ ਭਿਖਿਆ ਮੰਗਦੇ ਨੇ, ਹੁਕਮ ਦੀ ਭਿਖਿਆ ਮੰਗਦੇ ਨੇ। ਅਬਿਨਾਸ਼ੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ। ਗੁਰਮੁਖ ਦਾ ਮਤਲਬ ਹੈ ਗੁਰੂ ਦੇ ਰਾਹੀਂ। ਅਬਿਨਾਸ਼ੀ ਦਾ ਮਤਲਬ ਪ੍ਰਭੂ ਨੇ, ਜਿਹੜਾ ਨਾਸ਼ ਤੋਂ ਰਹਿਤ ਹੈ। ਪ੍ਰਭੂ ਨੇ ਇਹ ਜਗਤ ਇੱਕ ਖੇਡ ਰਚੀ ਹੈ, ਖੇਲ ਬਣਾਇਆ ਹੋਇਆ ਹੈ, ਤੇ ਇਸ ਨੂੰ ਕੋਈ ਗੁਰਮੁਖ ਮਨੁੱਖ ਸਮਝਦਾ ਹੈ।
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ, ਜੋ ਗੁਰੂ ਗਿਆਨ ਦੀ ਅਗਵਾਈ ਵਿੱਚ ਤੁਰਦਾ ਹੈ, ਜਿਸ ਨੂੰ ਕਾਮਨ ਸੈਂਸ ਮਿਲੀ ਹੈ, ਵਿਵੇਕ ਬੁੱਧ ਮਿਲੀ ਹੈ, ਉਹ ਇਸ ਚੀਜ਼ ਨੂੰ ਸਮਝਦਾ ਹੈ ਕਿ ਇਹ ਦੁਨੀਆ ਤਾਂ ਪ੍ਰਭੂ ਦਾ ਇੱਕ ਖੇਲ ਹੈ। ਉਹ ਇਹਨੂੰ ਜੰਗ ਦਾ ਅਖਾੜਾ ਨਹੀਂ ਬਣਾਉਂਦਾ, ਉਹ ਇਹਨੂੰ ਖੇਲ ਦੀ ਤਰ੍ਹਾਂ ਸਮਝਦਾ ਹੈ। ਉਹਨੇ ਆਪ ਹੀ ਖੇਲ ਰਚਿਆ ਹੈ ਤੇ ਜਗਤ ਦੇ ਅੰਦਰ ਖੇਲ ਰਿਹਾ ਹੈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਜੁਗ ਦਾ ਮਤਲਬ ਸਮਾਂ, ਸਭ ਜੁਗ ਦਾ ਮਤਲਬ ਸਾਰੇ ਸਮਿਆਂ ਦੇ ਅੰਦਰ। ਹੁਣ ਕਈਆਂ ਨੇ ਨਾ ਸਮਿਆਂ ਦੀ ਵੰਡ ਕੀਤੀ ਹੈ ਕਿ ਲੱਖਾਂ ਸਾਲ ਤੱਕ ਪਹਿਲਾਂ ਸਤਜੁਗ ਸੀ, ਫਿਰ ਤ੍ਰੇਤਾ ਦੁਆਪਰ ਸੀ, ਉਸ ਤੋਂ ਬਾਅਦ ਫਿਰ ਕਲਯੁਗ ਆ ਗਿਆ। ਐਨੇ ਸਮੇਂ ਕਲਯੁਗ ਦੀ ਉਮਰ ਹੈ, ਫਿਰ ਕਲਯੁਗ ਖਤਮ ਹੋ ਕੇ ਸਤਜੁਗ ਆ ਜਾਏਗਾ। ਇਸ ਸਮੇਂ ਦੀ ਵੰਡ ਬ੍ਰਾਹਮਣ ਦੀ ਹੈ। ਗੁਰੂ ਨਾਨਕ ਦੇਵ ਜੀ ਇਸ ਸਮੇਂ ਦੀ ਵੰਡ ਦੇ ਨਾਲ ਸਹਿਮਤ ਨਹੀਂ ਹਨ, ਔਰ ਨਾ ਹੀ ਗੁਰਮਤਿ ਇਹਨਾਂ ਯੁਗਾਂ ਨੂੰ ਮੰਨਦੀ ਹੈ ਇਸ ਢੰਗ ਦੇ ਨਾਲ ਜਿਵੇਂ ਕਿ ਆਮ ਲੋਕ ਮੰਨਦੇ ਨੇ। ਇੱਥੇ ਸ਼ਬਦ ਜਿਹੜੇ ਪ੍ਰਚਲਿਤ ਨੇ ਉਹ ਵਰਤੇ ਗਏ ਨੇ। ਇੱਥੇ ਸਭ ਯੁਗ ਦਾ ਮਤਲਬ ਹੈ ਸਾਰੇ ਯੁਗਾਂ ਵਿੱਚ, ਯਾਨੀ ਹਰ ਵਕਤ, ਹਰ ਸਮੇਂ ਵਿੱਚ ਜੋ ਬੀਤ ਗਿਆ ਸਮਾਂ ਸੀ, ਜੋ ਹੁਣ ਚੱਲ ਰਿਹਾ ਹੈ, ਜੋ ਆਉਣ ਵਾਲਾ ਹੈ। ਹੁਣ ਕਈਆਂ ਲੋਕਾਂ ਦੇ ਮਨ ਦੇ ਅੰਦਰ ਇਹ ਨਾ ਵਹਿਮ ਹੈ ਕਿ ਸਤਜੁਗ ਦੇ ਅੰਦਰ ਸਾਰੇ ਲੋਕ ਬੜੇ ਚੰਗੇ ਹੁੰਦੇ ਸਨ, ਹਜ਼ਾਰਾਂ ਸਾਲ ਲੰਮੀ ਉਮਰ ਹੁੰਦੀ ਸੀ, ਸਾਰੇ ਹੀ ਲੋਕ ਬੜੇ ਚੰਗੇ ਸੀ, ਭਲੇ ਸੀ, ਇੰਜ ਕਿਹਾ ਜਾਂਦਾ ਹੈ। ਪਰ ਗੁਰੂ ਜੀ ਕਹਿੰਦੇ ਨੇ ਐਸਾ ਕੁਛ ਨਹੀਂ ਸੀ। ਸਤਜੁਗ ਜਿਹਨੂੰ ਤੁਸੀਂ ਕਹਿੰਦੇ ਹੋ, ਉਹਦੇ ਵਿੱਚ ਵੀ ਉਹ ਲੋਕ ਹੀ ਚੰਗੇ ਸਨ ਜੋ ਸੱਚ ਦੇ ਅੰਦਰ ਜੁੜੇ ਹੋਏ ਸਨ। ਸਤਜੁਗ ਦੇ ਅੰਦਰ ਉਹ ਹੀ ਸਨ ਲੋਕ ਜਿਹੜੇ ਚੰਗੇ ਲੋਕ ਸਨ, ਬਾਕੀ ਬੁਰਾਈਆਂ ਵੀ ਇਸੇ ਤਰ੍ਹਾਂ ਹੀ ਸੀ। ਦੁਆਪਰ ਤ੍ਰੇਤੇ ਵਿੱਚ ਵੀ ਬੰਦੇ ਉਹਨੂੰ ਹੀ ਗਿਣਿਆ ਜਾਂਦਾ ਸੀ ਜਿਨ੍ਹਾਂ ਨੇ ਆਪਣੀ ਹਉਮੈ ਨੂੰ ਖਤਮ ਕਰ ਲਿਆ ਸੀ। ਤੇ ਕਲਯੁਗ ਦੇ ਅੰਦਰ, ਜਿਸ ਨੂੰ ਤੁਸੀਂ ਕਲਯੁਗ ਕਹਿ ਰਹੇ ਹੋ, ਇੱਥੇ ਵੀ ਉਹੀ ਲੋਕ ਮਾੜੇ ਨੇ ਜੋ ਮਾੜੇ ਕਰਮ ਕਰਦੇ ਨੇ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਕਿ ਸਤਜੁਗ ਦੇ ਅੰਦਰ ਜਿਹਨੂੰ ਸਤਜੁਗ ਕਿਹਾ ਜਾਂਦਾ ਹੈ, ਤਾਂ ਬ੍ਰਹਮਾ ਸਤਜੁਗ ਵਿੱਚ ਹੀ ਹੋਇਆ ਨਾ। ਜਦੋਂ ਆਪ ਵੇਦ ਸ਼ਾਸਤਰਾਂ ਨੂੰ ਪੜ੍ਹੋਗੇ ਤਾਂ ਆਪ ਨੂੰ ਇਹ ਕਹਾਣੀਆਂ ਮਿਲਣਗੀਆਂ ਕਿ ਉਹ ਆਪਣੀ ਹੀ ਪੁੱਤਰੀ ਦੇ ਉੱਤੇ ਆਸ਼ਿਕ ਹੈ। ਤਾਂ ਜਿਸ ਯੁੱਗ ਦੇ ਅੰਦਰ ਪਿਓ ਆਪਣੀ ਹੀ ਬੇਟੀ ਦੇ ਉੱਤੇ ਨਜ਼ਰ ਮਾੜੀ ਰੱਖਦਾ ਹੋਵੇ ਤੇ ਉਸ ਯੁੱਗ ਨੂੰ ਕਿਵੇਂ ਚੰਗਾ ਕਹੋਗੇ? ਜੇਕਰ ਆਪਾਂ ਤ੍ਰੇਤੇ ਵਿੱਚ ਰਾਮ ਜੀ ਨੂੰ ਮੰਨਦੇ ਹਾਂ ਤੇ ਨਾਲ ਰਾਵਣ ਵੀ ਤੇ ਹੈ ਨਾ, ਜੇ ਦੁਆਪਰ ਵਿੱਚ ਕ੍ਰਿਸ਼ਨ ਨੂੰ ਮੰਨੀਏ ਤੇ ਨਾਲ ਕੰਸ ਵੀ ਤੇ ਹੈ ਨਾ, ਤੇ ਕਲਯੁਗ ਦੇ ਅੰਦਰ ਸਾਰੇ ਮਾੜੇ ਥੋੜੀ ਨਹੀਂ। 10 ਗੁਰੂ ਸਾਹਿਬਾਨ ਕਲਯੁਗ ਵਿੱਚ ਹੀ ਹੋਏ ਨੇ, ਜਿਹਨੂੰ ਅਸੀਂ ਕਲਯੁਗ ਕਹਿੰਦੇ ਹਾਂ। ਹਜ਼ਾਰਾਂ ਲੋਕ ਅੱਜ ਵੀ ਕਿੰਨੇ ਕਿੰਨੇ ਭਲੇ ਭਲੇ ਲੋਕ ਨੇ, ਸਾਰੇ ਭਗਤ ਜਨ ਜਿਨ੍ਹਾਂ ਦੀ ਬਾਣੀ ਅਸੀਂ ਪੜ੍ਹ ਰਹੇ ਹਾਂ, ਉਹ ਕਲਯੁਗ ਵਿੱਚ ਹੀ ਹੋਏ ਨੇ, ਜਿਹਨੂੰ ਕਲਯੁਗ ਕਹਿੰਦੇ ਆ। ਤਾਂ ਯੁੱਗ ਦਾ ਮਤਲਬ ਹੁੰਦਾ ਹੈ ਸਮਾਂ, ਕਲਯੁਗ ਦਾ ਮਤਲਬ ਕਲ ਕਲੇਸ਼, ਕਲ ਕਲੇਸ਼ ਦਾ ਸਮਾਂ। ਤਾਂ ਗੁਰੂ ਜੀ ਕਹਿੰਦੇ ਨੇ ਨਾਨਕ ਸਭ ਯੁਗ ਆਪੇ ਵਰਤੈ, ਹਰ ਸਮੇਂ ਪ੍ਰਭੂ ਆਪ ਹੀ ਮੌਜੂਦ ਹੈ, ਦੂਜਾ ਅਵਰ ਨਾ ਕੋਈ, ਦੂਜਾ ਕੋਈ ਹੈ ਹੀ ਨਹੀਂ ਉਹਦੇ ਤੋਂ ਬਿਨਾਂ। ਹਰ ਯੁੱਗ ਦੇ ਅੰਦਰ ਰੱਬ ਹੀ ਹੈ, ਹਰ ਥਾਂ ਤੇ, ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਹੈ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਦੇਖੋ ਕਿੰਨੇ ਪਿਆਰ ਦੇ ਨਾਲ ਸਾਡੀਆਂ ਕਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਗੁਰੂ ਸਾਹਿਬ ਨੇ ਕੀਤਾ ਹੈ। ਔਰ ਉਹਨਾਂ ਸਿੱਧਾਂ ਯੋਗੀਆਂ ਨੂੰ ਇਹ ਚੀਜ਼ਾਂ ਸਮਝਾਈਆਂ ਨੇ ਜੋ ਸਮਾਧੀਆਂ ਦੇ ਚੱਕਰ ਵਿੱਚ ਪਏ ਨੇ, ਕਿ ਸ਼ਾਇਦ ਦੁਨੀਆ ਦਾ ਤਿਆਗ ਹੀ ਭਗਤੀ ਹੈ, ਕਿ ਸ਼ਾਇਦ ਮਤਲਬ ਬ੍ਰਹਮਚਰਜ ਰੱਖਣਾ, ਗ੍ਰਸਥ ਦਾ ਤਿਆਗ ਹੀ ਭਗਤੀ ਹੈ। ਸਮਾਧੀਆਂ ਲਾਣੀਆਂ ਭਗਤੀ ਨੇ, ਜਾਂ ਗੁਫਾਵਾਂ ਵਿੱਚ ਵੜਨਾ, ਪਹਾੜਾਂ ਵਿੱਚ ਰਹਿਣਾ, ਜੰਗਲਾਂ ਵਿੱਚ ਰਹਿਣਾ, ਕੰਦ ਮੂਲ ਖਾਣਾ, ਇਹ ਚੀਜ਼ਾਂ ਭਗਤੀ ਹੈ। ਇਹ ਤਾਂ ਉਹ ਸਿੱਧ ਕਰ ਹੀ ਰਹੇ ਸਨ, ਹੋਰ ਲੋਕ ਵੀ ਕਰ ਰਹੇ ਸਨ। ਅੱਜ ਠੀਕ ਉਹਨਾਂ ਚੀਜ਼ਾਂ ਦੀ ਨਕਲ ਅਸੀਂ ਦੂਜੇ ਰੂਪ ਦੇ ਵਿੱਚ ਕਰ ਰਹੇ ਹਾਂ। ਉਹ ਚੀਜ਼ਾਂ ਸਾਡੇ ਮੈਂ ਕਹਾਂ ਤੇ ਗਲ ਪਾ ਦਿੱਤੀਆਂ ਗਈਆਂ ਨੇ, ਜਾਂ ਬੰਦੇ ਨੇ ਪਾ ਲਈਆਂ ਨੇ। ਕਰਮ ਉਹ ਹੀ ਨੇ, ਸਿਰਫ ਰੂਪ ਬਦਲਿਆ ਹੈ, ਕੱਪੜੇ ਬਦਲ ਗਏ, ਢੰਗ ਬਦਲ ਗਿਆ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਅਦਿਸ ਦਾ ਸਾਰਾ ਜਗਤ ਉਸ ਪ੍ਰਭੂ ਦਾ ਰੂਪ ਹੈ, ਹਰ ਸਮੇਂ ਉਹ ਹਰ ਥਾਂ ਦੇ ਉੱਤੇ ਮੌਜੂਦ ਹੈ। ਗੁਰੂ ਗਿਆਨ ਰਾਹੀਂ ਜ਼ਿੰਦਗੀ ਜੀ ਕੇ, ਰੱਬੀ ਹੁਕਮ ਨੂੰ ਸਮਝ ਕੇ, ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦਿਆਂ, ਸ਼ੁਭ ਗੁਣਾਂ ਦੇ ਧਾਰਨੀ ਹੁੰਦਿਆਂ ਹੋਇਆਂ ਇਸ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ। ਸੰਸਾਰ ਨੂੰ ਬੇਗਮ ਪੂਰਾ ਬਣਾਇਆ ਜਾ ਸਕਦਾ ਹੈ। ਸਮਾਜ ਦਾ ਵੀ ਵਿਕਾਸ ਹੋਏਗਾ, ਸੰਸਾਰ ਦਾ ਵਿਕਾਸ ਹੋਏਗਾ, ਸਾਡਾ ਆਤਮਿਕ ਜੀਵਨ ਪਲਰੇਗਾ। ਹਰ ਇਨਸਾਨ ਨੂੰ ਖੁਸ਼ੀ ਮਿਲੇਗੀ ਜਦੋਂ ਹਰ ਇਨਸਾਨ ਸਚਿਆਰ ਹੋਣ ਦਾ ਯਤਨ ਕਰੇਗਾ। ਕਿਆ ਭਵਿਐ
ਸੱਚ ਸੋਚਾ ਹੋਏ, ਇਹ ਸਿੱਧ ਗੋਸ਼ਟ ਦੀ ਪਾਵਨ ਬਾਣੀ ਦਾ ਕੇਂਦਰੀ ਭਾਵ ਹੈ ਕਿ ਕਿਉਂ ਭੌਂਦੇ ਫਿਰਨਾ ਇਸ ਦੁਨੀਆ ਦੇ ਵਿੱਚ, ਕਿਉਂ ਭਟਕਦੇ ਫਿਰਨਾ, ਕਿਉਂਕਿ ਜੋ ਬੰਦਾ ਸੱਚ ਨੂੰ ਅਪਣਾ ਲੈਂਦਾ ਉਹ ਸੁੱਚਾ ਹੋ ਜਾਂਦਾ ਹੈ। ਸੁੱਚਾ ਹੋ ਜਾਂਦਾ ਨਾ, ਸੋਚੇ ਇਹ ਨਾ ਆਖੀਆਂ ਬਹਿਨ ਦੇ ਪਿੰਡਾ ਤੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਉਹਨਾਂ ਨੂੰ ਨਹੀਂ ਕਹਿੰਦੇ ਜਿਹੜੇ ਨਹਾ ਧੋ ਕੇ ਆਰਾਮ ਨਾਲ ਬਹਿ ਜਾਂਦੇ ਨੇ, ਸੁੱਚੇ ਉਹ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਰੱਬੀ ਗੁਣ ਵਸ ਗਏ ਨੇ। ਜੋ ਅਸੀਂ ਜਪਜੀ ਸਾਹਿਬ ਜੀ ਦੀਆਂ ਆਰੰਭਕ ਪੰਕਤੀਆਂ ਵਿੱਚ ਪਹਿਲੀ ਪੌੜੀ ਵਿੱਚ ਹੀ ਵਿਚਾਰ ਰਹੇ ਹਾਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਥਾਲ, ਕਿ ਸੋਚੇ ਸੋਚਣਾ ਹੋਵੇ ਕਿ ਬਾਹਰੀ ਪਵਿੱਤਰਤਾ ਦੇ ਨਾਲ ਮਨ ਦੀ ਸੁਚਮਤਾ ਨਹੀਂ ਹੁੰਦੀ। ਚੁੱਪੇ ਚੁੱਪ ਨਾ ਹੋਵੇ ਦਾ ਮਤਲਬ ਸਮਾਧੀਆਂ ਲਾਉਣ ਨਾਲ, ਮੌਨ ਧਾਰਨ ਨਾਲ ਮਨ ਦੀ ਸ਼ਾਂਤੀ ਨਹੀਂ ਮਿਲਦੀ, ਮਨ ਅੰਦਰ ਗੁਣ ਨਹੀਂ ਆਉਂਦੇ, ਸਚਾਈ ਨਹੀਂ ਆਉਂਦੀ। ਫਿਰ ਤ੍ਰਿਸ਼ਨਾ ਦੇ ਅਧੀਨ ਰਿਹਾ ਕਦੇ ਵੀ ਮਨੁੱਖ ਨੂੰ ਸੰਤੋਖ ਨਹੀਂ ਮਿਲਦਾ। ਤੇ ਸਹਿਜ ਸਿਆਣਪਾਂ ਲੱਖ ਹੋਏ ਦਾ ਮਤਲਬ ਕਿ ਹਜ਼ਾਰਾਂ ਚਤੁਰਾਈਆਂ ਕਰ ਕਰਕੇ, ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰ ਕਰਕੇ, ਚਤੁਰਾਈਆਂ ਕਰਕੇ ਕਦੇ ਵੀ ਮਨੁੱਖ ਪ੍ਰਭੂ ਦੇ ਨਾਲ ਨਹੀਂ ਮਿਲਦਾ। ਇਸ ਲਈ ਸਵਾਲ ਕੀਤਾ ਸੀ ਕਿਵ ਸਚਿਆਰਾ ਹੋਈ ਹੈ, ਤੇ ਉੱਤਰ ਦਿੱਤਾ ਸੀ ਹੁਕਮ ਰਜ਼ਾਈ ਚੱਲਣਾ। ਕਿ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਸਚਿਆਰ ਕਿਵੇਂ ਹੋਈਏ, ਸਾਡੇ ਅੰਦਰੋਂ ਕੂੜ ਦੀਆਂ ਦੀਵਾਰਾਂ ਕਿਵੇਂ ਟੁੱਟਣ। ਜੋ ਮਨੁੱਖਾਂ ਵਿੱਚ ਦੀਵਾਰਾਂ ਪਾਈਆਂ ਹੋਈਆਂ ਨੇ, ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼, ਜਾਤਾਂ ਪਾਤਾਂ ਦੀਆਂ, ਮੇਰ ਤੇਰ ਦੀਆਂ, ਰੰਗ ਨਸਲ ਦੀਆਂ, ਹੋਰ ਜੋ ਸਮਾਜ ਅੰਦਰ ਦੀਵਾਰਾਂ ਨੇ ਵਿਕਾਰਾਂ ਦੀਆਂ, ਇਹਨਾਂ ਨੂੰ ਕਿਵੇਂ ਤੋੜੀਏ। ਔਰ ਬੰਦਾ ਮਨ, ਬਚਨ ਔਰ ਕਰਮ ਕਰਕੇ ਸੱਚਾ ਕਿਵੇਂ ਹੋਵੇ, ਤਾਂ ਉਹਦੇ ਲਈ ਇੱਕੋ ਹੀ ਸਾਧਨ ਦੱਸਿਆ ਹੈ, ਹੁਕਮ ਰਜ਼ਾਈ ਚੱਲਣਾ, ਰਜਾ ਦੇ ਅੰਦਰ ਤੁਰਨਾ, ਗੁਰੂ ਗਿਆਨ ਦੇ ਚਾਨਣੇ ਵਿੱਚ ਜੀਣਾ। ਤਾਂ ਗੁਰੂ ਜੀ ਕਹਿ ਰਹੇ ਨੇ, ਹੇ ਸਿੱਧ ਜਨੋ ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ, ਹਰ ਸਮੇਂ ਪ੍ਰਭੂ ਆਪ ਹੀ ਵਰਤ ਰਿਹਾ ਹੈ, ਆਪ ਹੀ ਹਰ ਥਾਂ ਤੇ ਵਸ ਰਿਹਾ ਹੈ, ਉਹਦੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਸਿੱਧ ਗੋਸ਼ਟ ਦੀ ਪਾਵਨ ਬਾਣੀ ਦੀ ਸਾਰੀ ਵਿਚਾਰ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤੀ ਹੈ। ਇਸ ਸਿੱਧ ਗੋਸ਼ਟ ਦੀ ਪਾਵਨ ਬਾਣੀ ਦੇ ਵਿੱਚੋਂ ਆਪ ਨੂੰ ਬਹੁਤ ਕੁਝ ਜਿਹੜਾ ਹੈ ਮਿਲਿਆ ਹੋਵੇਗਾ। ਆਪ ਨੇ ਸੁਣਿਆ ਤਾਂ ਇਹਦੇ ਵਿੱਚੋਂ ਸਾਨੂੰ ਕੀ ਨਵਾਂ ਮਿਲਿਆ, ਗੁਰੂ ਨਾਨਕ ਦੇਵ ਦੀ ਸੋਚ, ਤਾਂ ਉਹਦੇ ਬਾਰੇ ਆਪਣੇ ਵਿਚਾਰ ਆਪ ਸਾਰੇ ਰੱਖੋਗੇ। ਕਿਉਂਕਿ ਬਹੁਤ ਸਾਰੀਆਂ ਸਮਾਧੀਆਂ ਜਿਵੇਂ ਲਾਣੀਆਂ ਨੇ, ਜੰਗਲਾਂ ਵਿੱਚ ਤਿਆਗ ਕਰਨਾ ਹੈ ਪ੍ਰਭੂ ਦੀ ਪ੍ਰਾਪਤੀ ਵਾਸਤੇ, ਕਿੰਨੇ ਸਾਰੇ ਲੋਕ ਭੇਖ ਕਰਦੇ ਨੇ, ਜਗਤ ਦੀ ਉਤਪਤੀ ਬਾਰੇ ਹੈ, ਕਿੰਨੇ ਸਾਰੇ ਸਵਾਲ ਸਿੱਧ ਪੁਰਸ਼ਾਂ ਨੇ ਕੀਤੇ। ਤੇ ਉਹ ਸਵਾਲ ਉਹਨਾਂ ਦੇ ਹੀ ਇਕੱਲਿਆਂ ਦੇ ਨਹੀਂ ਸਨ, ਸਾਰੀ ਮਨੁੱਖਤਾ ਦੇ ਨੇ। ਉਹਨਾਂ ਵਿੱਚੋਂ ਸਾਡੇ ਵੀ ਕਈ ਸਾਰੇ ਸਵਾਲ ਹੋਣਗੇ, ਜਿਹੜਾ ਸਾਡਾ ਵੀ ਸੋਲੂਸ਼ਨ ਹੋਇਆ ਹੋਵੇਗਾ। ਤਾਂ ਆਪਣੇ ਵਿਚਾਰ ਆਪ ਸਾਰੇ ਰੱਖਣ ਦੀ ਕਿਰਪਾਲਤਾ ਕਰੋਗੇ। ਹੁਣ ਅਗਲੀ ਕਾਰਵਾਈ ਜਿਹੜੀ ਵੀਰ ਤ੍ਰਿਲੋਚਨ ਸਿੰਘ ਜੀ ਕਰਨਗੇ, ਅਨਮਿਊਟ ਹੋ ਗਏ ਨੇ। ਤੇ ਕੱਲ ਤੋਂ ਮੇਰੇ ਖਿਆਲ ਦੇ ਅੰਦਰ ਜ਼ਿਆਦਾ ਜਿਹੜੇ ਵਿਚਾਰ ਆਏ ਸਨ ਉਹ ਇਹ ਸੀ ਕਿ ਅਸੀਂ ਭਗਤ ਕਬੀਰ ਜੀ ਦੇ ਜੋ ਸ਼ਲੋਕ ਨੇ ਉਹਨਾਂ ਦੀ ਵਿਚਾਰ ਆਰੰਭ ਕਰਾਂਗੇ, ਤੇ ਬਾਕੀ ਸੰਗਤਾਂ ਦਾ ਵੀ ਜਿਹੜਾ ਹੈ ਉਹ ਵਿਚਾਰ ਵਟਾਂਦਰਾ ਹੋ ਜਾਏਗਾ। ਹੁਣ ਮੈਂ ਇੱਥੇ ਸਮਾਪਤੀ ਕਰਨਾ, ਅਗਲੀ ਕਾਰਵਾਈ ਵੀਰ ਤ੍ਰਿਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਵੰਤ ਕੌਰ ਜੀ, ਮੈਂ ਆਉਣਾ ਤੁਹਾਡੇ ਕੋਲ। ਥੈਂਕ ਯੂ। ਤੇ ਹਾਂਜੀ, ਧੰਨਵਾਦ ਜੀ ਗਿਆਨੀ ਜੀ, ਬਹੁਤ ਬਹੁਤ ਤੁਹਾਡਾ। ਤੇ ਅੱਜ ਕੰਪਲੀਟ ਹੋ ਗਈ ਹੈ ਜੀ ਸਿੱਧ ਗੋਸ਼ਟ, ਤੇ ਸਾਰਿਆਂ ਨੇ ਸਰਵਣ ਕੀਤੀ। ਮੇਰਾ ਖਿਆਲ ਸਾਰਿਆਂ ਨੇ ਅਟੈਂਡ ਵੀ ਕੀਤੀ ਹੈ, ਤਕਰੀਬਨ ਮੈਜੋਰਿਟੀ, ਹੋ ਸਕਦਾ ਇੱਕ ਅੱਧਾ ਦਿਨ ਮਿਸ ਹੋ ਗਿਆ ਹੋਊਗਾ। ਤੇ ਉਹਦੇ ਵਿੱਚੋਂ ਆਪਾਂ, ਜਿੱਦਾਂ ਗਿਆਨੀ ਜੀ ਨੇ ਕਿਹਾ ਕਿ ਸਾਨੂੰ ਜੇ ਕੋਈ ਨਵੀਂ ਸੋਚ ਮਿਲੀ ਹੈ ਤਾਂ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖੋ, ਕਿਉਂਕਿ ਅੱਜ ਸਾਡੇ ਕੋਲ ਟਾਈਮ ਹੈਗਾ ਅੱਧਾ ਪੌਣਾ ਘੰਟਾ ਸਾਡੇ ਕੋਲ, ਜੇ ਆਪਣੇ ਵਿਚਾਰ ਤੁਸੀਂ ਦੇ ਸਕਦੇ ਆ ਜੀ, ਖੁੱਲ੍ਹਾ ਟਾਈਮ ਹੈ ਸਾਡੇ ਕੋਲ। ਤੇ ਸਾਡੇ ਨਾਲ ਆਲਰੇਡੀ ਅਨਮਿਊਟ ਹੋਏ ਆ ਚਾਰ ਜਣੇ, ਠੀਕ ਹੈ ਜੀ। ਤੇ ਮੈਂ ਬਾਕੀ ਸਾਰਿਆਂ ਨੂੰ ਵੀ ਬੇਨਤੀ ਇਹੀ ਕਰੂੰਗਾ ਜੀ ਕਿ ਤੁਸੀਂ ਅਨਮਿਊਟ ਹੋ ਜਾਓ, ਭਾਵੇਂ 1 ਮਿੰਟ ਹੀ ਤੁਸੀਂ ਗੱਲ ਕਰਿਓ, 2 ਮਿੰਟ ਗੱਲ ਕਰੋ, ਤੁਹਾਡੇ ਕੋਲ ਖੁੱਲ੍ਹਾ ਟਾਈਮ ਆ, ਆਪਣੇ ਵਿਚਾਰ ਜ਼ਰੂਰ ਦਿਓ। ਜਿੱਦਾਂ ਭੈਣ ਸੁਰਿੰਦਰ ਕੌਰ ਨੇ ਕਿਹਾ ਸੀਗਾ ਪਿਛਲੀ ਵਾਰੀ ਕਿ ਜਦੋਂ ਕੰਪਲੀਟ ਹੁੰਦੀ ਆ ਕਥਾ, ਉਹਦੇ ਬਾਅਦ ਦੇ ਵਿੱਚ ਸਾਨੂੰ ਜਿੱਦਾਂ ਰਿਵਿਊ ਕਰੀਦਾ ਹੁੰਦਾ, ਇਸ ਹਿਸਾਬ ਨਾਲ ਸਾਨੂੰ ਜ਼ਰੂਰ ਕਰਨਾ ਚਾਹੀਦਾ। ਸਾਨੂੰ ਤਕਰੀਬਨ ਮੈਂ ਲਿਖੇ ਹੋਇਆ ਜੀ 20 ਦਿਨ ਆ, ਜਿੱਦਾਂ ਸਾਡੇ ਮੰਡੇ ਟੂ ਫਰਾਈਡੇ 5 ਦਿਨ ਕਹਿ ਲਓ, 1 ਵੀਕ ਹੋ ਜਾਂਦੀ ਹੈ, 20 ਦਿਨਾਂ ਦੇ 4 ਹਫ਼ਤੇ, ਮਹੀਨਾ ਹੋ ਜਾਂਦਾ। ਯਾਨੀ ਮਹੀਨੇ ਦੇ ਵਿੱਚ ਸਾਡੀ ਇਹ ਕਥਾ ਜਿਹੜੀ ਸੀਗੀ ਉਹ ਕੰਪਲੀਟ ਹੋਈ ਹੈ। ਤੇ ਉਹ ਬਹੁਤ ਧੰਨਵਾਦੀ ਹਾਂ ਜੀ ਗਿਆਨੀ ਜੀ ਦੇ, ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਦੱਸੀ ਹੈ। ਤੇ ਉਹਦੇ ਵਿੱਚੋਂ ਸਾਨੂੰ ਫਿਰ ਕੀ ਸਿੱਖਿਆ ਮਿਲਦੀ ਹੈ, ਜੇ ਹੋਰ ਤੁਹਾਨੂੰ ਕੋਈ ਨਵੀਂ ਸੋਚ ਮਿਲੀ ਹੈ ਤਾਂ ਤੁਸੀਂ ਜ਼ਰੂਰ ਉਹਦਾ ਕਰੋ ਜੀ। ਤੇ ਸਾਡੇ ਨਾਲ ਪਹਿਲਾਂ ਭੈਣ ਸਤਵੰਤ ਕੌਰ ਜੀ ਅਨਮਿਊਟ ਹੋਏ ਆ ਜੀ, ਤੇ ਤੁਸੀਂ ਕਰੋ, ਤੇ ਉਹਦੇ ਬਾਅਦ ਦੇ ਵਿੱਚ ਆਪਾਂ ਬਾਕੀ ਦਵਿੰਦਰ ਸਿੰਘ ਤੂਰ ਕੋ ਆਵਾਂਗੇ। ਹਾਂਜੀ ਹਾਂਜੀ ਗਿਆਨੀ ਜੀ, ਮੈਂ ਸਿਰਫ ਤੁਹਾਨੂੰ ਬੇਨਤੀ ਕਰਨੀ ਕਿ
ਉਹ ਜਿਹੜਾ ਸ਼ਬਦ ਹੈ ਨਾ ਗ੍ਰੰਥ ਸਾਹਿਬ ਦੇ ਵਿੱਚ, ਮੈਨੂੰ ਯਾਦ ਤਾਂ ਨਹੀਂ ਹੈਗਾ, ਉਹ ਕਹਿੰਦੇ ਨੇ ਸਤਿਯੁਗ ਵਿੱਚ ਬਲਦ ਦੇ 4 ਪੈਰ ਸੀ, ਫਿਰ ਦੁਆਪਰ ਵਿੱਚ ਇੱਕ ਘਟ ਗਿਆ, ਫਿਰ ਤ੍ਰੇਤਾ 'ਚ ਇੱਕ ਘਟ ਗਿਆ, ਤੇ ਹੁਣ ਕਲਯੁਗ ਵਿੱਚ ਸਿਰਫ ਇੱਕ ਪੈਰ ਤੇ ਧਰਤੀ ਖੜੀ ਹੈ। ਉਹ ਸ਼ਬਦ ਦਾ ਤੁਸੀਂ ਕਨੈਕਸ਼ਨ ਕਰੋ ਗੁਰੂ ਸਾਹਿਬ ਦੇ ਨਾਲ। ਗੁਰੂ ਸਾਹਿਬ ਕਹਿੰਦੇ ਨੇ ਨਾ ਕਿ ਬਾਣੀ ਤਾਂ ਸੱਤ ਹੈ, ਹਰ ਇੱਕ ਯੁੱਗ ਦੇ ਵਿੱਚ ਜਿਹੜਾ ਸੱਚੇ ਰਾਹ ਤੇ ਤੁਰਦਾ, ਜਿਹੜਾ ਹੁਕਮ ਦੇ ਅੰਦਰ ਤੁਰਦਾ, ਤੇ ਉਹ ਸੱਚਿਆਰ ਹੈ, ਉਹਦੇ ਲਈ ਸਤਿਯੁਗ ਹੈ, ਤੇ ਜਿਹੜਾ ਕਲੇਸ਼ ਪਾਈ ਰੱਖਦਾ ਉਹਦੇ ਲਈ ਕਲਯੁਗ ਹੈ। ਠੀਕ ਹੈ ਭੈਣ, ਇਸ ਸ਼ਬਦ ਦੀ ਵਿਚਾਰ ਆਪਾਂ ਕੱਲ ਨੂੰ ਕਰ ਲਾਂਗੇ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਰਾਮ ਤੋਂ ਪਹਿਲਾਂ। ਅੱਛਾ ਜੀ। ਹਾਂ, ਥੋੜਾ ਉਹਦੇ ਨਾਲ ਫਿਰ ਹੋਰ ਚੰਗਾ ਸਪਸ਼ਟ ਹੋ ਜਾਏਗਾ। ਜੇ ਅੱਜ ਕਹਿੰਦੇ ਤਾਂ ਅੱਜ ਫਿਰ ਜ਼ਿਆਦਾ ਟਾਈਮ ਲੱਗ ਜਾਣਾ। ਨਹੀਂ ਨਹੀਂ, ਬਾਕੀ ਸਾਰਿਆਂ ਦੇ ਵਿਚਾਰ ਸੁਣ ਲਓ, ਅਸੀਂ ਕੱਲ ਕਰ ਲਵਾਂਗੇ। ਹਾਂਜੀ, ਇਹਦੀ ਫਿਰ ਵਿਚਾਰ ਆਪਾਂ ਕੱਲ ਨੂੰ ਕਰ ਲਾਂਗੇ। ਹੋਰ ਭੈਣ, ਤੁਸੀਂ ਕੋਈ ਆਪਣੇ ਵਿਚਾਰ, ਜਿੱਦਾਂ ਆਪਣੇ ਗੁਰਬਾਣੀ ਹੋਈ ਆ, ਆਪਣੇ ਜਿਹੜੀ ਕਥਾ ਹੋਈ ਆ ਇਸੇ ਸਿੱਧ ਗੋਸ਼ਟੀ 'ਚ, ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇਣੇ। ਸਤਵੰਤ ਕੌਰ ਜੀ, ਤਾਂ ਤੁਸੀਂ ਜ਼ਰੂਰ ਰੱਖ ਸਕਦੇ। ਹਾਂ, ਮੈਂ ਇਹੀ ਕਹਿਣਾ ਕਿ ਸਾਡੇ ਘਰ ਵਿੱਚ ਤਾਂ ਇਹੀ ਸਿੱਖਿਆ ਮਿਲੀ ਸੀ, ਹੋਰ ਕਿਧਰੇ ਜਾਣ ਦੀ ਲੋੜ ਕੋਈ ਨਹੀਂ। ਸਾਰਾ ਕੁਝ ਗੁਰੂ ਜਿਹੜਾ ਘਰ ਬੈਠਾ ਹੋਇਆ, ਕਿ ਸਾਡੇ ਘਰ 'ਚ ਹਮੇਸ਼ਾ ਪ੍ਰਕਾਸ਼ ਹੁੰਦਾ ਸੀ, ਕਿ ਜੋ ਕੁਝ ਅਸੀਂ ਲੈਣਾ ਸਿੱਖਣਾ, ਜੋ ਕੁਝ ਅਸੀਂ ਵੰਡਣਾ, ਅਸੀਂ ਨਾਮ ਤੋਂ ਲੈਣਾ, ਬਾਣੀ ਤੋਂ ਸਿੱਖਣਾ, ਬਾਣੀ ਤੋਂ ਸੇਧ ਲੈਣੀ ਹੈ। ਤੇ ਸਾਰਾ ਪਰਿਵਾਰ ਜਿਹੜਾ ਸੀ ਉਹ ਸਵੇਰੇ ਆਪਣਾ ਨਿਤਨੇਮ ਕਰਕੇ ਦਿਨ ਦੀ ਸੇਧ ਲੈਂਦਾ ਸੀ, ਤੇ ਦਿਨ ਦੇ ਸਾਰੇ ਕਾਰਜਕ੍ਰਮ ਗੁਰਬਾਣੀ ਦੇ ਆਧਾਰ ਤੇ ਹੀ ਹੁੰਦੇ ਸਨ। ਤੇ ਇੱਥੇ ਤੱਕ ਕਿ ਜਿਹੜਾ ਸਵੇਰੇ ਹੁਕਮਨਾਮਾ ਲਈਦਾ ਸੀ, ਫਿਰ ਜਦੋਂ ਸ਼ਾਮੀ ਰਹਿਰਾਸ ਲਈ ਬੈਠਦੇ ਸਾਂ, ਤੇ ਸਾਡੇ ਮਾਤਾ ਪਿਤਾ ਪੁੱਛਦੇ ਸੀ ਕਿ ਅੱਜ ਅਸੀਂ ਉਸ ਹੁਕਮਨਾਮੇ ਦੇ ਉੱਪਰ ਚੱਲਣ ਦੇ ਲਈ ਆਪਣਾ ਸਾਰਾ ਦਿਨ ਬਤਾਇਆ, ਉਸ ਹਿਸਾਬ ਸਿਰ ਆਪਣਾ ਜੀਵਨ ਬਤਾ ਰਹੇ ਹਾਂ ਕਿ ਨਹੀਂ। ਸੋ ਘਰ ਵਿੱਚ ਸੇਧ ਸੀ ਕਿ ਸੱਚ ਨਾਮ ਨਾਲ ਹੀ ਜੁੜਨਾ, ਹੋਰ ਕੁਛ ਨਹੀਂ। ਤੇ ਸਿੱਧ ਗੋਸ਼ ਪੜ੍ਹ ਕੇ ਤਾਂ ਸਿੱਧ ਹੋ ਗਿਆ ਕਿ ਵਾਕਈ ਨਾਮ ਤੋਂ ਬਿਨਾ ਹੋਰ ਕੁਛ ਨਹੀਂ। ਬਾਕੀ ਤਾਂ ਟੱਕਰਾਂ ਨੇ, ਸਾਧਾਂ ਪਾਸ ਜਾਓ, ਸੰਤਾਂ ਪਾਸ ਜਾਓ, ਜੋ ਮਰਜ਼ੀ ਕਰੀ ਚਲੋ, ਤਾਂ ਟੱਕਰਾਂ ਮਾਰੀ ਚਲੋ। ਪਰ ਉਹ ਜਿੱਦਾਂ ਭਾਈ ਸਾਹਿਬ ਨੇ ਕਿਹਾ, ਤੁਹਾਡੀ ਗੱਡੀ ਸਿੱਧੀ ਜਾਂਦੀ ਜਾਂਦੀ ਜੇ ਤੁਸੀਂ ਗਲਤ ਐਗਜ਼ਿਟ ਲੈ ਜਾਓਗੇ ਤੇ ਫਿਰ ਭਟਕ ਜਾਓਗੇ। ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ। ਤੇ ਵਾਕਿਆ ਵੈਸੇ ਜਿੱਦਾਂ ਤੁਸੀਂ ਕਹਿੰਦੇ ਹੀ ਆ, ਗੁਰਬਾਣੀ ਤਾਂ ਵੈਸੇ ਕੋਈ ਵੀ ਜਿਹੜੀ ਆਪਣੇ ਗੁਰੂ ਗ੍ਰੰਥ ਸਾਹਿਬ ਜਿੰਨੀ ਵੀ ਬਾਣੀ ਹੈਗੀ ਲਿਖੀ, ਉਹਨਾਂ ਦਾ ਮੇਨ ਕੇਂਦਰ ਤਾਂ ਇੱਕੋ ਹੀ ਹੈ ਜੀ, ਵੀ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਏ। ਹਾਂਜੀ, ਤੇ ਉਹਦੇ ਨਾਲ ਕਨੈਕਸ਼ਨ ਸਿਰਫ ਆਪਣਾ ਜਿਹੜਾ ਮੂਲ ਮੰਤਰ ਵਾਲਾ ਹੈ ਉੱਥੇ ਆ ਕੇ ਲੱਗ ਜਾਂਦੀ ਹਰੇਕ ਚੀਜ਼ ਤੇ ਹਾਂਜੀ, ਠੀਕ ਹੈ ਜੀ, ਬਹੁਤ ਵਧੀਆ। ਤੇ ਆਪਾਂ ਨੈਕਸਟ ਆਉਣੇ ਦਵਿੰਦਰ ਸਿੰਘ ਤੂਰ, ਉਹਦੇ ਬਾਅਦ ਹਰਦੀਪ ਸਿੰਘ ਭੋਗਲ। ਹਾਂਜੀ, ਦਵਿੰਦਰ ਸਿੰਘ ਤੂਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ। ਯਾਨੀ ਜੀ ਆਪ ਜੀ ਨੇ ਹੁਕਮ ਕੀਤਾ ਹੈ ਕਿ ਕੋਈ ਨਵੀਂ ਚੀਜ਼ ਇਸ ਬਾਣੀ ਵਿੱਚ ਹੋਣੀ। ਇਸ ਬਾਣੀ ਦੀਆਂ 73 ਪੌੜੀਆਂ ਆਈਆਂ, ਜਿਹਨੂੰ ਤੁਸੀਂ 20 ਦਿਨਾਂ ਵਿੱਚ ਇਹਦੀ ਡਿਸਕਸ਼ਨ ਕੀਤੀ ਹੈ। ਇਹ 'ਚ 73 ਵਿੱਚੋਂ 73 ਹੀ ਨਵੀਆਂ ਚੀਜ਼ਾਂ ਮਿਲਦੀਆਂ ਹੈਗੀਆਂ। ਪਰ ਖੈਰ, ਮੈਂ ਤਾਂ 1 ਮਿੰਟ ਵਿੱਚ ਨੋਟ ਬਣਾਇਆ ਜਿੰਨਾ ਕਿ ਮੇਰੇ ਦਿਮਾਗ ਨੇ ਕੰਮ ਕੀਤਾ ਹੈ। ਹਾਂਜੀ, ਸਿੱਧ ਗੋਸ਼ਟ, ਸਿੱਧਾਂ ਤੇ ਗੁਰੂ ਨਾਨਕ ਦੇਵ ਜੀ ਵਿਚਕਾਰ ਪਰਮਾਤਮਾ ਨਾਲ ਕਿਵੇਂ ਮਿਲਾਪ, ਪ੍ਰਾਪਤੀ, ਸਾਧ ਸੰਗ ਵਿੱਚ ਜੁੜ ਕੇ ਦੈਵੀ ਗੁਣਾਂ ਨੂੰ ਇੰਪਲੀਮੈਂਟ ਕਰਨਾ ਹੈ, ਤੀਰਥਾਂ ਆਦਿ ਨੂੰ ਤਿਆਗਣਾ ਤੇ ਸ਼ਬਦ ਨੂੰ ਮੁੱਖ ਸਮਝਣਾ, ਤੇ ਮਨ ਦੀ ਚੰਚਲਤਾ ਦਾ ਤਿਆਗ ਕਰਨਾ। ਜਿਵੇਂ ਜਪਜੀ ਸਾਹਿਬ ਵੀ ਬਾਬੇ ਨਾਨਕ ਦੀ ਬਾਣੀ ਹੈ, ਪੌੜੀ 24 ਵਿੱਚ ਵੀ ਇਹੀ ਹੈ, ਮੁੰਦਰਾਂ ਨੂੰ ਸੰਤੋਖ, ਮਿਹਨਤ ਨੂੰ ਪੱਤ ਲੋ ਢੋਲੀ, ਧਿਆਨ ਨੂੰ ਹੀ ਸੁਆਹ ਵਿੱਚ ਬਦਲਣਾ ਹੈ। ਗੁਰੂ ਜੀ ਦਾ ਮੇਨ ਇਸ਼ੂ ਗੁਰਮੁਖ ਤੇ ਮਨਮੁਖ ਹੈ। ਗੁਰਮੁਖ ਹੀ ਰੱਬੀ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਵਿੱਚ ਸ਼ਬਦ ਰਾਹੀਂ ਮਿਲ ਸਕਦਾ ਹੈ। ਰਿੱਧੀਆਂ ਸਿੱਧੀਆਂ ਦਾ ਤਿਆਗ ਕਰਦਾ ਹੈ। ਹਉਮੈ ਤੇ ਨਾਮ ਦਾ ਟਿਕਾਣਾ ਇੱਕ ਜਗ੍ਹਾ ਨਹੀਂ ਹੋ ਸਕਦਾ ਹੈ। ਅਖੀਰ ਵਿੱਚ ਮਨ ਸ਼ਬਦ ਵਿੱਚ ਟਿਕ ਜਾਵੇ
ਜੋਗ ਦੀ ਜੁਗਤੀ ਮਿਲਦੀ ਹੈ। ਜਗਤ ਹਉਮੈ ਰਾਹੀਂ ਪੈਦਾ ਹੁੰਦਾ ਹੈ ਤੇ ਸ਼ਬਦ ਰਾਹੀਂ ਇਸ ਦਾ ਤਿਆਗ ਹੁੰਦਾ ਹੈ। ਧੰਨਵਾਦ ਜੀ। ਕਰੈਕਸ਼ਨ ਤੁਸੀਂ ਕਰ ਦਿਓ। ਧੰਨਵਾਦ। ਠੀਕ ਹੈ ਜੀ, ਧੰਨਵਾਦ ਦਵਿੰਦਰ ਸਿੰਘ ਜੀ। ਤੇ ਹੁਣ ਅਸੀਂ ਚੱਲਦੇ ਹੈਗੇ ਆ ਜੀ ਹਰਦੀਪ ਸਿੰਘ ਭੋਗਲ ਜੀ, ਉਹਦੇ ਬਾਅਦ ਬਲਜੀਤ ਕੌਰ ਜੀ। ਹਾਂਜੀ ਭੋਗਲ ਸਾਹਿਬ। ਹਾਂਜੀ ਫਤਿਹ ਜੀ। ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਹੈਗਾ, ਇਸ ਤੋਂ ਮੈਨੂੰ ਜ਼ਿਆਦਾ ਸਿੱਖ ਜ਼ਿਆਦਾ ਹੀ ਮਿਲੀ ਹੈਗੀ ਆ ਕਿ ਹੋਰ ਕਈ ਕੁਛ ਕਰਦੇ ਹੈਗੇ ਆ, ਜਿੱਦਾਂ ਕਿ ਕਰਮ ਕਾਂਡ ਕਰ ਲਿਆ, ਆਪਾਂ ਜੋ ਵੀ ਕਹਿ ਸਕਦੇ ਹੈਗੇ ਆ। ਅਸੀਂ ਕਿਸੇ ਦੇ ਵੱਲ ਨਹੀਂ ਸੋਚਣਾ ਹੈਗਾ ਕਿ ਉਹ ਕੀ ਕਰਦੇ ਹੈਗੇ ਔਰ ਕਿੱਦਾਂ ਕਰਦੇ ਹੈਗੇ ਆ। ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਬਾਣੀ ਪੜ੍ਹ ਕੇ ਸਮਝ ਕੇ ਉਸਦਾ ਆਨੰਦ ਲੈਣਾ ਹੈ ਔਰ ਦੂਜਿਆਂ ਨੂੰ ਦੇਣਾ ਹੈ। ਫਿਰ ਆਨੰਦ ਸਿਰਫ ਖੁਸ਼ੀ ਦਾ ਨਾਮ ਆਨੰਦ ਹੈ ਨਹੀਂ। ਖੁਸ਼ੀ ਜੇ ਹੋਏਗੀ ਤਾਂ ਉੱਥੇ ਗਮ ਵੀ ਹੋਏਗਾ, ਸੁੱਖ ਹੋਏਗਾ, ਦੁੱਖ ਵੀ ਹੋਏਗਾ। ਆਨੰਦ ਦਾ ਆਪੋਜ਼ਿਟ ਵਰਡ ਹੈ ਹੀ ਨਹੀਂ ਜੀ। ਤੇ ਆਪਾਂ ਉਸ ਅਵਸਥਾ ਨੂੰ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ। ਉਹੀ ਉਹਨੇ ਚੌਥਾ ਪਦ ਕਹਿੰਦੇ ਹੈਗੇ ਆ, ਯਾਨੀ ਤਿੰਨ ਗੁਣ ਤੋਂ ਉੱਪਰ ਹੋ ਕੇ, ਤੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈਗੀ। ਪਰ ਹੱਸਣਦੇ ਖਿਲਾਉਂਦੇ ਪਨੰਦੇ ਵਿੱਚ ਹੋਵੇ ਮੁਕਤ, ਇਹ ਸਭ ਕੁਛ ਠੀਕ ਆ। ਹੱਸਣਾ ਖੇਲਣਾ ਵੀ ਜ਼ਰੂਰੀ ਹੈ, ਨਹੀਂ ਕਿ ਸਾਨੂੰ ਮਨਾ ਨਹੀਂ ਕੀਤਾ ਕਿਸੇ ਗੱਲੋਂ ਵੀ। ਪਰ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਗੁਰਬਾਣੀ ਦੇ ਮਗਰ ਹੀ ਲੱਗਣਾ ਹੈਗਾ। ਔਰ ਜਿਸ ਤਰ੍ਹਾਂ ਅਸੀਂ ਆਪਾਂ ਹੁਣ ਇਹ ਬਹੁਤ ਸਹੀ ਕੰਮ ਕਰ ਰਹੇ ਹਾਂ ਤੇ ਗੁਰੂ ਆਪਣੇ ਗਿਆਨ ਜੀ ਨਾਲ ਲੱਗ ਕੇ ਅਸੀਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਇੰਨੇ ਕਰਕੇ ਆਪਣੇ ਵਿਚਾਰ ਸਮਝਦਾ। ਠੀਕ ਹੈ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਤੇ ਸਾਡੇ ਨਾਲ ਬਲਜੀਤ ਕੌਰ ਹੈ ਤੇ ਉਹਦੇ ਬਾਅਦ ਦੇ ਵਿੱਚ ਸਵਿੰਦਰ ਕੌਰ ਦੇ ਕੋਲ ਆਉਂਦੇ ਜੀ। ਬਲਜੀਤ ਕੌਰ ਜੀ, ਤੁਸੀਂ ਆਪਣਾ ਪੁਆਇੰਟ ਰੱਖੋ। ਥੈਂਕ ਯੂ। ਓਕੇ ਜੀ। ਗਿਆਨੀ ਜੀ, ਮੈਂ ਕਦੀ ਸਿੱਧ ਗੋਸ਼ ਦੀ ਬਾਣੀ ਦੇ ਬਾਰੇ ਮੈਨੂੰ ਕੁਝ ਜ਼ਿਆਦਾ ਪਤਾ ਨਹੀਂ ਸੀ ਹੈ, ਨਾ ਕਦੀ ਪੜ੍ਹੀ ਸੀ ਕਿ ਇਹ ਕੀ ਹੈ। ਲੇਕਿਨ ਸਿੱਧ ਗੋਸ਼ ਦੀ ਬਾਣੀ ਤੁਸੀਂ ਜਿਸ ਤੇ ਸਾਨੂੰ ਐਕਸਪਲੇਨ ਕੀਤੀ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਸਵਾਲ ਜਵਾਬ ਗੁਰੂ ਜੀ ਦੇ ਸਿੱਧਾਂ ਨਾਲ ਹੁੰਦੇ ਨੇ ਔਰ ਕਿਸ ਤਰ੍ਹਾਂ ਸਵਾਲ ਦੇ ਜਵਾਬ ਦਿੰਦੇ ਨੇ, ਕਿੰਨੇ ਸੌਖੇ ਤਰੀਕੇ ਨਾਲ ਕਰਮ ਕਾਂਡਾਂ ਨੂੰ ਉਹਨਾਂ ਨੇ ਦੂਰ ਕੀਤਾ ਇਸ ਬਾਣੀ ਦੇ ਵਿੱਚ। ਔਰ ਬੜੇ ਸੌਖੇ ਤਰੀਕੇ ਨਾਲ ਗੁਰੂ ਨਾਲ ਸਾਨੂੰ ਮਿਲਣ ਦਾ ਰਸਤਾ ਦੱਸਿਆ ਹੈ ਕਿ ਸਾਨੂੰ ਘਰ ਤਿਆਗਣਾ ਨਹੀਂ ਹੈ, ਘਰ ਬਾਰ ਨਹੀਂ ਤਿਆਗਣਾ ਹੈ, ਇੱਕੋ ਗੁਰੂ ਦੇ ਹੁਕਮ ਦੇ ਨਾਲ ਜੁੜਨਾ ਹੈ। ਮਨ ਬਚਨ ਕਰਮ ਕਰਕੇ ਅਸੀਂ ਸੱਚੇ ਹੋਣਾ ਹੈ। ਉਹਦੇ ਨਾਲ ਹੀ ਇਹ ਸੌਖਾ ਤਰੀਕਾ ਹੈ ਜਿਹਦੇ ਨਾਲ ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਬੜਾ ਕੁਛ ਹੀ ਇਹਦੇ ਨਾਲ ਸਾਡੇ ਜਿਹੜੇ ਵਹਿਮ ਨੇ ਦੂਰ ਹੋਏ ਨੇ। ਰੀਅਲੀ ਤੁਸੀਂ ਬੜੇ ਹੀ ਸੋਹਣੇ ਤਰੀਕੇ ਨਾਲ ਇਹਦਾ ਐਕਸਪਲੇਨ ਕੀਤਾ ਹੈ। ਔਰ ਬਾਣੀ ਰੀਅਲੀ ਲੱਗਦਾ ਕਿ ਬਾਣੀ ਦੀ ਸਮਝ ਸਾਨੂੰ ਹੁਣ ਹੀ ਆ ਰਹੀ ਹੈ। ਜਦ ਤੱਕ ਕਿਸੇ ਚੀਜ਼ ਦੀ ਐਕਸਪਲੇਨ ਨਹੀਂ ਹੁੰਦੀ ਉਸ ਚੀਜ਼ ਦੀ ਸਮਝ ਨਹੀਂ ਆਉਂਦੀ ਹੈ। ਇਹੀ ਮੈਂ ਚਾਹੁੰਦੀ ਹਾਂ ਕਿ ਸਾਡੇ ਗੁਰਦੁਆਰੇ ਵਿੱਚ ਵੀ ਅਸੀਂ ਸਾਨੂੰ ਇੱਕ ਵਾਕ ਦਾ ਵੀ ਉਹ ਸਾਨੂੰ ਐਕਸਪਲੇਨ ਨਹੀਂ ਕਰਦੇ। ਅਰਦਾਸ ਤੋਂ ਬਾਅਦ ਵਾਕ ਲੈਂਦੇ ਨੇ, ਕਦੀ ਉਹਨਾਂ ਨੇ ਨਹੀਂ ਦੱਸਿਆ ਕਿ ਇਹ ਕਿਹੜੇ ਅੰਗ ਤੋਂ ਲਿਆ ਗਿਆ ਹੈ, ਗੁਰੂ ਜੀ ਇਸ ਵਾਕ ਵਿੱਚ ਕੀ ਕਹਿਣਾ ਚਾਹੁੰਦੇ ਨੇ। ਇਹ ਥੋੜਾ ਬਹੁਤ ਵੀ ਉਹ ਸਾਨੂੰ ਸਮਝਾਉਣਾ ਸ਼ੁਰੂ ਕਰ ਦੇਣ ਤਾਂ ਸਾਨੂੰ ਬੜਾ ਫਰਕ ਪਏਗਾ ਕਿ ਸਾਡੇ ਗੁਰਦੁਆਰੇ ਖਾਲੀ ਸੋਸ਼ਲ ਨਾ ਰਹਿ ਜਾਣ, ਅਸੀਂ ਕੁਝ ਸਿੱਖੀਏ ਗੁਰਦੁਆਰੇ ਜਾ ਕੇ। ਤੇ ਬੜਾ ਧੰਨਵਾਦ ਗੁਰੂ ਤੇ ਗਿਆਨੀ ਜੀ ਦਾ, ਜਿਹੜਾ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਇਸ ਸਿੱਧ ਗੋਸ਼ ਦੇ ਜਿਹੜੇ ਗੁਰੂ ਜੀ ਨੇ ਸਵਾਲ ਜਵਾਬ ਕੀਤੇ ਸਿੱਧਾਂ ਨਾਲ। ਬੜਾ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਤੇ ਤੁਸੀਂ ਆਪਣੇ ਵਿਚਾਰ ਤੇ ਤੁਸੀਂ ਕਿਹਾ ਹੈ ਕਿ ਬਈ ਜਿਹੜੇ ਤੁਹਾਡੇ ਡਰ ਵਹਿਮ ਜਿਹੜੇ ਉਹ ਖਤਮ ਹੋ ਗਏ ਜਾਂ ਘੱਟੋ ਘੱਟ ਉੱਥੋਂ ਰੀਅਲਾਈਜ਼ ਕੀਤਾ। ਤੁਸੀਂ ਇੱਕ ਐਗਜ਼ਾਮਪਲ ਦਵੋਗੇ ਵੀ ਤੁਹਾਡੇ ਦਿਮਾਗ ਦੇ ਵਿੱਚ ਪਹਿਲਾਂ ਕਿਹੜੀ ਚੀਜ਼ ਆਉਂਦੀ ਸੀਗੀ ਜਿਹੜੀ ਕਿ ਤੁਹਾਡੇ ਹੁਣ ਤੁਹਾਨੂੰ ਰੀਅਲਾਈਜ਼ ਏਦਾਂ ਹੋ ਗਈ ਆ ਵੀ ਏਦਾਂ ਨਹੀਂ ਹੋਣੀ ਚਾਹੀਦੀ ਸੀਗੀ, ਜਿਹੜੀ ਪਹਿਲੀ ਕੋਈ ਮਨੌਤ ਵੀ ਹੋ ਸਕਦੀ ਹੈ। ਹਾਂਜੀ, ਇੱਕ ਮਨ ਸਾਫ਼ ਹੋ ਗਿਆ ਹੈ। ਨਿੱਕੇ ਜਿਹੇ ਸ਼ਬਦ ਨੂੰ ਜਦ ਦਿਮਾਗ ਵਿੱਚ ਆ ਕੇ ਕਿ ਗੁਰੂ ਦਾ ਹੁਕਮ ਹੈ, ਉਸ ਤੋਂ ਬਾਅਦ ਜਿਹੜੇ ਦੂਸਰੇ ਵਹਿਮ ਜਿਹੜੇ ਹਨ ਦੂਰ ਹੋ ਜਾਂਦੇ ਨੇ। ਕਿ ਉਹਨਾਂ ਚੀਜ਼ਾਂ ਜੇ ਸਾਡੇ ਸਭ ਤੋਂ ਵੱਡੀ ਗੱਲ ਸੋਚ, ਜੇ ਸਾਡੀ ਸੋਚ ਇੱਕ ਪਾਸੇ ਟਿਕ ਗਈ ਤੇ ਆਪਣੇ ਆਪ ਸਾਡਾ ਧਿਆਨ ਗੁਰੂ ਦੇ ਸ਼ਬਦ ਵੱਲ ਜਾਏਗਾ। ਜੇ ਮਨ ਨੂੰ ਟਿਕਾਵਾਂਗੇ ਤਾਂ ਹੀ ਸ਼ਬਦ ਅੰਦਰ ਟਿਕੇਗਾ। ਤੇ ਇਹਨਾਂ ਚੀਜ਼ਾਂ ਦੇ ਕਰਕੇ ਬਹੁਤ ਫਰਕ ਪਿਆ ਵੇ। ਹੋਰ ਫालतू ਜੀ ਕਿ ਪਾਠ ਘੰਟਾ ਕਰਨਾ ਨਹੀਂ, ਉਹ ਸਭ ਚੀਜ਼ਾਂ ਸਾਡੀਆਂ ਜਿਹੜੀਆਂ ਦੂਰ ਹੋ ਗਈਆਂ ਨੇ। ਜਿਹੜੀ ਵੀ ਚੀਜ਼ ਸਮਝਣੀ ਅਸਲ ਵਿੱਚ ਉਹਨੂੰ ਹੁਣ ਅਸੀਂ ਪਾਠ ਕਰਨੇ ਸਾਨੂੰ ਰਿਅਲਾਈਜ਼ ਹੋ ਰਿਹਾ ਦਾ ਮਤਲਬ ਕੀ ਹੈ। ਪਹਿਲਾਂ ਤੇ ਮਤਲਬ ਹੀ ਨਹੀਂ ਸੀ ਪਤਾ। ਪਾਠ ਕਰ ਲਿਆ ਜੀ, ਨੇਮ ਕਰ ਲਿਆ, ਜਪਜੀ ਸਾਹਿਬ ਕਰ ਲਿਆ, ਸ਼ਾਮੀ ਰਹਿਰਾਸ ਸਾਹਿਬ ਕਰ ਲਿਆ, ਤੇ ਉਹ ਹੁਣ ਸਮਝ ਆਉਂਦੀ ਕਿ ਵਾਕਈ ਉਹ ਪਾਠ ਕਰਨੇ ਦੀ ਫੀਲਿੰਗ ਆਉਂਦੀ ਕਿ ਇਹਦਾ ਕੀ ਡੂੰਘਾ ਮਤਲਬ ਹੈ। ਉਸ ਜ਼ਿੰਦਗੀ 'ਚ ਬਹੁਤ ਫਰਕ ਪਿਆ। ਮੈਨੂੰ ਤਾਂ ਬਹੁਤ ਫਰਕ ਪਿਆ ਕਲਾਸ ਦੇ ਨਾਲ ਰੀਅਲੀ। ਹੁਣ ਪਾਠ ਕਰਨ ਦਾ ਸਵਾਦ ਵੀ ਆਉਂਦਾ ਹੈ। ਇੱਕੋ ਦਿਮਾਗ ਵਿੱਚ ਆਉਂਦਾ ਕਿ ਇੱਕ ਅਸੀਂ ਆਪਣੇ ਮਨ ਨੂੰ ਸੱਚਾ ਕਰੀਏ, ਗੁਰੂ ਦੇ ਹੁਕਮ ਵਿੱਚ ਤੁਰੀਏ ਤੇ ਕੋਈ ਜ਼ਿੰਦਗੀ 'ਚ ਸਾਡੀ ਪਰੇਸ਼ਾਨੀਆਂ ਸਾਰੀਆਂ ਖਤਮ ਹੋ ਸਕਦੀਆਂ ਨੇ। ਸਿਰਫ ਛੋਟੇ ਜਿਹੇ ਸ਼ਬਦ ਨਾਲ ਹੀ ਸਾਡੀ ਜ਼ਿੰਦਗੀ ਬਦਲ ਸਕਦੀ ਹੈ।
मैं कहना चाहूँ। ਠੀਕ ਹੈ ਜੀ, ਬਿਲਕੁਲ ਸਹੀ ਗੱਲ ਤੁਸੀਂ ਕੀਤੀ ਹੈ ਜੀ। ਜਦੋਂ ਤੁਸੀਂ ਪਹਿਲਾਂ ਵੀ ਕਿਹਾ ਨਾ ਵੀ ਅੱਗੇ ਤਾਂ ਰਿਪੀਟਡਲੀ ਜਿੰਨੇ ਮਰਜ਼ੀ ਪਾਠ ਕਰੀ ਜਾਂਦੇ ਸੀਗੇ, हाँ जी, ਉਹਨਾਂ ਦੇ ਨਾਲ ਤੁਹਾਨੂੰ ਕੋਈ ਸ਼ਾਂਤੀ ਜਾਂ ਕੋਈ ਅਕਲ ਜਾਂ ਦਿਮਾਗ ਦੇ ਵਿੱਚ ਏਦਾਂ ਦੀ ਕੋਈ ਗੱਲ ਦੇ ਗੁਣ ਨਹੀਂ ਸੀ ਵੜਦੇ। ਤੇ ਹੁਣ ਹਾਂਜੀ। ਘੱਟੋ ਘੱਟ ਜਿਹੜੀਆਂ ਚੀਜ਼ਾਂ ਗਿਆਨੀ ਜੀ ਨੇ ਜਿਹੜੀਆਂ ਆਪਾਂ ਨੂੰ ਜਿਹੜੀਆਂ ਹਾਂਜੀ। 15 ਕੁ ਚੀਜ਼ਾਂ ਲਿਖਾਈਆਂ ਸੀਗੀਆਂ ਨਾ ਜੀ, हाँ जी, ਜਦੋਂ ਕਿਸੇ ਚੀਜ਼ ਦਾ ਸਮਝ ਨਹੀਂ ਲੱਗਦਾ ਉਹਨਾਂ ਦੇ ਵਿੱਚ ਹੀ ਸਾਰਾ ਭੇਦ ਛੁਪਿਆ ਆ। ਜੇ ਤੁਸੀਂ ਦੇਖਣਾ ਹੋਵੇ जी, ਤਾਂ ਜਿੱਦਾਂ ਤੁਸੀਂ ਹੁਕਮ ਦੀ ਗੱਲ ਕੀਤੀ ਹੈ ਵੀ ਸਾਰੇ ਹੁਕਮ 'ਚ ਹਾਂਜੀ। ਚੱਲਦੇ ਆ, हाँ ਪਰ जी, ਉਹ ਹੁਕਮ ਦੀ ਦੋ ਤਰ੍ਹਾਂ ਦੀ ਵਿਆਖਿਆ ਹੁੰਦੀ ਸੀਗੀ। ਹੁਣ ਜਿਸ ਤਰ੍ਹਾਂ ਦੀ ਵਿਗਿਆਨੀ ਜੀ ਨੇ ਸਾਨੂੰ ਦੱਸਿਆ, ਜੇ हाँ ਉਸ जी, ਤਰ੍ਹਾਂ ਦੀ ਜੇ ਤੁਹਾਡੇ ਮਨ ਨੂੰ ਲੱਗਦੀ ਹੋਵੇ ਤਾਂ ਇੱਕਦਮ ਤੁਹਾਨੂੰ ਉਹ ਇੱਧਰੋਂ ਕੱਢ ਦਿੰਦੀ ਆ, ਇਹਨਾਂ ਵਹਿਮਾਂ ਤੇ ਭਰਮਾਂ ਦੇ ਵਿੱਚੋਂ ਕੱਢ ਦਿੰਦੀ ਆ ਵੀ ਉਹਦਾ ਹੁਕਮ ਹਾਂਜੀ। ਕੀ ਆ ਨਾ। ਵੀ ਜੇ ਉਹਨਾਂ ਨੂੰ ਤੁਸੀਂ ਲਾਅ ਆਫ ਨੇਚਰ ਵੀ ਕਹਿ ਸਕਦੇ ਆ, ਉਹ ਕਾਨੂੰਨ ਜਿਹੜੇ ਚੱਲਦੇ ਆ ਉਹਨਾਂ ਦੇ ਵਿੱਚ ਹੀ ਆਪਾਂ ਰਹਿੰਦੇ ਸਾਰੇ ਹੁਕਮੇ हाँ ਅੰਦਰ। जी, ਸਭ ਕੋ ਬਾਹਰ ਹੁਕਮ ਨਾ ਕੋਏ। ਹਾਂਜੀ, हाँ जी, ਤੇ ਉਹ ਕਾਨੂੰਨ ਦੇ ਵਿੱਚ ਰਹਿ ਕੇ ਆਪਾਂ ਇੰਜੋਏ ਕਰ ਸਕਦੇ ਹਾਂ। ਹੁਣ ਤੁਹਾਨੂੰ ਸਮਝ ਆ ਗਈ ਆ ਤਾਂ ਤੁਸੀਂ ਬਾਣੀ ਹਾਂਜੀ। ਨੂੰ ਇੰਜੋਏ ਕਰੋਗੇ, हाँ ਪੜ੍ਹਨ जी, ਲੱਗੇ ਵੀ, ਕਿਉਂਕਿ ਤੁਹਾਡੇ ਸਾਡੇ ਹੁਣ ਸਮਝ ਪੈ ਜਾਣੀ ਆ। मन ਨੂੰ ਸ਼ਾਂਤੀ ਮਿਲਦੀ ਹੈ, ਇੱਕ ਹਾਂਜੀ, ਕਰ ਰਿਹਾ ਹਾਂਜੀ। ਕੁਝ। ਉਹ ਨੁਕਤਿਆਂ ਦਾ ਨਹੀਂ ਪਤਾ ਸੀਗਾ ਤਾਂ ਉਹ ਲੈ ਜਾਂਦੇ ਸੀ ਡਿਫਰੈਂਟ ਡਾਇਰੈਕਸ਼ਨ ਨੂੰ। ਹਾਂਜੀ, ਉਹ ਡਾਇਰੈਕਸ਼ਨ ਸਾਨੂੰ ਪਹਿਲਾਂ ਦਿੱਤੀ ਗਈ ਸੀ ਬਾਕੀ। ਸਾਨੂੰ ਸਹੀ ਡਾਇਰੈਕਸ਼ਨ ਹੁਣ ਮਿਲੀ ਹੈ। ਹਾਂਜੀ, ਪਰ ਬਿਲਕੁਲ ਸਹੀ ਗੱਲ ਤੁਹਾਡੀ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਸਾਡੇ ਨਾਲ ਸਵਿੰਦਰ ਕੌਰ ਜੀ, ਉਹਦੇ ਬਾਅਦ ਸਤਨਾਮ ਕੌਰ। ਹਾਂਜੀ, ਸਵਿੰਦਰ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਤੇ ਮੇਰੀ ਭੈਣ ਹਾਂਜੀ, ਜੋ ਮਨੁੱਖ ਗੁਰੂ ਦੇ ਹੁਕਮਾਂ ਵਿੱਚ ਤੁਰਦਾ ਹੈ ਉਹਨੇ ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲੈਂਦਾ ਹੈ ਜੀ। ਵਾਹ ਜੀ ਵਾਹ, ਚਲੋ ਠੀਕ। ਤੇ ਜੀ ਨਾਲੇ ਜੋ ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਬੰਦਾ ਹੁੰਦਾ ਹੈ ਉਹ ਮੌਤ ਦਾ ਡਰ ਮੁਕਾ ਕੇ ਉਹਨੇ ਜਗਤ ਨੂੰ ਵੀ ਜਿੱਤ ਲੈਣਾ ਹੈਗਾ। ਠੀਕ ਹੈ ਜੀ। ਤੇ ਦੁੱਖ ਸੁੱਖ ਦੇ ਵਿੱਚ ਉਹ ਦੁੱਖ ਸੁੱਖ ਨੂੰ ਸੇਮ ਮੰਨਦਾ ਹੈਗਾ। ਠੀਕ ਹੈ ਜੀ, ਧੰਨਵਾਦ ਭੈਣ। ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਵਧੀਆ, ਧੰਨਵਾਦ ਜੀ ਤੁਹਾਡਾ। ਤੇ ਤੇ ਉਹਦੇ ਬਾਅਦ ਚ ਸਤਨਾਮ ਕੌਰ ਤੇ ਉਹਦੇ ਗਾਹਾਂ ਆਪਣੇ ਭੈਣ ਸੁਰਿੰਦਰ ਕੌਰ ਜੀ। ਹਾਂਜੀ, ਸਤਨਾਮ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਬਹੁਤ ਗੱਲਾਂ ਪਹਿਲੇ ਪਤਾ ਸੀ, ਬਹੁਤ ਗੱਲਾਂ ਤੁਸੀਂ ਬਹੁਤ ਅੱਛੀਆਂ ਦੱਸੀਆਂ। ਸਪੈਸ਼ਲੀ ਨਾਮ ਤੇ ਹੁਕਮ ਦੀ ਵਿਆਖਿਆ ਬੜੀ ਵਧੀਆ ਕੀਤੀ ਤੇ ਉਹ ਸਾਰਾ ਸਮਝ ਵੀ ਆ ਗਿਆ। ਉਸ ਦੇ ਬਾਅਦ ਵੀ ਮਨ ਇਤਨਾ ਚੰਚਲ ਹੈ ਕਿ ਗੁਰਬਾਣੀ ਪੜੋ, ਟਿਕਦਾ ਕਦੀ ਨਸ ਜਾਂਦਾ ਹੈ। ਇਹਦਾ ਕੀ ਇਲਾਜ ਕਰੀਏ? ਇਹਨੂੰ ਟਿਕਾਣਾ ਇਤਨਾ ਮੁਸ਼ਕਲ ਕਿਉਂ ਹੈ ਤੇ ਰਜ਼ਾ ਵਿੱਚ ਚੱਲਣਾ ਇਤਨਾ ਮੁਸ਼ਕਲ ਕਿਉਂ ਹੈ? ਇਹ ਨਾ ਭੈਣ, ਇਸ ਦਰਅਸਲ ਜਿਹੜਾ ਮਨ ਦਾ ਟਿਕਣਾ ਹੈ ਨਾ, ਉਹਦੀ ਥੋੜੀ ਜਿਹੀ ਵਿਆਖਿਆ ਸਾਡੀ ਗਲਤ ਕਰ ਦਿੱਤੀ ਗਈ ਹੈ। ਮਨ ਦੇ ਟਿਕਣ ਨੂੰ ਇਹ ਸਮਝ ਲਿਆ ਗਿਆ ਕਿ ਸ਼ਾਇਦ ਸਾਡੇ ਮਨ ਦੇ ਵਿੱਚ ਕੋਈ ਵਿਚਾਰ ਨਾ ਪੈਦਾ ਹੋਏ ਜਾਂ ਇਧਰ ਉਧਰ ਮਨ ਜਾਵੇ ਹੀ ਨਾ। ਦੇਖੋ, ਮਨ ਹੈ ਹੀ ਵਿਚਾਰਾਂ ਦਾ ਸੰਗ੍ਰਹਿ। ਜੇ ਤੁਸੀਂ ਬਾਣੀ ਪੜ੍ਹਦੇ ਹੋ ਤੇ ਤੁਹਾਡੇ ਅੰਦਰ ਜੇ ਖਿਆਲ ਆ ਰਿਹਾ ਹੈ ਕਿ ਮੈਂ ਬੱਚਿਆਂ ਨੂੰ ਰੋਟੀ ਬਣਾ ਕੇ ਖਵਾਣੀ ਹੈ, ਬੱਚਿਆਂ ਨੂੰ ਸਕੂਲੇ ਟਾਈਮ ਨਾਲ ਭੇਜਣਾ ਹੈ, ਜਾਂ ਬੱਚਿਆਂ ਨੇ ਆਣਾ ਹੈ ਤੇ ਉਹਨਾਂ ਦੀ ਮੈਂ ਦੁਪਹਿਰ ਦੀ ਰੋਟੀ ਬਣਾਉਣੀ ਹੈ, ਤਾਂ ਇਹਨੂੰ ਅਸੀਂ ਭਟਕਿਆ ਹੋਇਆ ਮਨ ਨਹੀਂ ਕਵਾਂਗੇ। ਇਹਦਾ ਮਤਲਬ ਕਿ ਤੁਹਾਨੂੰ ਪਾਠ ਪੜ੍ਹਨ ਦਾ ਫਲ ਮਿਲ ਰਿਹਾ ਹੈ ਕਿ ਤੁਸੀਂ ਠੀਕ ਸੋਚ ਰਹੇ ਹੋ, ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹੋ। ਤੁਹਾਡਾ ਮਨ ਜਾ ਰਿਹਾ ਕਿ ਮੈਂ ਉੱਥੇ ਮੇਰੀ ਕੁਝ ਕੀਮਤੀ ਚੀਜ਼ ਬਾਹਰ ਰਹਿ ਗਈ ਹੈ ਤੇ ਮੈਂ ਉਹ ਅੰਦਰ ਰੱਖਣੀ ਹੈ, ਤਾਂ ਇਹ ਮਨ ਦਾ ਭਟਕਣਾ ਨਹੀਂ ਹੈ। ਹਾਂ, ਜੇ ਤੁਹਾਡਾ ਮਨ ਕਿਸੇ ਦੀ ਚੀਜ਼ ਵੱਲ ਜਾ ਰਿਹਾ ਕਿ ਮੈਂ ਕਿਸੇ ਦੀ ਚੁੱਕ ਕੇ ਲਿਆਉਣੀ, ਤਾਂ ਉਹ ਮਨ ਦਾ ਭਟਕਣਾ ਹੁੰਦਾ ਹੈ। ਤਾਂ ਮਨ ਦਾ ਲੱਗਣ ਦਾ ਮਤਲਬ ਹੈਗਾ ਕਿ ਸ਼ੁਭ ਗੁਣਾਂ ਦੇ ਨਾਲ ਸਾਡਾ ਮਨ ਜਿਹੜਾ ਜੁੜਿਆ ਰਹੇ। ਤਾਂ ਥੋੜੀ ਜਿਹੀ ਟਰਾਈ ਕਰਨ ਦੇ ਨਾਲ ਇਹ ਹੋ ਜਾਏਗਾ ਕਿ ਮੇਰੇ ਜਦੋਂ ਅੰਦਰ ਮਨ ਦੇ ਵਿੱਚ ਵਿਚਾਰ ਆਉਣ ਨਾ, ਕੋਈ ਵੀ ਮੰਨ ਲਓ ਕੋਈ ਗਲਤ ਵਿਚਾਰ ਆਉਂਦਾ ਹੈ, ਤਾਂ ਉਦੋਂ ਤੁਸੀਂ ਇਹ ਸੋਚੋ ਕਿ ਮੈਂ ਬਿਲਕੁਲ ਰਿਲੈਕਸ ਹਾਂ, ਮੈਂ ਖੁਸ਼ ਹਾਂ, ਮੇਰੀ ਜ਼ਿੰਦਗੀ ਠੀਕ ਰਾਹ ਤੇ ਜਾ ਰਹੀ ਹੈ ਔਰ ਮੇਰਾ ਜੀਵਨ ਜਿਹੜਾ ਗੁਰਬਾਣੀ ਅਨੁਸਾਰ ਹੈ। ਇਹ ਦੋ ਚੀਜ਼ਾਂ ਜਿਹੜੀਆਂ ਤੁਹਾਡੇ ਅੰਦਰ ਆਉਣਗੀਆਂ ਤਾਂ ਫਿਰ ਹੌਲੀ ਹੌਲੀ ਮਨ ਇੱਥੇ ਹੀ ਟਿਕ ਜਾਏਗਾ। ਇਹਨੂੰ ਕਹਿੰਦੇ ਨੇ ਪਾਵਰ ਆਫ ਐਫਰਮੇਸ਼ਨ ਟੈਕਨੀਕ, ਕਿ ਜਦੋਂ ਤੁਹਾਡੇ ਅੰਦਰ ਨੈਗੇਟਿਵ ਵਿਚਾਰ ਆਉਣ ਤਾਂ ਉਦੋਂ ਤੁਸੀਂ ਨਾਲ ਦੇ ਨਾਲ ਪੋਜ਼ਿਟਿਵ ਸੋਚੋ। ਤੇ ਥੋੜੇ ਦਿਨ ਦੇ ਵਿੱਚ ਪ੍ਰੈਕਟਿਸ ਇੰਨੀ ਹੋ ਜਾਂਦੀ ਹੈ ਕਿ ਜਦੋਂ ਨੈਗੇਟਿਵ ਵਿਚਾਰ ਮਨ ਚ ਆਉਂਦੇ ਨੇ, ਫਿਰ ਸਾਡਾ ਦਿਮਾਗ ਆਟੋਮੈਟਿਕਲੀ ਉਹਨਾਂ ਨੂੰ ਪੋਜ਼ਿਟਿਵ ਕਰਨਾ ਸ਼ੁਰੂ ਕਰ ਦਿੰਦਾ। ਤਾਂ ਇਸ ਤਰ੍ਹਾਂ ਤੁਸੀਂ ਥੋੜਾ ਜਿਹਾ ਟਰਾਈ ਕਰੋ। ਥੈਂਕ ਯੂ ਜੀ। ਮਤਲਬ ਪਾਠ ਕਰਦੇ ਅਗਰ ਵਿਚਾਰ ਆਏ ਤਾਂ ਕੋਈ ਸਾਡੇ ਮਨ ਜਿੰਦਾ ਤਾਂ ਮਨ ਚ ਸਵਾਲ ਤਾਂ ਉੱਠਣਗੇ। ਹਾਂਜੀ, ਖਿਆਲ ਜੇ ਤੁਹਾਡੇ ਵਿੱਚ ਪਾਠ ਕਰਦੇ ਆ ਨਾ, ਇੱਕੋ ਹੀ ਗੱਲ ਹੈ। ਦੇਖੋ, ਜੇ ਖਿਆਲ ਕਰਦੇ ਆ, ਪਾਠ ਕਰਦੇ ਆ, ਆਪਣੇ ਬੱਚਿਆਂ ਦਾ ਧਿਆਨ ਆਉਂਦਾ ਹੈ ਜਾਂ ਆਪਣੀਆਂ ਜ਼ਿੰਮੇਵਾਰੀਆਂ ਦਾ, ਤਾਂ ਇਹਦਾ ਮਤਲਬ ਠੀਕ ਹੈਗਾ, ਵਧੀਆ ਹੈ। ਬਸ ਮਾੜੇ ਵਿਚਾਰ ਨਾ ਆਉਣ, ਚੰਗੇ ਵਿਚਾਰ ਤਾਂ ਆਣੇ ਚਾਹੀਦੇ ਨੇ। ਅਵਗੁਣ ਛੋੜ ਗੁਣਾ ਕੋ ਢਾਵੋ, ਗੁਰਬਾਣੀ ਸਾਨੂੰ ਪ੍ਰੇਰਦੀ ਹੀ ਚੰਗੇ ਵਿਚਾਰਾਂ ਵਾਸਤੇ ਹੈ। ਹਾਂਜੀ, ਗਿਆਨੀ जी को सवाल है
ਕਿ ਅਸੀਂ ਜਿਹੜੇ ਸਾਡੇ ਗੁਰਬਾਣੀ ਦੇ ਸ਼ਬਦ ਹੈਗੇ ਨੇ ਬੜੇ ਕੰਪਲਿਕੇਟਡ, ਜਿਸ ਤਰ੍ਹਾਂ ਕਿ ਸੁਲਤਾਨਾ ਕਈ ਸੁਨ ਬੇਨਾਮਾ ਜਾਂ ਇੱਕ ਜੋ ਦੁਨੀਆ ਦਸਤਗੀਰੀ ਸਹਿਰ ਮੇਲਾਨਾ ਹੈ, ਇਸ ਤਰ੍ਹਾਂ ਦੇ ਸ਼ਬਦ ਦੀ ਤੁਸੀਂ ਵਿਆਖਿਆ ਨਹੀਂ ਕਰ ਸਕਦੇ। ਇਹ ਬਹੁਤ ਸਾਰੇ ਸ਼ਬਦ ਨੇ, दूध कटोरे ਜ਼ਰੂਰ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਵਿਚਾਲੇ ਅਸੀਂ ਕਰਦੇ ਰਵਾਂਗੇ ਨਾ ਚੀਜ਼ਾਂ ਦੀ ਵਿਆਖਿਆ। ਬਹੁਤ ਸਾਰੇ ਸ਼ਬਦ ਹੈਗੇ ਜੋ ਬਹੁਤ ਕਨਫਿਊਜ਼ ਕਰਦੇ ਹੈਗੇ। ਹਾਂ ਕੋਈ ਨਾ, ਉਹਨਾਂ ਦੀ ਵਿਆਖਿਆ ਵੀ ਕਰ ਦਾਂਗੇ, ਕੋਈ ਗੱਲ ਨਹੀਂ। ਔਰ ਤੁਸੀਂ ਗੁਰਬਾਣੀ ਸਰਚਰ ਦੇ ਵਿੱਚੋਂ ਵੀ ਉਹਨਾਂ ਦੇ ਮੀਨਿੰਗ ਦੇਖ ਸਕਦੇ ਹੋ। ਵੈਸੇ ਉਹ ਮੀਨਿੰਗ ਦੇਖੇ ਹੈਗੇ ਪਰ ਉਹ ਫਿਰ ਵੀ ਬਹੁਤ ਮੁਸ਼ਕਲ ਹੈ। ਜਿਸ ਕੋਈ ਨਾ, ਤਰ੍ਹਾਂ ਉਹਨਾਂ ਦੀ ਵਿਆਖਿਆ ਵੀ ਕਰ ਦਾਂਗੇ। ਜੇ ਬਾਈ ਚਾਂਸ ਜਿਹੜੀ ਚੀਜ਼ ਦੀ ਕੋਈ ਨਾ ਸਮਝ ਆਏ ਤਾਂ ਤੁਸੀਂ ਪਰਸਨਲ ਫੋਨ ਕਰਕੇ ਵੀ ਪੁੱਛ ਸਕਦੇ ਹੋ ਕਦੇ। ਥੈਂਕ ਯੂ ਜੀ। ਜਾਂ ਤੁਸੀਂ ਆਪਣਾ ਜਿਹੜਾ ਕੁਐਸਚਨ ਜਿੱਦਾਂ ਆਪਣੇ ਗਰੁੱਪ ਬਣਿਆ ਹੈ ਜੀ, ਉਹਦੇ ਵਿੱਚ ਕਿਰਤ ਸਚਾਰਾ ਉਹ ਇਸੇ ਕਰਕੇ ਬਣਾਇਆ ਜੀ, ਜਿਹੜੀ ਚੀਜ਼ ਦੀ ਨਹੀਂ ਸਮਝ ਲੱਗਦੀ ਤੁਸੀਂ ਬੋਲ ਕੇ ਵੀ ਕਰ ਸਕਦੇ, ਲਿਖ ਕੇ ਵੀ ਕਰ ਸਕਦੇ ਆ, ਤੇ ਉਹਨਾਂ ਦੇ ਨਾਲ ਸਾਰਿਆਂ ਨੂੰ ਫਾਇਦਾ ਹੋ ਸਕਦਾ। ਹੋ ਸਕਦਾ ਕਿਸੇ ਹੋਰ ਦਾ ਵੀ ਇਹ ਕੁਐਸਚਨ ਹੋ ਸਕਦਾ, ਤੇ ਸਾਰਿਆਂ ਨੂੰ ਫਾਇਦਾ ਹੋ ਸਕਦਾ ਜੀ ਜਿੰਨੇ ਸਾਡੇ ਨਾਲ ਜੁੜੇ ਹੋ ਉਸ ਕਲਾਸ ਦੇ ਵਿੱਚ, ਤੇ ਤੁਸੀਂ ਉਹਦੇ ਵਿੱਚ ਵੀ ਪਾ ਸਕਦੇ ਹੋ। ਐਕਚੁਅਲੀ ਨਾ ਬਹੁਤ ਸਾਰੇ ਸ਼ਬਦ ਹੈਗੇ ਨੇ, ਇੱਕ ਦੋ ਨਹੀਂ ਬਹੁਤ ਸਾਰੇ ਸ਼ਬਦ ਹੈਗੇ ਨੇ। ਜਿਵੇਂ ਵੀਰ ਜੀ ਕਹਿ ਰਹੇ ਨੇ ਨਾ, ਜਿਵੇਂ ਵੀਰ ਜੀ ਨੇ ਕਿਹਾ ਜੇ ਕੋਈ ਬਾਈ ਦੀ ਵੇ ਇਹੋ ਜਿਹਾ ਕੋਈ ਸਵਾਲ ਹੁੰਦਾ ਨਾ, ਤਾਂ ਕਿਰਤ ਸਚਾਰਾ ਗਰੁੱਪ ਨਾ ਬਣਾਇਆ ਹੀ ਇਸ ਵਾਸਤੇ ਗਿਆ ਸੀ ਕਿ ਉੱਥੇ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ ਬੋਲ ਕੇ ਜਾਂ ਲਿਖ ਕੇ। ਸਿਰਫ ਉਹਦੇ ਵਿੱਚ ਨਾ ਲਿੰਕ ਨਾ ਪਾਓ, ਜਿਹੜੇ ਵੀਰ ਵੀ ਪਾ ਰਹੇ ਨੇ ਕਿਸੇ ਵੀ ਕਿਸਮ ਦਾ ਕੋਈ ਲਿੰਕ ਜਿਹੜਾ ਭੇਜਣਾ ਉਹ ਪਰਸਨਲੀ ਭੇਜ ਦਿਓ। ਬਾਈ ਚਾਂਸ ਤੁਸੀਂ ਮੈਨੂੰ ਕੋਈ ਵੀਡੀਓ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਪਰਸਨਲ ਭੇਜ ਸਕਦੇ ਹੋ, ਕੋਈ ਗੱਲ ਨਹੀਂ। ਤੇ ਗਰੁੱਪ ਦੇ ਵਿੱਚ ਹੋਰ ਜੇ ਪਾਓਗੇ ਫਿਰ ਸਵਾਲ ਸਾਡੇ ਥੱਲੇ ਚਲੇ ਜਾਣਗੇ। ਤੇ ਇਹ ਬਾਰ-ਬਾਰ ਰਿਕੁਐਸਟ ਹੈ, ਤੇ ਆਪਣਾ ਕੋਈ ਵੀ ਸਵਾਲ ਹੋਏ ਤੁਸੀਂ ਲਿਖ ਕੇ ਜਾਂ ਬੋਲ ਕੇ ਗਰੁੱਪ ਦੇ ਵਿੱਚ ਪਾ ਦਿਓ, ਤੇ ਉਹਦਾ ਤੁਹਾਨੂੰ ਜਵਾਬ ਜਿਹੜਾ ਜ਼ਰੂਰ ਦਿੱਤਾ ਜਾਏਗਾ। ਥੈਂਕ ਯੂ ਜੀ। ਜਿਹੜਾ ਗਰੁੱਪ ਹੈ ਨਾ ਜੀ, ਉਹਦੇ ਵਿੱਚ ਸਾਰਿਆਂ ਦੇ ਤਕਰੀਬਨ ਟੈਲੀਫੋਨ ਨੰਬਰ ਉਹਦੇ ਵਿੱਚ ਹੁੰਦੇ ਆ। ਜਿਹੜੇ ਲਾਈਵ ਗਰੁੱਪ ਹੈਗਾ ਸਾਡਾ, ਉਹਦੇ ਵਿੱਚ ਟੈਲੀਫੋਨ ਨੰਬਰ ਹੁੰਦੇ ਆ। ਜੇ ਤੁਸੀਂ ਪਰਸਨਲੀ ਕਿਸੇ ਨਾਲ ਕੋਈ ਗੱਲ ਕਰਨੀ ਆ ਜਾਂ ਤੁਸੀਂ ਕੋਈ ਮੈਸੇਜ ਭੇਜਣਾ ਆ ਤਾਂ ਤੁਸੀਂ ਇੰਡੀਵਿਜੂਅਲੀ ਪਾ ਸਕਦੇ ਆ, 2 4 10 ਨੂੰ ਵੀ ਪਾ ਸਕਦੇ ਆ। ਪਰ ਜਿੱਦਾਂ ਗਿਆਨੀ ਜੀ ਨੇ ਬੇਨਤੀ ਕੀਤੀ ਆ ਨਾ ਵੀ ਸ਼ੁਰੂ ਤੋਂ ਇਹ ਕਹਿੰਦੇ ਰਹੇ ਆ, ਪਰ ਹੁਣ ਤਾਈਂ ਵੀ ਸਾਡੇ ਕੋਲ ਉਹ ਚੀਜ਼ਾਂ ਆ ਰਹੀਆਂ। ਕੋਈ ਪਟੀਸ਼ਨ ਸਾਈਨ ਕਰਨੀ ਹੋਵੇ ਜਾਂ ਕੋਈ ਹੋਰ ਕੋਈ ਵੀਡੀਓ ਆ ਰਹੀ ਹੈ ਜਾਂ ਕਿੱਦਾਂ ਨਾ, ਉਹਨੂੰ ਆਪਾਂ ਸ਼ੇਅਰ ਕਰਦੇ। ਅਸੀਂ ਇੱਦਾਂ ਨਹੀਂ ਕਹਿੰਦੇ ਵੀ ਉਹ ਗਲਤ ਵੀਡੀਓ ਜਾਂ ਕਿੱਦਾਂ, ਪਰ ਉਹ ਇਹ ਜਿਹੜਾ ਗਰੁੱਪ ਆ ਇਸ ਕਰਕੇ ਨਹੀਂ ਬਣਾਇਆ ਗਿਆ ਸੀਗਾ ਵੀ ਜਿਹੜੀ ਤੁਸੀਂ ਗੱਲ ਕੀਤੀ ਨਾ ਸਤਨਾਮ ਕੌਰ ਜੀ, ਇਹਨਾਂ ਚੀਜ਼ਾਂ ਕਰਕੇ ਗਰੁੱਪ ਬਣਾਇਆ ਸੀਗਾ। ਜੇ ਤੁਹਾਡੀ ਕਨਫਿਊਜ਼ਨ ਹੈ ਗੁਰਬਾਣੀ ਵਾਸਤੇ, ਕਿਤੇ ਕੋਈ ਸਮਝ ਨਹੀਂ ਆ ਰਹੀ, ਉਹ ਤੁਸੀਂ ਬੋਲ ਕੇ ਲਿਖ ਕੇ ਕਰ ਸਕਦੇ, ਤਾਂ ਕਿ ਬਾਕੀਆਂ ਨੂੰ, ਸਾਰੇ ਗਰੁੱਪ ਦੇ ਵਿੱਚ ਜਿੰਨੇ ਮੈਂਬਰ ਹੈਗੇ ਆ ਉਹਨਾਂ ਨੂੰ ਉਹਦਾ ਵੀ ਫਾਇਦਾ ਹੋ ਸਕਦਾ। ਹੋ ਸਕਦਾ ਕਿ ਇਹਨੂੰ ਪਹਿਲਾਂ ਆਲਰੇਡੀ ਪਤਾ ਹੋਵੇ ਤਾਂ ਉਹਨਾਂ ਨੂੰ ਵੀ ਮਤਲਬ ਲੱਗ ਸਕਦਾ ਹੋਰ ਡਿਫਰੈਂਟ ਤਰੀਕੇ ਦੇ ਨਾਲ, ਤੇ ਇਹ ਬਹੁਤ ਬੈਨੀਫੀਸ਼ੀਅਲ ਹੈਗਾ ਇਹ। ਠੀਕ ਹੈ ਜੀ, ਤੇ ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ ਸਤਨਾਮ ਕੌਰ ਜੀ। ਤੇ ਬਾਕੀ ਸਾਡੇ ਨਾਲ ਸੁਰਿੰਦਰ ਕੌਰ ਭੈਣ, ਸੁਰਿੰਦਰ ਕੌਰ 2 ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ, ਉਹ ਵੀ ਜੁੜੇ ਆ। ਤੇ ਮੈਂ ਬਾਕੀਆਂ ਨੂੰ ਵੀ ਕਹੂੰਗਾ, ਜਿੱਦਾਂ ਗੁਰਮੁਖ ਸਿੰਘ ਜੀ ਆਪਣੇ ਅਨਮਿਊਟ ਹੋਏ ਆ, ਤੇ ਬਾਕੀ ਹੋਰ ਜਿਹੜੇ ਜਿੱਦਾਂ ਸਾਡੇ ਜਗਜੀਤ ਕੌਰ ਭੈਣ ਹੈਗੀ ਆ, ਤੇ ਆਪਣੇ ਮੋਣੀ ਜੀ ਸੀਗੇ, ਹੁਣ ਤਾਂ ਦੀਦੇ ਨਹੀਂ ਇੱਥੇ, ਮੇਰਾ ਗੱਲ ਸ਼ਾਇਦ ਪਿੱਛੇ ਹੀ ਹੈ। ਤੇ ਹੋਰ ਵੀ ਜਿਹੜੇ ਸਾਡੇ ਸਾਇਲੈਂਟ ਲਿਸਨਰ ਆ ਨਾ, ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਜ਼ਰੂਰ ਵੀ ਤੁਸੀਂ ਇੱਦਾਂ ਨਾ ਪਿੱਛੇ ਹੋ ਕੇ ਨਾ ਰਿਹਾ ਕਰੋ ਪਲੀਜ਼। ਅੱਜ ਦਾ ਦਿਨ ਤੁਹਾਡਾ ਆਪਣਾ ਦਿਨ ਆ, ਇਹ ਤੁਹਾਡਾ ਆਪਣਾ ਟਾਈਮ ਆ, ਤੇ ਇਹਦੇ ਵਿੱਚ ਤੁਸੀਂ ਭਾਵੇਂ 2 ਮਿੰਟ 1 ਮਿੰਟ ਕਰ ਲਓ ਗੱਲ, ਤਾਂ 30 ਸਕਿੰਟ ਲਈ ਕਰ ਲਓ, ਆ ਕੇ ਜ਼ਰੂਰ ਆਪਣਾ ਵਿਊ ਜ਼ਰੂਰ ਦਿਆ ਕਰੋ, ਤਾਂ ਕਿ ਸਾਰਿਆਂ ਨੂੰ ਥੋੜਾ ਹੌਸਲਾ ਵੀ ਹੁੰਦਾ ਵੀ ਹਾਂ, ਗਿਆਨੀ ਜੀ ਨੂੰ ਵੀ ਹੋਊਗਾ ਕਿ ਸਾਡੇ ਨਾਲ ਜਿਹੜੇ ਜੁੜੇ ਆ ਉਹ ਸਾਰੇ ਬੋਲਦੇ ਆ, ਤੇ ਮਤਲਬ ਤੁਸੀਂ ਆਪਣੇ ਵਿਚਾਰ ਵੀ ਦੇ ਸਕਦੇ ਆ। ਆਮ ਸ਼ੋਰ ਕਿ ਤੁਹਾਡੇ ਕੋਲ ਕਈ ਕੁਝ ਕਹਿਣ ਵਾਸਤੇ ਹੋਊਗਾ। ਸੋ ਮੈਂ ਬੇਨਤੀ ਕਰੂੰਗਾ ਵੀ ਬਾਕੀ ਜਿਹੜੇ ਵੀ ਅਨਮਿਊਟ ਹੋ ਜਾਣ ਤਾਂ ਕਿ ਆਪਣਾ ਵਿਚਾਰ ਦੇ ਸਕੋ। ਹਾਂਜੀ ਸੁਰਿੰਦਰ ਕੌਰ ਜੀ, ਉਹਦੇ ਬਾਅਦ ਦੇ ਵਿੱਚ ਮੇਰੀ ਘਰ ਵਾਲੀ ਵੀ ਅਨਮਿਊਟ ਹੋ ਗਈ ਹੈ ਜੀ, ਤੇ ਆਪਾਂ ਗੁਰਮੁਖ ਸਿੰਘ ਜਾਵਾਂਗੇ ਹੋਰ ਵੀ। ਹਾਂਜੀ ਸੁਰਿੰਦਰ ਕੌਰ। ਬਹੁਤ ਬਹੁਤ ਧੰਨਵਾਦ ਗਿਆਨੀ ਜੀ। ਇਹ ਬਾਣੀ ਹੁਣ ਹੋਰ ਵੀ ਜ਼ਿਆਦਾ ਆਨੰਦਮਈ ਹੋ ਗਈ ਹੈ ਮੇਰੇ ਲਈ। ਪਹਿਲਾਂ ਤਾਂ ਮੈਂ 2-4 ਵਾਰੀ ਪੜ੍ਹਿਆ, ਸਹਿਜ ਪਾਠ ਜਦੋਂ ਕੀਤਾ, ਪਤਾ ਸਮਝ ਹੀ ਨਹੀਂ ਸੀ ਕਿ ਇਹ ਗੁਰੂ ਜੀ ਦੀ, ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਵਿਚਾਰ ਵਟਾਂਦਰਾ ਦੀ ਬਾਣੀ ਹੈ। ਤੇ ਬਹੁਤ ਹੁਣ ਆਨੰਦਮਈ ਹੋ ਗਿਆ ਇਹ ਪਾਠ ਮੇਰੇ ਲਈ। ਤੇ ਬਾਕੀ ਜਿੱਦਾਂ ਸਾਨੂੰ ਗੁਰੂ ਜੀ ਨੇ ਸਮਝਾਇਆ ਕਿ ਜੋ ਵੀ ਅਸੀਂ ਸੱਚੇ ਹੋਣਾ, ਜੋ ਵੀ ਸੱਚ ਦੀ ਕਸਵੱਟੀ ਤੇ ਪੂਰਾ ਉਤਰੇਗਾ, ਉਸੇ ਨੂੰ ਉਹੀ ਧਰਮ ਹੈ, ਉਹੀ ਭਗਤੀ ਹੈ, ਉਹੀ ਮੁਕਤੀ ਹੈ। ਤੇ ਸੈਲਫ ਐਨਾਲਿਸਿਸ ਕਰਨਾ ਮੈਨੂੰ ਬਹੁਤ ਅੱਛਾ ਲੱਗਿਆ ਕਿ ਜੇ ਅਸੀਂ ਆਪਣੇ ਆਪ ਨੂੰ ਆਪ ਪਰਖੀਏ ਤਾਂ ਅੱਛੀ ਗੱਲ ਹੈ। ਤੇ ਬਾਕੀ ਜਿਹੜੀ ਤੁਸੀਂ ਉਹ 5 ਤੱਤ ਦੀ ਟੋਪੀ ਬਾਰੇ ਦੱਸਿਆ ਸੀ ਨਾ, ਉਹ ਵੀ ਮੈਨੂੰ ਵਿਚਾਰ ਬਹੁਤ ਅੱਛੇ ਲੱਗੇ। ਜਿੱਦਾਂ ਆਕਾਸ਼, ਮੀਨਿੰਗ ਨਿਰਲੇਪ ਹੋਣਾ, ਈਰਖਾ, ਮੋਹ, ਲੋਭ, ਕ੍ਰੋਧ ਵਗੈਰਾ ਤੋਂ ਬਚਣਾ, ਅਗਨੀ, ਮੈਲ ਨੂੰ
ਸਾੜਨਾ, ਵਿਕਾਰਾਂ ਦੀ ਮੈਲ ਨੂੰ ਸਾੜਨਾ, ਹਵਾ ਇੱਕ ਬਰਾਬਰ ਮੰਨਣਾ, ਪਾਣੀ ਵਾਂਗ ਸ਼ੀਤਲਤਾ ਰਹਿਣਾ, ਸ਼ਾਂਤਮਈ ਰਹਿਣਾ, ਤੇ ਧਰਤੀ ਧੀਰਜ ਰੱਖਣਾ। ਤੇ ਮੈਨੂੰ ਇਹ ਨਵਾਂ ਸਿੱਖਣ ਨੂੰ ਮਿਲਿਆ। ਹਾਂਜੀ, ਇਹ ਪੰਜ ਤੱਤਾਂ ਦੀ ਟੋਪੀ ਬਾਰੇ ਤੁਸੀਂ ਸਮਝਾਇਆ। ਬਹੁਤ ਵਧੀਆ ਜੀ, ਧੰਨਵਾਦ, ਥੈਂਕ ਯੂ। ਤੁਹਾਡੇ ਸਾਰੇ ਵਿਚਾਰ ਬਹੁਤ ਵਧੀਆ ਸੀਗੇ ਜੀ, ਔਰ ਜੇ ਆਪਾਂ ਗ੍ਰਹਿਣ ਕੀਤੇ ਆ, ਲਾਗੂ ਕੀਤੇ ਆ, ਤਾਂ ਉਹਨਾਂ ਨੂੰ ਆਪਣਾ ਜ਼ਿੰਦਗੀ 'ਚ ਅਪਲਾਈ ਤਾਂ ਆਟੋਮੈਟਿਕਲੀ ਹੋ ਜਾਣ। ਜਿਹੜੀ ਚੀਜ਼ ਤੁਸੀਂ ਚੰਗੀ ਲੱਗਦੀ ਹੈ ਨਾ ਤੁਹਾਡੇ ਮਨ ਨੂੰ, ਉਹ ਤੁਸੀਂ ਅਗਾਹਾਂ ਅਪਲਾਈ ਕਰ ਦਿੰਦੇ ਆ। ਜਿਹੜੀ ਚੀਜ਼ ਕਨਫਿਊਜ਼ਨ ਆ, ਉਹਦੇ ਵਿੱਚ ਫਿਰ ਤੁਸੀਂ ਉਹ ਅੱਜ ਤਾਂ ਰੱਟਾ ਲਾਉਂਦੇ ਰਹੇ ਸੀਗੇ, ਸਮਝ ਨਹੀਂ ਸੀ ਪੈਂਦੀ। ਆਪਾਂ ਕਰਦੇ ਤਾਂ ਸਹੀ ਸੀਗੇ, ਪਰ ਜਿੱਦਾਂ ਸਾਨੂੰ ਦੱਸਿਆ ਗਿਆ ਸੀ ਉਹੀ ਕਰਦੇ ਸੀ। ਹੁਣ ਐਕਚੁਅਲੀ ਉਹਦੀ ਜੇ ਸਮਝ ਆਉਣ ਲੱਗ ਪਈ ਤਾਂ ਹੋਰ ਵੀ ਆਨੰਦ ਆਉਣ ਲੱਗ ਪੈਂਦਾ ਬਾਣੀ ਦਾ। ਠੀਕ ਹੈ ਜੀ, ਥੈਂਕ ਯੂ ਜੀ ਤੁਹਾਡਾ। ਤੇ ਸਾਡੇ ਨਾਲ ਫਿਰ ਮੇਰੀ ਘਰ ਵਾਲੀ ਹੈ ਜੀ ਦਵਿੰਦਰ ਕੌਰ, ਤੇ ਉਹ ਤੇ ਗਾਹਾਂ ਮੋਣੀ ਜੀ ਵੀ ਆਏ ਹੈ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਦਵਿੰਦਰ ਕੌਰ ਜੀ, ਆ ਜਾਓ ਆ ਜਾਓ ਆ ਜਾਓ। ਹਾਂਜੀ ਹਾਂਜੀ, ਸਾਰਿਆਂ ਨੂੰ ਫਤਿਹ ਜੀ। ਫਤਿਹ ਜੀ। ਮੈਨੂੰ ਗਿਆਨੀ ਜੀ, ਵੈਸੇ ਤਾਂ ਜਿਹੜੀ ਤੁਸੀਂ ਜਪਜੀ ਸਾਹਿਬ ਦੀ ਕਥਾ ਕੀਤੀ ਸੀ, ਉਹਦੇ ਵਿੱਚ ਮੂਲ ਮੰਤਰ ਜਿਹੜਾ ਆ ਉਹੀ ਮੇਨ ਚੀਜ਼ ਆ। ਤੇ ਇਹਦੇ ਵਿੱਚ ਜਿਹੜੀ ਸਿੱਧਾਂ ਦੇ ਮਤਲਬ ਪ੍ਰਸ਼ਨ ਸੀਗੇ, ਉਹ ਵੀ ਤਕਰੀਬਨ ਜਿੱਦਾਂ ਆਪ ਜੀ ਨੇ ਕਿਹਾ ਸੀ ਕਿ ਸਾਡੇ ਪ੍ਰਸ਼ਨ, ਉਹਨਾਂ ਦੇ ਵਿੱਚ ਮੇਰੇ ਮਨ ਵਿੱਚ ਇੱਕ ਜਿਹੜੇ ਤੁਸੀਂ ਇਹ ਦੱਸਿਆ ਨਾ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਅਪਣਾਉਣਾ ਹੀ ਪ੍ਰਮਾਤਮਾ ਨੂੰ ਪਾਉਣਾ, ਉਹਦੀ ਜ਼ਿਆਦਾ ਦ੍ਰਿੜਤਾ ਹੋਈ ਆ ਦਿਮਾਗ ਦੇ ਵਿੱਚ ਹੀ, ਕਿ ਆਪਣੀ ਜ਼ਿੰਦਗੀ ਦੇ ਵਿੱਚ ਗੁਣਾਂ ਨੂੰ ਲਿਆਉਣਾ ਹੀ ਰੱਬ ਨੂੰ ਪਾਉਣਾ ਆ। ਕਿ ਰੱਬ ਕੋਈ, ਜਿੱਦਾਂ ਤੁਸੀਂ ਕਹਿੰਦੇ ਆ ਕਿ ਕਿਤੇ ਉੱਧਰ ਨਹੀਂ ਬੈਠਾ, ਜਿੱਦਾਂ ਸਤਵੰਤ ਕੌਰ ਭੈਣ ਜੀ ਨੇ ਕਿਹਾ ਆ ਕਿ ਜਿਹੜੀ ਗੁਰਬਾਣੀ ਆ ਨਾ, ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ 80% ਦੀ ਗੁਰਬਾਣੀ ਇਹੋ ਜਿਹੀ ਆ ਕਿ ਜਿਹੜੀ ਸਾਨੂੰ, ਜਿੱਦਾਂ ਉਹਨਾਂ ਨੇ ਸ਼ਬਦ ਦੱਸੇ ਸੀਗੇ ਵੀ ਉਹਨਾਂ ਦੇ ਵਿੱਚ ਤੁਹਾਨੂੰ ਕਨਫਿਊਜ਼ਨ ਹੁੰਦੀ ਆ ਜਦੋਂ ਤੁਸੀਂ ਪੜ੍ਹਦੇ ਆ। ਮੈਂ ਜਿੱਦਾਂ ਹੁਣ ਉਹ ਜਿਹੜੇ ਉਹ ਪਹਿਰੇ ਬਾਣੀ ਹੈਗੀ ਆ, ਭਾਈ ਸਾਹਿਬ ਜੀ, ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਹਾਂਜੀ, ਹੁਕਮ ਪਿਆ ਗਰਵਾਸੇ, ਹਨਾ। ਉਹ ਜਿਹੜੇ ਆ, ਜਿੱਦਾਂ ਹੁਣ ਉਹ ਪੜ੍ਹਦੇ ਆ ਤੁਸੀਂ, ਤੇ ਤੁਹਾਨੂੰ ਦਿਮਾਗ ਦੇ ਵਿੱਚ ਆਉਂਦੀਆਂ ਹੈ ਵੀ ਕਿਸੇ ਨੇ ਹੁਕਮ ਕੀਤਾ ਕਿ ਮੈਂ ਮਤਲਬ ਮੇਰਾ ਜਨਮ ਹੋਵੇ ਜਾਂ ਕਿੱਦਾਂ, ਮਤਲਬ ਤੁਹਾਨੂੰ ਆਉਂਦੀ ਆ। ਪਰ ਉੱਥੇ ਇੱਕੋ ਚੀਜ਼ ਤੇ ਮੇਰਾ ਜਿਹੜਾ ਮਨ ਆ, ਮੈਂ ਮਤਲਬ ਇਹ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਉਹ ਉੱਥੇ ਲੈ ਚਲੇ ਜਾਂਦਾ ਆ ਕਿ ਇਹ ਸਭ ਕੁਛ ਉਹਦੇ ਹੁਕਮ ਦੇ ਵਿੱਚ, ਔਰ ਇਹ ਆਪਣੇ ਆਪ ਹੋ ਰਿਹਾ ਆ। ਇਹਦੇ ਵਿੱਚ ਕੋਈ ਕੁਛ ਕਰ ਨਹੀਂ ਰਿਹਾ ਹੈਗਾ। ਪ੍ਰਮਾਤਮਾ ਇੱਕ ਸੱਚ ਆ, ਉਹਦੇ ਤੋਂ ਹੋ ਰਿਹਾ ਆ। ਤੇ ਇਸ ਕਰਕੇ ਜਿਹੜੀ 20% ਬਾਣੀ ਹੈਗੀ ਆ, ਉਹ ਏਦਾਂ ਦੀ ਬਾਣੀ ਆ ਕਿ ਜਿਹੜੀ ਚੈਲੰਜਿੰਗ ਆ। ਜਿੱਦਾਂ ਭਗਤ ਕਬੀਰ ਜੀ ਦੇ ਨਾਮਦੇਵ ਜੀ ਦੇ ਸ਼ਬਦ ਹੈਗੇ ਆ ਕਿ ਉਹਨਾਂ ਨੇ ਕਿੱਦਾਂ ਮਤਲਬ ਉਸ ਵੇਲੇ ਦੇ ਪੁਜਾਰੀ ਨੂੰ ਚੈਲੰਜ ਕੀਤਾ ਸੀ। ਮੋਸਟਲੀ ਜਿਹੜੀ ਗੁਰਬਾਣੀ ਹੈਗੀ ਆ, ਉਹ ਸਾਰੀ ਏਦਾਂ ਇਹੋ ਜਿਹੀ ਆ ਕਿ ਜਿਹੜੀ ਸਾਨੂੰ ਇਹ ਹੀ ਲੱਗਦਾ ਕਿ ਪ੍ਰਮਾਤਮਾ ਕਿਤੇ ਉੱਧਰ ਬੈਠਾ ਆ, ਤੇ ਪ੍ਰਮਾਤਮਾ ਦਾ ਨਾਮ ਜਿਹੜਾ ਸਿਮਰਨਾ ਉਹ ਹੈਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂਜੀ, ਤੇ ਮਤਲਬ ਜਿਹੜਾ ਤੁਸੀਂ ਸਾਨੂੰ ਦੱਸਿਆ ਕਿ ਨਾਮ ਦਾ ਮਤਲਬ ਹੁਕਮ ਆ ਨਾ, ਉਹ ਸਾਰੀਆਂ ਫਿਰ ਇਹਨਾਂ ਚੀਜ਼ਾਂ ਨੂੰ ਕੈਂਸਲ ਕਰ ਦਿੰਦਾ। ਮੈਨੂੰ ਇਹਦੇ ਵਿੱਚੋਂ ਇਹੀ ਮਿਲਿਆ। ਤੇ ਦੂਸਰਾ, ਮੈਨੂੰ ਤੁਹਾਡਾ ਉਹ ਜਿਹੜਾ ਤੁਸੀਂ ਇੱਕ ਉਹ ਸ਼ਬਦ ਦੀ ਕਿਹਾ ਸੀਗਾ ਕਿ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਉਹ ਮਤਲਬ ਬਿਲਕੁਲ ਮੈਨੂੰ ਨਾ ਮਤਲਬ ਤੁਹਾਡੇ ਕੋਲੋਂ ਡਿਫਰੈਂਟ ਤੁਹਾਡੇ ਕੋਲੋਂ ਉਹ ਮੀਨਿੰਗ ਮਿਲਿਆ ਵੀ ਉਹ ਪਾਣੀ ਕਿੱਦਾਂ ਹੋਇਆ। ਕਿਉਂਕਿ ਸਾਨੂੰ ਲੱਗਦਾ ਸੀਗਾ ਸੂਰਜ ਕਿਰਨ ਵੀ, ਸੂਰਜ ਨਾਲ ਕਿਰਨ ਮਿਲ ਗਈ ਤੇ ਪਾਣੀ ਦੇ ਨਾਲ ਪਾਣੀ ਮਿਲ ਗਿਆ, ਤੇ ਗਾਹਾਂ ਪਰਮਾਤਮਾ ਦੇ ਵਿੱਚ ਜੋਤ ਦੇ ਵਿੱਚ ਜੋਤ ਰਲ ਗਈ ਜੀ। ਪਰ ਉਹ ਜਿਹੜੇ ਤੁਸੀਂ ਮਤਲਬ ਦੱਸਿਆ ਸੀ, ਉਹ ਬਹੁਤ ਮਤਲਬ ਫੈਸੀਨੇਟਿੰਗ ਆ ਮੇਰੇ ਵਾਸਤੇ। ਤੁਹਾਡਾ ਬਹੁਤ ਬਹੁਤ ਥੈਂਕ ਯੂ ਆ। ਤੇ ਮੈਨੂੰ ਇਹਦੇ ਵਿੱਚ ਸਿਰਫ ਇੱਕ ਦ੍ਰਿੜਤਾ ਮਿਲੀ ਆ, ਗੁਣਾਂ ਦੀ ਦ੍ਰਿੜਤਾ ਮਿਲੀ ਆ। ਐਂਡ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਗੁਣ ਆਪਣੇ ਚ ਪੈਦਾ ਕਰ ਲਿਆ, ਪਰ ਜਿਹੜੀ ਮੈਨੂੰ ਆਪਣੇ ਆਪ ਚ ਹੁਣ ਕਮੀ ਦਿਸਣੀ ਸ਼ੁਰੂ ਹੋ ਗਈ ਆ, ਤੇ ਉਹਨੂੰ ਮੈਂ ਇੰਪਰੂਵ ਕਰਨਾ ਚਾਹੁੰਦੀ ਹਾਂ ਜੀ। ਤੁਹਾਡਾ ਥੈਂਕ ਯੂ ਬਹੁਤ ਬਹੁਤ। ਠੀਕ ਹੈ ਜੀ, ਥੈਂਕ ਯੂ। ਜਦੋਂ ਅਵੇਅਰਨੈਸ ਆਉਣ ਲੱਗ ਪਵੇ ਨਾ ਕਿਸੇ ਵਿਚਾਰ ਵਾਸਤੇ, ਉੱਥੋਂ ਤੁਸੀਂ ਜੇ ਕਿਸੇ ਫਰਜ਼ ਕੀਤਾ ਤੁਹਾਨੂੰ ਲੱਗਾ ਇਹ ਹੈ ਵੀ ਅਸੀਂ ਗਲਤ ਰਸਤੇ ਤੇ ਤੁਰੇ ਹੋ ਸਕੇ, ਤੁਹਾਨੂੰ ਘੱਟੋ ਘੱਟ ਤੁਹਾਡਾ ਸਟਾਪ ਲੱਗ ਜਾਊਗਾ ਤੇ ਤੁਸੀਂ ਡਾਇਰੈਕਸ਼ਨ ਬਦਲੋਗੇ ਟਾਈਮ ਟੂ ਟਾਈਮ। ਘੱਟੋ ਘੱਟ ਉਹ ਤੁਸੀਂ ਮੁੜ ਕੇ ਉਹੋ ਹੀ ਜਿੱਦਾਂ ਕਰਮ ਕਾਂਡ ਜਾਂ ਇੱਦਾਂ ਕਰਦੇ ਸੀਗੇ, ਉਹਨਾਂ ਨੂੰ ਘੱਟੋ ਘੱਟ ਰੁਕ ਗਿਆ। ਅਵੇਅਰਨੈਸ ਆ ਗਈ ਤੇ ਉਹਦੇ ਬਾਅਦ ਦੇ ਵਿੱਚ ਤੁਸੀਂ ਸਹੀ ਡਿਸੀਜਨ ਲਓਗੇ ਆਪਣੀ ਲਾਈਫ ਦੇ ਵਿੱਚ। ਠੀਕ ਹੈ ਜੀ, ਧੰਨਵਾਦ ਜੀ। ਤੇ ਮੋਣੀ ਜੀ, ਤੁਸੀਂ ਅਨਮਿਊਟ ਹੋ ਜਾਓ। ਸੌਰੀ, ਮੈਨੂੰ ਥੋੜਾ ਮਿਊਟ ਕਰਨਾ ਪਿਆ ਸੀਗਾ। ਤੁਸੀਂ ਅਨਮਿਊਟ ਹੋ ਜਾਓ ਪਹਿਲਾਂ, ਅਨਮਿਊਟ ਹੋ ਜਾਓ ਪਹਿਲਾਂ ਅਨਮਿਊਟ ਹੋ ਜਾਓ ਜੀ ਮੋਣੀ ਜੀ। ਗੁਰੂ ਫਤਿਹ ਜੀ ਸਾਰਿਆਂ ਨੂੰ। ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਿੱਧ ਗੋਸ਼ਟ ਤਾਂ ਮੈਂ ਬੜੀ ਵਾਰੀ ਪੜ੍ਹਦੀ ਸੀਗੀ,
ਪਰ ਮੈਨੂੰ ਸਮਝ ਸਾਰੀ ਨਹੀਂ ਸੀ ਆਉਂਦੀ, ਪਰ ਤੁਹਾਡੇ ਸਮਝਾਉਣ ਨਾਲ ਬੜੀ ਸਮਝ ਪਈ ਹੈ। ਤੇ ਮੈਨੂੰ ਇਹਦੇ ਚੋਂ ਲੱਗਦਾ ਹੈ ਕਿ ਜਿਹੜਾ ਮੇਨ ਆਈਡੀਆ ਹੈਗਾ ਉਹ ਤੁਸੀਂ ਹੁਕਮ ਨੂੰ ਮੰਨੋ, ਨਾਮ ਨੂੰ ਮੰਨੋ, ਜਿਹੜੇ ਗੁਣਾਂ ਦੇ ਧਾਰਨੀ ਹੋਵੋ ਤੇ ਉਸ ਆਪਣੇ ਆਪ ਨੂੰ ਉਸ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰੋ ਤੇ ਭਟਕਣਾ ਜਿਹੜੀ ਹੈ ਆਪਣੇ ਆਪ ਖਤਮ ਹੋ ਜਾਏਗੀ ਤੇ ਇਸੇ ਰਾਹ ਤੇ ਚੱਲਦਿਆਂ ਹੀ ਤੁਹਾਨੂੰ ਮੁਕਤੀ ਮਿਲ ਸਕਦੀ ਹੈ ਤੇ ਜ਼ਿੰਦਗੀ ਵਿੱਚ ਸਭ ਕੁਝ ਚੰਗਾ ਹੋ ਜਾਏਗਾ ਜੇ ਤੁਸੀਂ ਇਹਨਾਂ ਰਾਹਾਂ ਤੇ ਚਲੋ। ਕਈ ਵਾਰੀ ਹੁੰਦਾ ਹੈ ਕਿ ਤੁਸੀਂ ਭਟਕ ਜਾਂਦੇ ਹੋ, ਪਰ ਜੇ ਤੁਸੀਂ ਆਪਣੇ ਆਪ ਨੂੰ ਮੁੜ ਕੇ ਉਹਨਾਂ ਨੂੰ ਯਾਦ ਕਰੋ ਤਾਂ ਫਿਰ ਉਹ ਬੰਦਾ ਵਾਪਸ ਉਸ ਜਗ੍ਹਾ ਤੇ ਪਹੁੰਚ ਸਕਦਾ ਹੈ। ਇਹ ਮੇਰੀ ਖਿਆਲ ਹੈ ਜੀ। ਤੇ ਇਹੀ ਮੈਂ ਸਿੱਖਿਆ ਕਿ ਇਸ ਬਾਣੀ ਦਾ ਵਿਚਾਰ ਮੈਨੂੰ ਕਦੀ ਸਮਝ ਨਹੀਂ ਆਇਆ ਸੀ, ਪਰ ਹੁਣ ਤੁਹਾਡੇ ਸਮਝਾਉਣ ਨਾਲ ਬਹੁਤ ਅੱਛੀ ਤਰ੍ਹਾਂ ਸਮਝ ਆ ਗਿਆ। ਥੈਂਕ ਯੂ ਸੋ ਮਚ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਮੋਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਸਾਡੇ ਨਾਲ ਨੀਨਾ ਜੀ ਵੀ ਕੁਝ ਕਹਿਣਾ ਚਾਹੁੰਦੇ, ਉਹਦੇ ਬਾਅਦ ਚ ਆਪਾਂ ਗੁਰਮੁਖ ਸਿੰਘ ਤੁਹਾਡੇ ਕੋਲ ਆਉਂਦੇ। ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਸੀਗਾ ਕਿ ਵੀ ਅਸੀਂ ਧੰਨ ਹੋ ਗਏ ਹਾਂ ਗਿਆਨੀ ਜੀ ਤੋਂ ਇੰਨੀ ਸਾਰੀ ਸਿੱਖਿਆ ਸੁਣ ਕੇ। ਤੇ ਅਸਲ ਵਿੱਚ ਗੱਲ ਹੈਗੀ ਕਿ ਸਾਡੇ ਸਿੱਖ ਧਰਮ ਦੇ ਵਿੱਚ ਅਸੀਂ ਸਾਰੇ ਹੀ ਲੀਡਰ ਹੈਗੇ ਆ, ਸਾਰੇ ਦੇ ਸਾਰੇ ਜਿੰਨੇ ਸਿੱਖ ਹੈਗੇ ਨਾ, ਅਸੀਂ ਸਾਰੇ ਲੀਡਰ ਹੈਗੇ ਆ। ਅਸੀਂ ਕਿਸੇ ਨੂੰ ਫੋਲੋ ਨਹੀਂ ਕਰਦੇ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫੋਲੋ ਕਰਦੇ ਆ। ਬਾਕੀ ਜਿਹੜਾ ਗਰੁੱਪ ਹੁੰਦੇ ਆ, ਜਿਹੜੇ ਆਮ ਗਰੁੱਪ ਹੁੰਦੇ, ਉਹਦੇ ਵਿੱਚ ਕੋਈ ਕਿਸੇ ਦੇ ਸੁਣਨ ਨੂੰ ਤਿਆਰ ਨਹੀਂ ਹੈਗਾ। ਉਹ ਆਪਣੇ ਹਰ ਇੱਕ ਬੰਦਾ ਆਪਣੇ ਆਪ, ਅਸੀਂ ਹਉਮੈ ਨਹੀਂ ਛੱਡਦੀ। ਮੈਂ ਇਹ ਕਹਿਣ ਦਾ ਭਾਵ ਕਹਿ ਰਹੀ ਹਾਂ ਕਿ ਅਸੀਂ ਸਾਰਾ ਕੁਝ ਪੜ੍ਹ ਕੇ, ਇੰਨਾ ਕੁਝ ਪੜ੍ਹ ਕੇ, ਅਸੀਂ ਸਿੱਖ ਕੇ ਸੁਣ ਕੇ, ਜਿਹੜੀ ਹਉਮੈ ਹੈਗੀ ਨਾ ਸਾਡੇ ਵਿੱਚ, ਉਹ ਸਾਡੇ 'ਚ ਗਈ ਨਹੀਂ ਹੈ। ਤੇ ਅਸੀਂ ਪਹਿਲਾਂ ਆਪਣੀ ਹਉਮੈ ਕੱਢੀਏ, ਉਹਦੇ ਬਾਅਦ ਅਸੀਂ ਬੜੇ ਅੱਛੇ ਇਨਸਾਨ ਬਣ ਜਾਵਾਂਗੇ। ਮੈਂ ਤੇ ਇਹ ਕਹਿਣਾ ਚਾਹੁੰਦੀ ਹਾਂ। ਠੀਕ ਹੈ ਜੀ, ਠੀਕ ਹੈ ਨੈਨਾ ਜੀ, ਧੰਨਵਾਦ ਤੁਹਾਡਾ। ਤੇ ਹੋਰ ਵੀ ਕਿਸੇ ਨੇ ਕਰਨੀ ਹੈ ਗੱਲ ਤਾਂ ਤੁਸੀਂ ਪਲੀਜ਼ ਅਨਮਿਊਟ ਹੋ ਜਾਓ, ਕਿਉਂਕਿ ਅਜੇ ਸਾਡੇ ਕੋਲ ਹੈਗੇ 5-4 ਮਿੰਟ ਹੋਰ। ਜੇ ਕਿਸੇ ਨੇ ਗੱਲ ਕਰਨੀ ਹੋਊਗੀ ਤਾਂ ਤੁਸੀਂ ਅਨਮਿਊਟ। ਬਲਦੀਸ਼ ਕੌਰ ਜੀ, ਬਲਦੀਸ਼ ਕੌਰ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਗੁਰਬਚਨ ਸਿੰਘ, ਮੈਂ ਜਿਹੜੀ ਇਸ ਬਾਣੀ ਦੇ ਵਿੱਚੋਂ ਜੋ ਕੁਛ ਮੈਨੂੰ ਮਿਲਿਆ, ਮੈਂ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਉਹ ਮੈਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਪੜ੍ਹਦੀ ਸੀ ਤੇ ਮੈਂ ਉਹਦੇ ਵਿੱਚੋਂ ਆਪ ਲਾਰਨ ਕੀਤੀਆਂ ਸੀ। ਜਦੋਂ ਮਹਾਰਾਜ ਪੜ੍ਹਦੇ ਆ, ਮੈਂ ਪਹਿਲਾਂ ਇਸ ਚੀਜ਼ ਨੂੰ ਅਰਦਾਸ ਕਰਕੇ ਮੈਂ ਮਹਾਰਾਜ ਮੂਹਰੇ ਕਹਿੰਦੀ ਵੀ ਬਾਣੀ ਪੜ੍ਹਨ ਲੱਗੇ ਆ, ਸਾਨੂੰ ਸਮੱਤ ਬਖਸ਼ਿਓ, ਇਹਨਾਂ ਦੇ ਅਰਥ ਦੱਸਿਓ। ਇਸ ਕਰਕੇ ਮੈਂ ਪਹਿਲਾਂ ਵੀ ਇਹ ਪੜ੍ਹੀਆਂ 4-5 ਵਾਰੀ। ਪਰ ਗਿਆਨੀ ਜੀ ਉਹਨਾਂ ਨੇ ਜਿਹੜੀਆਂ ਗੱਲਾਂ ਦੱਸੀਆਂ, ਉਹਨਾਂ ਦੇ ਵਿੱਚ ਵੀ ਡਿਫਰੈਂਟ ਆ ਜਾਂਦੀਆਂ ਚੀਜ਼ਾਂ। ਉਹਨਾਂ ਨੇ ਹੁਣ ਜਿਹੜੇ ਜਿੱਦਾਂ ਆਪਾਂ ਕਈ ਚੀਜ਼ਾਂ ਦੇ ਗਲਤ ਕੁਐਸਚਨ ਹੁੰਦੇ ਆਪਣੇ, ਆਪਾਂ ਉੱਦਾਂ ਵੀ ਸਮੇਂ ਦੇ ਹਿਸਾਬ ਨਾਲ ਵੀ ਥੋੜ੍ਹੇ ਭਾਰਤ ਵਿੱਚ ਸਵਾਲ ਘੱਟ ਆਉਂਦੇ ਆ। ਕਈ ਵਾਰੀ ਪਿਛਲੇ ਹੋਰ ਤਰ੍ਹਾਂ ਦੇ ਹੁੰਦੇ ਸੀ, ਹੁਣ ਜਿੱਦਾਂ ਹੁਣ ਇੰਨੀ ਕਥਾ ਕੀਤੀ ਹੈ, ਇਹ 'ਚ ਹੁਣ ਹੋਰ ਤਰ੍ਹਾਂ ਆ ਗਏ ਆ। ਤੇ ਅਸੀਂ ਬਹੁਤ ਚੀਜ਼ਾਂ ਜਿਹੜੀਆਂ ਇਹਨਾਂ ਤੋਂ ਕੀਤੀਆਂ, ਇਹਨਾਂ ਦੇ ਕੁਐਸਚਨਾਂ ਦੇ ਵਿੱਚੋਂ ਮਿਲੀਆਂ, ਉਹਨਾਂ ਦੇ ਨਾਲ ਬੰਦੇ ਦਾ ਚੱਲ ਭੁਲੇਖਾ ਜਿਹੜਾ ਹੁੰਦਾ ਉਹ ਥੋੜ੍ਹਾ ਦੂਰ ਹੋ ਜਾਂਦਾ ਹੁੰਦਾ। ਇਸ ਕਰਕੇ ਚਲੋ ਬਹੁਤ ਸੋਹਣਾ ਹੀ ਨਹੀਂ ਕੀਤਾ, ਜਿੰਨਾ ਕੁ ਇਹਨਾਂ ਨੇ ਪੜ੍ਹਿਆ ਉਹ ਆਪਾਂ ਸਾਰਿਆਂ ਨੂੰ ਇਹਨਾਂ ਨੇ ਦਿੱਤਾ। ਇਹ ਸਾਰਿਆਂ ਤੋਂ ਵੱਡੀ ਗੱਲ ਆ। ਦੂਜਾ ਜਿਹੜਾ ਇਹ ਹੈ ਕਿ ਇਹ ਚੀਜ਼ ਕਹਿੰਦੇ ਆ ਵੀ ਤੁਸੀਂ ਬਾਣੀ ਆਪ ਪੜ੍ਹੋ, ਇਹ ਸਾਰਿਆਂ ਤੋਂ ਵੱਡੀ ਗੱਲ ਆ। ਬਾਣੀ ਆਪ ਪੜ੍ਹਨੀ ਚਾਹੀਦੀ ਆ। ਉਹਦੇ ਵਿੱਚੋਂ ਅੱਧੇ ਕੁਐਸਚਨ ਬੰਦਿਆਂ ਦੇ ਆਪ ਹੀ ਮੁੱਕ ਜਾਂਦੇ ਆ। ਜੇ ਤੁਸੀਂ ਬਾਣੀ ਨੂੰ ਪੜ੍ਹਦੇ ਆ ਖਿਆਲ ਦੇ ਨਾਲ, ਬਾਣੀ ਦੇ ਅਨੁਕੂਲ ਹੋ ਕੇ ਬਾਣੀ ਨੂੰ ਪੜ੍ਹਦੇ ਆ, ਤਾਂ ਉਹ ਅੱਧੇ ਕੁਐਸਚਨ ਉੱਦਾਂ ਹੀ ਮੁੱਕ ਜਾਂਦੇ ਆ ਬੰਦੇ ਦੇ। ਤੇ ਬਸ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਥੈਂਕ ਯੂ। ਇਹਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਕਰੇ, ਇਹ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ ਬਲਦੀਸ਼ ਕੌਰ ਜੀ, ਧੰਨਵਾਦ ਜੀ ਤੁਹਾਡਾ। ਆਪਣਾ ਟਾਈਮ ਦਿੱਤਾ ਤੁਸੀਂ, ਨਾਲੇ ਆਪਣੇ ਵਿਚਾਰ ਦਿੱਤੇ ਆ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਤੇ ਹਾਂਜੀ ਗੁਰਮੁਖ ਸਿੰਘ ਜੀ, ਹੁਣ ਤੁਹਾਡੇ ਕੋਲ ਆਉਂਦੇ ਆ। ਤੁਹਾਡੇ ਕੋਲ 20 ਮਿੰਟ ਹੈ ਜੀ, ਤੇ ਉਹਨਾਂ ਦੇ ਵਿੱਚ ਜਦੋਂ ਮਰਜ਼ੀ ਸਮਾਪਤੀ ਕਰ ਲਿਓ। ਥੈਂਕ ਯੂ ਜੀ, ਮੈਂ ਪੂਰੇ 20 ਲਾ ਦੇਣੇ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੇ ਦੇਖਿਓ, ਮੈਨੂੰ ਪੂਰਾ ਸਬੂਤ ਹੋ ਗਿਆ ਵੀ ਜਿੰਨੀ ਵੀ ਸੰਗਤ ਇਸ ਵੇਲੇ ਜੁੜੀ ਹੋਇਆ, ਮੈਂ ਉਹਨਾਂ ਸਾਰਿਆਂ ਨਾਲ ਪਿੱਛੇ ਹੀ ਹਾਂ। ਹਾਂਜੀ, ਤਾਂ ਫਿਰ ਮੈਂ ਕੁਐਸਚਨ ਪੁੱਛਣਾ ਹੈ ਜੀ ਗਿਆਨੀ ਜੀ ਉਹਨਾਂ ਨੂੰ। ਹਾਂਜੀ ਗਿਆਨੀ ਜੀ, ਮੇਰਾ ਕੁਐਸਚਨ ਇਹ ਹੈ ਜੀ ਵੀ ਜਿੱਦਾਂ ਆਪਣੇ ਤੁਸੀਂ 4 ਹਫ਼ਤੇ ਦੀ ਕਥਾ ਕੀਤੀ ਆ, ਤੇ ਜਿਹੜੇ ਆਪਣੇ ਸਿੱਧਾਂ ਨਾਲ ਆਪਣੇ ਵਿਚਾਰ ਹੁੰਦੇ ਆ,
ਤੇ ਖਾਸ ਕਰਕੇ ਜਿਹੜੀ ਆਪਣੇ ਜਿਹੜੀ ਕੱਲ ਬਾਣੀ ਤੁਸੀਂ ਬਾਣੀ ਦਾ ਕੱਲ ਕੀਤਾ ਸੀ ਆਪਣੇ ਐਕਸਪਲੇਨੇਸ਼ਨ, ਉਹਦੇ ਵਿੱਚ ਇੱਕ ਆਉਂਦਾ ਜੀ ਆਪਣੇ ਬਿਨ ਸਤਿਗੁਰ। ਹਾਂਜੀ, ਜਿਹੜਾ ਬਿਨ ਸਤਿਗੁਰ ਹੈ ਜੀ ਉਸ ਸਮੇਂ ਦੇ ਮੁਤਾਬਕ, ਹਾਂਜੀ, ਜਿੱਦਾਂ ਆਪਣੇ ਗੁਰੂਆਂ ਨੇ ਗੁਰੂ ਨਾਨਕ ਦੇਵ ਜੀ ਨੇ ਸਿੱਧ ਨਾਲ ਕੀਤੀ ਆ, ਜਿਹੜਾ ਬਿਨ ਸਤਿਗੁਰ ਆ ਉਹ ਜਿਹੜਾ ਸਤਿਗੁਰ ਆ ਉਹ ਕਿਹੜਾ ਸਤਿਗੁਰ ਹੈ ਜੀ, ਉਹਦੀ ਥੋੜੀ ਜਿਹੀ ਐਕਸਪਲੇਨੇਸ਼ਨ ਦਿਓ ਉਹ ਸਤਿਗੁਰ ਦੀ ਜੀ। ਸਤਿਗੁਰ ਸੱਚਾ ਗਿਆਨ ਹੈਗਾ ਜਿਹੜਾ ਹਰ ਵਕਤ ਸਮਾਇਆ ਹੋਇਆ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ ਸਭ ਮੇ ਰਹਿ ਸਮਾਏ। ਤੇ ਉਹ ਇੱਕ ਸੱਚਾ ਗਿਆਨ ਜਿਹੜਾ ਹਰ ਥਾਂ ਦੇ ਉੱਤੇ ਹਰ ਵਕਤ ਸਮਾਇਆ ਹੋਇਆ ਹੈ। ਹਾਂਜੀ ਵੀਰ ਜੀ। ਹਾਂਜੀ ਸੌਰੀ ਜੀ, ਮੈਂ ਹਾਂਜੀ ਚਲੋ, ਪਰ ਜਿਹੜੇ ਆਪਣੇ ਸਤਿਗੁਰ ਦੇ ਉਸ ਸਮੇਂ ਦੇ ਮੁਤਾਬਕ ਆਪਣੇ ਜਿਹੜੇ ਜਿਵੇਂ ਗੁਰਬਾਣੀ ਦੇ ਵਿੱਚ ਨਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ, ਤਾਂ ਅਸੀਂ ਜੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਿੱਛੇ ਚਲੇ ਜਾਂਦੇ ਆ ਜਾਂ ਹੋਰ ਪਿੱਛੇ ਚਲੇ ਜਾਓ, ਜਦੋਂ ਮਨੁੱਖ ਹੋਂਦ ਵਿੱਚ ਆਇਆ ਤਾਂ ਉਹ ਗਿਆਨ ਉਦੋਂ ਵੀ ਹੈ ਸੀ, ਤੇ ਉਸ ਗਿਆਨ ਦੀ ਵਰਤੋਂ ਕਰਦਿਆਂ ਹੀ ਅੱਗੇ ਬੰਦਾ ਵੱਧਦਾ ਚਲਾ ਗਿਆ। ਹਾਂਜੀ, ਪਰ ਜਿਹੜਾ ਗਿਆਨ ਹੈ ਜੀ, ਗਿਆਨ ਜਿੱਦਾਂ ਆਪਾਂ ਤੁਸੀਂ ਜਿੱਦਾਂ ਪਿੱਛੇ ਨੂੰ ਜੇ ਦੇਖੀਏ ਵੀ ਜਾਂ ਸਾਇੰਸ ਦੀ ਤਰੱਕੀ ਕਹਿ ਲਓ ਜਾਂ ਉੱਦਾਂ ਜਿਹੜਾ ਆਪਣੇ ਗਿਆਨ ਆ ਵੀ ਉਹ ਸਮੇਂ ਮੁਤਾਬਕ ਬਦਲਦਾ ਰਹਿੰਦਾ। ਹਾਂਜੀ, ਜਿੱਦਾਂ ਆਪਣੇ ਸਾਇੰਸ ਤਰੱਕੀ ਕਰਦਾ, ਤਾਂ ਫਿਰ ਮੈਂ ਇਹ 'ਚ ਪੂਰਾ ਸਮਝਿਆ ਨਹੀਂ ਵੀ ਜਿਹੜੇ ਤੁਸੀਂ ਆਪ ਐਕਸਪ੍ਰੈਸ਼ਨ ਦਿੱਤੀ ਆ। ਹਾਂਜੀ, ਵੀ ਜੇ ਆਪਣੇ ਸਤਿਗੁਰ ਜਿਹੜੇ ਲਫ਼ਜ਼ ਆਪਣੇ ਵਰਤਦੇ ਆ, ਹਾਂਜੀ, ਜੇ ਆਪਾਂ ਹੁਣ ਇਸ ਸਮੇਂ ਆਪਾਂ ਗੱਲ ਕਰੀਏ ਤੇ ਆਪਣੇ ਸਾਰਿਆਂ ਨੇ ਸੰਗਤ ਨੇ ਕਿਹਾ ਵੀ ਆਪਣਾ ਇਸ ਵੇਲੇ ਹੈਗਾ ਵੀ ਜਿਹੜਾ ਗਿਆਨ ਆ ਵੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਨੂੰ ਨਿਗਾਹ ਕਰਨੀ ਆ। ਹਾਂਜੀ, ਉੱਥੋਂ ਸਮਝ ਆਉਣੀ ਆ। ਹਾਂਜੀ ਹਾਂਜੀ, ਤਾਂ ਜਿਹੜੇ ਸਿੱਧਾਂ ਦੇ ਸਮੇਂ ਤੇ ਜਿਹੜੀ ਆਹ ਗੱਲ ਕੀਤੀ ਆ, ਤੇ ਮੈਂ ਹਜੇ ਵੀ ਸਮਝਿਆ ਨਹੀਂ ਵੀ ਉਹ ਆਪਣੇ ਸਿੱਧਾਂ ਨੂੰ ਜਿਹੜਾ ਹੈਗਾ ਵੀ ਬਿਨ ਸਤਿਗੁਰ ਕਈ ਗੱਲਾਂ ਆਉਣੀਆਂ ਵੀ ਉਹ ਸਿੱਧਾਂ ਨੂੰ ਕਿਹੜਾ ਡਾਇਰੈਕਸ਼ਨ ਦਿੰਦੇ ਸੀ ਜੀ। ਮਤਲਬ ਜਿਹੜਾ ਸੱਚਾ ਗਿਆਨ ਹੈ ਰਜਾ ਦੇ ਵਿੱਚ ਰਹਿਣਾ, ਵੀ ਜੇ ਅਸੀਂ ਰਜਾ ਦੇ ਵਿੱਚ ਤੁਰਦੇ ਹਾਂ, ਸਿਸਟਮ ਦੇ ਵਿੱਚ ਤੁਰਦੇ ਹਾਂ, ਤਾਂ ਹੀ ਅਸੀਂ ਸਹੀ ਜ਼ਿੰਦਗੀ ਜੀ ਸਕਦੇ ਹਾਂ। ਔਰ ਜਿਹੜਾ ਗਿਆਨ ਹੈ ਨਾ, ਗਿਆਨ ਨਹੀਂ ਬਦਲਦਾ। ਗਿਆਨ ਹਮੇਸ਼ਾ ਜਿਹੜਾ ਸੱਚਾ ਹੈ ਉਹ ਗਿਆਨ ਨਹੀਂ ਬਦਲਦਾ, ਸਿਚੁਏਸ਼ਨਸ ਬਦਲਦੀਆਂ ਨੇ। ਸਾਡੀਆਂ ਲੋੜਾਂ ਬੇਸਿਕ ਜਿਹੜੀਆਂ ਨੇ ਇੱਕੋ ਹੀ ਰਹਿੰਦੀਆਂ ਨੇ, ਉਹਨਾਂ ਦੇ ਰੂਪ ਚੇਂਜ ਹੁੰਦੇ ਜਾਂਦੇ ਨੇ। ਜਿਵੇਂ ਫਾਰ ਐਗਜ਼ਾਮਪਲ ਰੋਟੀ ਕੱਪੜਾ ਮਕਾਨ ਸਾਡੀ ਜ਼ਰੂਰਤ ਹੈ, ਤਾਂ ਇਹ ਜ਼ਰੂਰਤ ਪੱਥਰ ਯੁੱਗ ਦੇ ਵਿੱਚ ਵੀ ਹੈ ਸੀ ਕੁਝ ਖਾਣਾ, ਪਰ ਉਦੋਂ ਬੰਦਾ ਕੰਦ ਮੂਲ ਖਾਂਦਾ ਸੀ ਜਾਂ ਕੱਚਾ ਮਾਸ ਹੀ ਖਾ ਲੈਂਦਾ ਸੀ। ਉਦੋਂ ਵੀ ਇਹਦੀ ਲੋੜ ਸੀ ਸਰੀਰਕ, ਕਿਤੇ ਇਹਨੂੰ ਰੱਖਿਆ ਚਾਹੀਦੀ ਸੀ ਰੁੱਖਾਂ ਤੇ ਚੜ੍ਹ ਕੇ, ਗੁਫਾਵਾਂ ਦੇ ਵਿੱਚ ਵੜ ਕੇ। ਲੇਕਿਨ ਹੌਲੇ ਹੌਲੇ ਜਿਵੇਂ ਇਹਦਾ ਗਿਆਨ ਦੇ ਵਿੱਚ ਵਾਧਾ ਹੋਇਆ ਤਾਂ ਇਹਨੇ ਖਾਣਾ ਪੀਣਾ ਸ਼ੁਰੂ ਕੀਤਾ, ਤਾਂ ਫਿਰ ਹੌਲੇ ਹੌਲੇ ਕਣਕ ਵਗੈਰਾ ਬੀਜਣੀ ਸ਼ੁਰੂ, ਫਸਲ ਉਗਾਣੇ। ਅੱਜ ਪੀਜੇ ਬਰਗਰ ਵਗੈਰਾ ਹੋ ਗਏ, ਲੇਕਿਨ ਮੁੱਢਲੀ ਲੋੜ ਉਹੀ ਹੈ, ਭੁੱਖ। ਕੱਪੜੇ ਜਿਹੜੇ ਸਨ ਪਹਿਲਾਂ ਇਹ ਤਨ ਨੂੰ ਢੱਕਦਾ ਸੀ ਆਪਣੇ ਰੁੱਖਾਂ ਦਰਖਤਾਂ ਦੇ ਪੱਤਿਆਂ ਨਾਲ, ਫਿਰ ਹੌਲੇ ਹੌਲੇ ਅੱਗੇ ਵੱਧਦਾ। ਅੱਜ ਕੱਪੜੇ ਆ ਗਏ ਤਾਂ ਅੱਜ ਫੈਸ਼ਨੇਬਲ, ਲੇਕਿਨ ਮੁੱਢਲੀ ਲੋੜ ਤਨ ਢੱਕਣ ਦੀ ਹੈ ਹੀ ਹੈ। ਤੇ ਜਿਵੇਂ ਝੌਂਪੜੀਆਂ ਵਿੱਚ ਰਹਿੰਦਾ ਸੀ, ਲੇਕਿਨ ਅੱਜ ਮਤਲਬ ਇਹਨੇ ਮਕਾਨ ਵਗੈਰਾ ਬਣਾ ਲਏ, ਤਾਂ ਮੁੱਢਲੀ ਲੋੜ ਜਿਹੜੀ ਉਹ ਬੇਸਿਕ ਉਹ ਰਹਿੰਦੀਆਂ ਨੇ, ਉਹਨਾਂ ਦੇ ਰੂਪ ਬਦਲਦੇ ਰਹਿੰਦੇ ਨੇ। ਔਰ ਬੰਦਾ ਉਸ ਗਿਆਨ ਦੇ ਨਾਲ ਉਸ ਚੀਜ਼ ਦੇ ਨੂੰ ਨਾ ਡਿਵੈਲਪ ਕਰਦਾ ਰਹਿੰਦਾ ਹੈ। ਤੇ ਜਿਵੇਂ ਹੁਣ ਤੱਕ ਸਾਇੰਸ ਮਤਲਬ ਨੇ ਤਰੱਕੀ ਕੀਤੀ ਹੈ, ਤਾਂ ਇਹ ਇੱਥੇ ਰੁਕੇਗੀ ਨਹੀਂ, ਇਹ ਅੱਗੇ ਵੱਧਦੀ ਚਲੀ ਜਾਏਗੀ ਹੋਰ। ਤੇ ਉਹ ਗਿਆਨ ਜਿਹੜਾ ਵਿਆਪਕ ਹੀ ਹੈ, ਉਹਨੂੰ ਬੰਦੇ ਨੇ ਯੂਜ਼ ਕਰੀ ਜਾਣਾ ਹੈ। ਹਾਂਜੀ, ਸਾਡੀ ਜਦੋਂ ਤੁਸੀਂ ਕਿਹਾ ਵੀ ਜਿਹੜੀ ਸੱਚਾਈ ਹੈ, ਸੱਚਾਈ ਤਾਂ ਉਹੀ ਆ, ਪਰ ਜਿਹੜੀ ਸਾਡੀ ਅੰਡਰਸਟੈਂਡਿੰਗ, ਜਿਹੜੀ ਸਾਡੀ ਸਮਝ ਆ, ਉਹ ਬਦਲਦੀ ਰਹਿੰਦੀ ਆ ਸਮੇਂ ਮੁਤਾਬਕ। ਹਾਂਜੀ ਹਾਂ ਹਾਂਜੀ, ਠੀਕ ਹੈ ਜੀ, ਬਸ ਥੈਂਕ ਯੂ ਜੀ। ਮੈਂ ਸੌਰੀ ਮਿੱਤਰੋ ਜੀ, ਮੈਂ ਪੂਰਾ 20 ਮਿੰਟ ਤਾਂ ਨਹੀਂ ਕਰ ਸਕਿਆ। ਕੋਈ ਨਹੀਂ ਜੀ, ਤੁਸੀਂ ਤਾਂ 3 ਮਿੰਟ ਵੀ ਨਹੀਂ ਲਾਸਟ ਕੀਤੇ। ਨਹੀਂ ਕੋਈ ਗੱਲ ਨਹੀਂ ਜੀ, ਥੈਂਕ ਯੂ ਤੁਹਾਡਾ। ਨਹੀਂ, ਗੱਲ ਜਿਹੜਾ ਤੁਹਾਡਾ ਕੁਐਸਚਨ ਸੀਗਾ ਨਾ, ਇਹ ਬਹੁਤ ਇੰਪੋਰਟੈਂਟ ਆ, ਕਿਉਂਕਿ ਜਿਹੜਾ ਸਤਿਗੁਰ ਸਾਨੂੰ ਜਦ ਦੱਸਿਆ ਗਿਆ ਸੀਗਾ ਨਾ, ਉਹ ਕਿਸੇ ਕਈ ਵਾਰੀ ਦੇਹਧਾਰੀ ਦੇ ਨਾਲ ਵੀ ਦੱਸਿਆ ਗਿਆ ਸੀਗਾ। ਹੁਣ ਸਤਿਗੁਰੂ ਸਾਨੂੰ ਇਹ ਦੱਸਿਆ ਗਿਆ ਵੀ ਸਾਡਾ ਸਤਿਗੁਰੂ ਹੈਗਾ ਗੁਰੂ ਗ੍ਰੰਥ ਸਾਹਿਬ। ਠੀਕ ਹੈ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੀ ਆ, ਪਰ ਉਹਨੂੰ ਅਸੀਂ ਪੂਜਣਾ ਥੋੜ੍ਹਾ, ਉਹਨੂੰ ਸਮਝਣਾ ਆ। ਉਹਦੇ ਵਿੱਚ ਜਿੰਨੀ ਗੁਰਬਾਣੀ ਉਹਦੇ ਵਿੱਚ ਲਿਖੀ ਗਈ ਆ, ਉਹਨੂੰ ਜਦੋਂ ਅਸੀਂ ਪੜ੍ਹ ਕੇ ਰੱਟੇ ਲਾ ਕੇ ਇੱਦਾਂ ਕਰਦੇ ਹਾਂ, ਲੰਘ ਜਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਕਹਿੰਦੇ ਆਪੇ ਹੀ ਅਸਰ ਕਰੂਗੀ, ਪਰ ਉਹਨੂੰ ਬਿਨਾਂ ਸਮਝ ਦੇ ਅਸਰ ਨਹੀਂ ਹੋਣਾ। ਮੇਰਾ ਖਿਆਲ ਜਿਹੜਾ ਸਤਿਗੁਰੂ ਦਾ
ਇਹਦੇ ਦੋ ਹਿੱਸੇ ਬਣ ਜਾਂਦੇ, ਇੱਕ ਸੱਤ ਤੇ ਇੱਕ ਗੁਰ। ਹਾਂਜੀ, ਤੇ ਸੱਤ ਦਾ ਮਤਲਬ ਸੱਚ, ਮਤਲਬ ਜਿਹੜਾ ਗੁਰ ਹੈਗਾ ਗਿਆਨ, ਸੱਚਾ ਗਿਆਨ। ਜੇ ਸੱਚਾ ਗਿਆਨ ਕੀ ਹੈ ਜੀ? ਜਿੱਦਾਂ ਹੁਣ ਜਿਹੜੀ ਸਾਇੰਸ ਦੀ ਗੱਲ ਕਰਦੇ, ਉਹ ਤਾਂ ਜਿੱਦਾਂ ਆਪਣੇ ਮੋਹਰ ਸਿੰਘ ਜੀ ਨੇ ਵੀ ਕਿਹਾ ਨਾ, ਵੀ ਗਾਹਾਂ ਤੇ ਗਾਹਾਂ ਤਰੱਕੀ ਕਰੀ ਜਾਣੀ ਉਹਨਾਂ ਤੇ ਗਾਹਾਂ। ਉਹ ਹੋ ਸਕਦਾ ਕੋਈ ਝੂਠੀਆਂ ਚੀਜ਼ਾਂ ਹੋਣਗੀਆਂ, ਉਹਨਾਂ ਨੂੰ ਠੀਕ ਕਰਕੇ ਫਿਰ ਉਹਨਾਂ ਨੇ ਗਾਹਾਂ 'ਚ ਤਰੱਕੀ ਕਰਨੀ, ਉਹ ਉਹਨਾਂ ਦਾ ਸੈਪਰੇਟ ਕਹਿ ਲਓ, ਗਾਹਾਂ ਕਹਿ ਲਓ ਤਰੱਕੀ ਹੈਗੀ ਆ। ਪਰ ਜਿਹੜਾ ਸਤਿਗੁਰ ਦਾ ਕਹਿ ਲਓ ਸੱਚਾ ਗਿਆਨ ਦਾ ਮਤਲਬ ਇਹ ਹੈਗਾ, ਮੇਰਾ ਖਿਆਲ ਵੀ ਜਿੱਦਾਂ ਕੁਦਰਤ ਦੇ ਜਿਹੜੇ ਅਸੂਲ ਬਣੇ ਹੋ ਆ ਨਾ, ਉਹ ਗਿਆਨ ਸੱਚਾ ਆ। ਜੇ ਉਹਨਾਂ ਨੂੰ ਆਪਾਂ ਅਪਣਾ ਕੇ ਅੱਗੇ ਤੁਰੀ ਜਾਈਏ ਤਾਂ ਸਾਡੀ ਜਿਹੜੀ ਲਾਈਫ ਆ ਉਹ ਸੌਖੀ ਨਿਕਲ ਸਕਦੀ ਆ, ਉਹਦੇ ਨਾਲ ਅਸੀਂ ਹੋ ਕੇ ਚੱਲ ਸਕਦੇ ਆ। ਉਹ ਜੇ ਥੋੜਾ ਬਹੁਤਾ ਸਮਝ ਆਈਏ ਤਾਂ ਠੀਕ ਆ। ਪਰ ਜਿਹੜਾ ਸਾਨੂੰ ਸਮਝਾਇਆ ਗਿਆ ਸੋ ਉਹ ਡਿਫਰੈਂਟ ਸੀਗਾ, ਉਹਦੇ ਤੇ ਚੱਲ ਕੇ ਸਾਨੂੰ ਕੋਈ ਕਨਫਿਊਜ਼ਨ ਹੀ ਹੋਈ ਆ, ਨਾ ਕਿ ਸਾਨੂੰ ਕੋਈ ਤਸੱਲੀ ਹੋਈ ਹੈ। ਇਸ ਕਰਕੇ ਸਤਿਗੁਰ ਦਾ ਮੇਰਾ ਖਿਆਲ ਦਾ ਮਤਲਬ ਹੈਗਾ ਵੀ ਸੱਚਾ ਗਿਆਨ, ਉਹ ਗਿਆਨ ਜਿਹੜਾ ਕੁਦਰਤ ਦਾ ਗਿਆਨ ਆ। ਬਾਕੀ ਜਿਹੜੀ ਸਾਇੰਸ ਵੀ ਆ ਉਹ ਵੀ ਕੁਦਰਤ ਦੇ ਵਿੱਚ ਹੀ, ਜੇ ਤਾਂ ਹੁਕਮ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ ਵਾਲੀ ਗੱਲ ਹੀ ਆ ਜੀ। ਸਾਇੰਸ ਵੀ ਤਾਂ ਕੁਦਰਤ ਦੇ ਵਿੱਚ ਹੀ ਚੱਲ ਰਹੀ ਆ। ਉਹਦੇ ਵਿੱਚ ਜਿਹੜੀਆਂ ਡਿਵੈਲਪਮੈਂਟ ਉਹਨਾਂ ਦੀਆਂ ਹੋ ਰਹੀਆਂ, ਨਵੀਂ ਕਾਢ ਨਿਕਲ ਰਹੀ ਆ, ਉਹ ਵੀ ਤਾਂ ਕੁਦਰਤ ਦੇ ਵਿੱਚ ਰਹਿ ਕੇ ਕਰ ਰਹੇ ਆ ਨਾ। ਕੁਦਰਤ ਦਾ ਗਿਆਨ ਮੇਨ ਆ, ਉਹ ਸੱਚਾ ਗਿਆਨ ਆ। ਉਹਨੂੰ ਜਿਹਨੇ ਸਮਝ ਲਿਆ, ਉਹ ਆਪਣੀਆਂ ਲਾਈਫ ਦੇ ਵਿੱਚ ਤਰੱਕੀਆਂ ਵੀ ਕਰਦਾ ਰਹਿ ਗਿਆ ਤੇ ਸੈਟਿਸਫਾਈ ਵੀ ਹੁੰਦਾ ਰਿਹਾ। ਮੇਰਾ ਇਦਾਂ ਥਿੰਕਿੰਗ ਹੈ। ਠੀਕ ਹੈ, ਥੈਂਕ ਯੂ ਜੀ। ਪਰ ਇਹ ਜਿੱਦਾਂ ਆਪਾਂ ਗੱਲ ਕੀਤੀ ਆ ਵੀ ਜਿਹੜੀ ਆਪਣੀ ਸਮਝ ਆ, ਹਾਂਜੀ, ਜਿੱਦਾਂ ਆਪਾਂ ਨੂੰ ਪਤਾ ਵੀ 607 ਸਾਲ ਪਹਿਲਾਂ ਸਾਰਿਆਂ ਨੂੰ ਸਮਝ ਇਹੀ ਸੀ। ਪਰ ਜਿੱਦਾਂ ਸਾਇੰਸ ਨੇ ਤਰੱਕੀ ਕੀਤੀ ਆ, ਜਿੱਦਾਂ ਆਪਣੀ ਸਮਝ ਬਦਲੀ ਆ ਵੀ ਧਰਤੀ ਗੋਲ ਆ, ਤਾਂ ਉਹ ਸਮੇਂ ਦੇ ਮੁਤਾਬਕ ਆਪਣੀ ਸੋਚ ਵੀ ਬਦਲਦੀ ਆ। ਹਾਂਜੀ, ਤਾਂ ਪਰ ਤੁਹਾਡਾ ਮੋਹਰ ਸਿੰਘ ਦਾ ਵੀ, ਤੁਹਾਡਾ ਵੀ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਮੈਂ ਗੱਲ ਕੀਤੀ, ਉਹਦਾ ਆਨਸਰ ਆ ਗਿਆ ਜੀ। ਥੈਂਕ ਯੂ ਜੀ। ਠੀਕ ਹੈ ਜੀ, ਠੀਕ ਹੈ। ਹੋ ਸਕਦਾ ਇਹ ਫਾਈਨਲ ਆਨਸਰ ਨਹੀਂ ਜੀ ਹੈਗੇ ਸਾਡੇ, ਜਿੱਦਾਂ ਗਿਆਨੀ ਜੀ ਵੀ ਕਹਿੰਦੇ ਹੁੰਦੇ ਆ, ਫਾਈਨਲ ਡਿਸਕਸ਼ਨ ਹੀ ਆ। ਉਹਦੇ ਵਿੱਚ ਜਿੱਦਾਂ ਕਿੱਦਾਂ ਨੂੰ ਕਿਸੇ ਨੂੰ ਮਹਿਸੂਸ ਹੁੰਦਾ ਆ, ਉਸ ਹਿਸਾਬ ਨਾਲ ਆਪਾਂ ਸੋਚਦੇ ਆ, ਉਸ ਹਿਸਾਬ ਨਾਲ ਆਪਾਂ ਗੱਲ ਕਰਦੇ ਆ। ਪਰ ਜਿਹੜੀ ਸਾਨੂੰ ਸੋਚ ਦਿੱਤੀ ਗਈ ਸੀ, ਉਹ ਥੋੜੀ ਜਿਹੀ ਨਾ ਮਤਲਬ ਰਿਜੈਕਟ ਹੋ ਰਹੀ ਆ। ਉਹਦੇ ਵਿੱਚੋਂ ਸਤਿਗੁਰੂ ਦਾ ਮਤਲਬ ਅੱਗੇ ਕਹਿੰਦੇ ਸੀ ਵੀ ਜਿਹੜਾ ਗੁਰੂ ਗਿਆਨ ਦਿੰਦਾ ਉਹੀ ਤੁਹਾਡਾ ਸਤਿਗੁਰੂ ਆ। ਹਾਂ, ਹੈ ਤਾਂ ਇਦਾਂ ਹੀ, ਪਰ ਉਹ ਦੇਹਧਾਰੀ ਨਹੀਂ ਹੈਗਾ। ਨਾ ਸਾਡਾ ਇਦਾਂ ਵੀ ਹੈਗਾ ਵੀ ਤੁਸੀਂ ਇਕੱਲੇ ਪੂਜਾ ਹੀ ਕਰੀ ਚਲੋ। ਉਹਦੇ ਵਿੱਚ ਗਿਆਨ ਲੈਣਾ ਆ, ਗਿਆਨ ਲੈ ਕੇ ਤਾਂ ਤੁਸੀਂ ਆਪਣੀ ਲਾਈਫ ਨੂੰ ਅਪਲਾਈ ਕਰਕੇ ਤਾਂ ਉਹਨੂੰ ਸਿੱਧਾ ਕਰਨਾ। ਜਿਹਨੂੰ ਸਮਝ ਆਈ ਜਾਣੀ ਆ, ਉਹਨੇ ਉਸ ਹਿਸਾਬ ਨਾਲ ਉਹਦੇ ਨਾਲ ਆਪਣੀ ਲਾਈਫ ਨੂੰ ਬੈਟਰ ਕਰਨਾ। ਸਾਡੇ ਨਾਲ ਜਗਜੀਤ ਕੌਰ ਭੈਣ, ਉਹ ਵੀ ਅਨਮਿਊਟ ਹੋਏ ਆ, ਤਾਂ ਅਵਤਾਰ ਸਿੰਘ ਵੀ ਆ, ਤੇ ਆਪਣੇ ਹੋਰ ਵੀ ਹੈਗੇ ਸਾਡੇ ਨਾਲ। ਤੇ ਆਪਾਂ ਆਉਣੇ ਤੁਹਾਡੇ ਸਾਰਿਆਂ ਕੋਲ ਆਉਣੇ ਆ ਜੀ। ਜਗਜੀਤ ਕੌਰ ਜੀ, ਤੁਸੀਂ ਆਓ ਪਹਿਲਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਨੂੰ ਮੇਰੇ ਹਿਸਾਬ ਨਾਲ ਸਤਿਗੁਰੂ ਜਿਹੜੇ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜਦੋਂ ਕਿਸੇ ਵੀ ਗੁਰੂ ਦੀ ਬਾਣੀ ਆਉਂਦੀ ਹੈ, ਉਹ ਸਤਿਗੁਰੂ ਜਦੋਂ ਲਿਖਦੇ ਨੇ, ਉਹ ਆਪਣੇ ਤੋਂ ਉੱਪਰ ਵਾਲੇ ਗੁਰੂ ਦੇ ਬਾਰੇ ਵਾਸਤੇ ਲਿਖਦੇ ਨੇ। ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਕੁਝ ਸ਼ਬਦ ਵਿੱਚ ਲਿਖਿਆ ਸਤਿਗੁਰ ਮੇਰਾ, ਤੇ ਉਹ ਹੀ ਇਜ਼ ਰੈਫਰਿੰਗ ਟੂ ਗੁਰੂ ਆਪਣੇ ਤੋਂ ਉੱਪਰ ਗੁਰੂ ਅਮਰਦਾਸ ਜੀ ਨੂੰ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਵਾਸਤੇ ਯੂਜ਼ ਕਰਦੇ ਨੇ, ਉਹਨਾਂ ਨੂੰ ਸਤਿਗੁਰੂ ਮੰਨਦੇ ਨੇ, ਆਪ ਨੂੰ ਗੁਰੂ, ਮਤਲਬ ਅਸੀਂ ਮੰਨਦੇ ਹਾਂ ਉਹਨਾਂ ਨੂੰ ਗੁਰੂ। ਉਹਨਾਂ ਦਾ ਇਸ ਸੈਂਸ ਵਿੱਚ ਉਹਨਾਂ ਨੇ ਆਪਣੇ ਆਪ ਤੋਂ ਜਿਹੜੇ ਪਹਿਲੇ ਵਾਲੇ ਗੁਰੂ ਨੂੰ, ਉਹਨਾਂ ਨੂੰ ਸਤਿਗੁਰੂ ਕਿਹਾ। ਜਿਸ ਤਰ੍ਹਾਂ ਸਕੂਲਾਂ 'ਚ ਅਸੀਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਨਾ, ਕਿ ਵੀ ਇਹ ਪ੍ਰਿੰਸੀਪਲ ਹੈ ਤੇ ਇਹ ਟੀਚਰ ਹੈਗਾ। ਹਾਂਜੀ, ਇੱਕ ਉਹਦਾ ਉੱਪਰ ਮਤਲਬ। ਹਾਂਜੀ, ਠੀਕ ਹੈ ਤੁਹਾਡੀ ਗੱਲ। ਪਰ ਉਹ ਜਿੱਦਾਂ ਫਿਰ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਉਹਨਾਂ ਨੇ ਕਿਹਨਾਂ ਨੂੰ ਰੈਫਰ ਕੀਤਾ ਹੋਊ ਜੀ? ਉਹਨਾਂ ਨੇ ਅਕਾਲ ਪੁਰਖ ਨੂੰ, ਜਿਹੜਾ ਨਹੀਂ ਦਿਖਦਾ। ਹਾਂਜੀ, ਉਹ ਕਹਿੰਦੇ ਧੁਰੋਂ ਬਾਣੀ ਆਈ ਹੈ, ਉਸ ਧੁਰ ਨੂੰ ਉਹਨਾਂ ਨੇ ਸਤਿਗੁਰੂ ਕਿਹਾ। ਫਿਰ ਠੀਕ ਹੈ ਜੀ, ਚਲੋ ਜਿੱਦਾਂ ਆਪਾਂ ਨੂੰ ਸਮਝ ਆਉਂਦੀ ਉਦਾਂ ਤਾਂ ਠੀਕ ਹੈ। ਧੰਨਵਾਦ ਜੀ ਤੁਹਾਡਾ। ਤੇ ਅਵਤਾਰ ਸਿੰਘ ਜੀ, ਤੁਸੀਂ ਵੀ ਅਨਮਿਊਟ ਹੋਏ ਆ। ਗੁਰਦੁਆਰਾ ਸਾਹਿਬ 'ਚ ਹੁਣ ਵੀ ਕਿਸੇ ਵੇਲੇ ਗਿਆਨੀ ਸਿੰਘ ਕਥਾ ਕਰ ਦਿੰਦੇ ਆ ਕਿਸੇ ਨਾ ਕਿਸੇ ਲਾਈਨ ਦੀ, ਪਰ ਉਹ ਕੋਈ ਨਾ ਕੋਈ ਸਾਖੀ ਨਾਲ ਜੋੜ ਲੈਂਦੇ ਆ, ਚਾਹੇ ਉਹ ਅਸਲੀ ਅਰਥ ਉਹ ਦੂਜੇ ਪਾਸੇ ਨੂੰ ਚੱਲ ਜਾਂਦਾ, ਅਸਲੀਅਤ ਤੇ ਨਹੀਂ ਹੋ ਰਹਿੰਦੇ। ਠੀਕ ਹੈ ਜੀ, ਠੀਕ ਹੈ ਤੁਹਾਡੀ ਗੱਲ। ਤੇ ਕੁਲਦੀਪ ਕੌਰ ਜੀ? ਮੈਂ ਇਹ ਕਹਿੰਦੀ ਆ ਕਿ ਸੱਤ ਦਾ ਮਤਲਬ ਜਿਹੜਾ ਹੋਂਦ ਵਿੱਚ ਹੈਗਾ, ਸੱਤ ਦਾ ਮਤਲਬ ਸੱਚ ਵੀ ਹੈ ਤੇ ਹੋਂਦ ਵਿੱਚ ਵੀ ਹੈ, ਜਿਹਨੂੰ ਅਸੀਂ ਦੇਖ ਨਹੀਂ ਸਕਦੇ, ਉਹਦੀ ਗੱਲ ਕਰਦੇ ਸਤਿਗੁਰੂ। ਗੁਰੂ ਗਿਆਨ ਲੈ ਲਓ, ਗੂ ਮੀਨ ਹਨੇਰਾ ਤੇ ਰੂ ਮੀਨ ਗਿਆਨ। ਉਹ ਹੋਂਦ ਦੇ ਵਿੱਚ ਜਿਹੜਾ ਹੈਗਾ ਆ, ਉਹਦੇ ਤੋਂ ਸਾਨੂੰ ਗਿਆਨ ਜਿਹ ਤੋਂ ਮਿਲਦਾ, ਜਾਂ ਜਿਹਨੂੰ ਅਸੀਂ ਕਹਿੰਦੇ ਕਿ ਸਾਡੇ ਵਿੱਚ ਹੈਗਾ
ਹੋਂਦ ਵਾਲਾ, ਮੈਨੂੰ ਏਦਾਂ ਸਮਝ ਆਉਂਦੀ ਆ। ਠੀਕ ਹੈ ਜੀ, ਧੰਨਵਾਦ। ਤੇ ਸਾਡੇ ਨਾਲ ਹਰਭਜਨ ਕੌਰ ਅਨਮਿਊਟ ਹੋਏ ਸੀਗੇ, ਤੁਸੀਂ ਗੱਲ ਕਰਨੀ ਤਾਂ ਅਨਮਿਊਟ ਹੋ ਜਾਓ ਜੀ ਤੁਸੀਂ। ਮੈਂ ਅਨਮਿਊਟ ਹੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਮੇਰੇ ਭੈਣਾਂ ਭਰਾਵਾਂ ਨੂੰ ਜਿਹੜੇ ਮੇਰੇ ਤੋਂ ਸਾਰੇ ਜਾਣੀ ਕਿ ਵੀ ਮੈਂ ਬਿਲਕੁਲ ਐਨ ਜ਼ੀਰੋ ਤੇ ਆ, ਹਨਾ। ਪਰ ਮੈਨੂੰ ਜਿੱਦਾਂ ਨਾ ਆਪਣੀ ਨੀਨਾ ਭੈਣ ਜੀ ਕਹਿੰਦੇ ਆ ਹੋਮੇ, ਮੈਂ ਜਦ ਦੀ 5-6 ਸਾਲ ਹੋ ਗਏ, 7 ਸਾਲ ਹੋ ਗਏ ਨਾ ਮੈਨੂੰ, ਤੇ ਜਦ ਮੈਨੂੰ ਕੁਛ ਦਿਸਦਾ ਹੈ, ਮੈਂ ਸਿਰਫ ਮੈਨੂੰ ਪਿਆਰ ਦਿਸਦਾ ਹਰੇਕ ਦੇ ਵਿੱਚ। ਜੇ ਤੁਸੀਂ ਬੈਠੇ ਆ ਨਾ, ਤੁਹਾਡੇ ਚ ਵੀ ਮੈਨੂੰ ਪਿਆਰ ਹੀ ਦਿਸਦਾ, ਹੋਰ ਕੋਈ ਗੱਲ ਕਰਦਾ ਪਿਆਰ ਹੀ ਦਿਸਦਾ। ਮੈਂ ਪ੍ਰੇਮ ਨਾਲ ਹੀ ਬੋਲਦੀ ਹਾਂ, ਪ੍ਰੇਮ ਨਾਲ ਹੀ ਕਰਦੀ ਹਾਂ, ਚਾਹੇ ਉਹ ਛੋਟਾ ਬੰਦਾ ਆ ਚਾਹੇ ਉਹ ਵੱਡਾ ਬੰਦਾ ਆ। ਮੇਰੇ ਘਰ ਵਾਲੇ ਦਾ ਸੁਭਾਅ ਥੋੜਾ ਜਿਹਾ ਹੈਗਾ ਆ ਅੜਬ ਜਿਹਾ, ਉਹ ਜਦ ਕੁਛ ਕਹਿੰਦੇ ਵੀ ਆ ਨਾ, ਮੈਨੂੰ ਮੋਰੇ ਨਾ ਗੁੱਸਾ ਨਹੀਂ ਆਉਂਦਾ ਹੈਗਾ। ਮੈਂ ਉਦਾਂ ਹੀ ਬਸ ਥੈਂਕ ਯੂ ਵੈਰੀ ਮੱਚ ਕਰਕੇ ਆਪਾਂ ਬਸ ਆਪਣੇ ਪ੍ਰਮਾਤਮਾ ਦੇ ਨਾਲ ਹਰ ਵੇਲੇ ਮੂਲ ਮੰਤਰ ਕਰਦੇ ਆ, ਹਰ ਵੇਲੇ ਵਾਹਿਗੁਰੂ ਜੀ ਕਰਦੇ ਆ ਬਸ। ਤਾਂ ਜੇ ਗੁਰੂ ਘਰ ਜਾਣਾ ਚਾਅ ਦੇ ਨਾਲ ਜਾਣਾ, ਜੇ ਕਿਸੇ ਨੂੰ ਮਿਲਣਾ ਆ ਬੜੇ ਪਿਆਰ ਦੇ ਨਾਲ ਮਿਲਣਾ ਬਸ। ਮੈਂ ਤਾਂ ਜਦ ਵੀ ਮੈਂ ਬਾਣੀ ਸੁਣਦੀ ਹਾਂ ਸਿਰਫ ਪ੍ਰੇਮ ਦੀ ਗੱਲ ਸਮਝਾਉਂਦੀ ਆ, ਪ੍ਰੇਮ, ਸੰਤੋਖ ਤੇ ਈਗੋ ਮਸਟ ਲੀਵ ਯੂ। ਐਂਡ ਜੇ ਹੁਣ ਤੋਂ ਵੀ ਆਪਾਂ ਨਹੀਂ ਨਾ ਈਗੋ ਛੱਡਦੇ ਹੈਗੇ, then we're not, ਤੇ ਆਪਾਂ ਹੈ ਹੀ ਨਹੀਂ, ਕਿਤੇ ਪਹੁੰਚੇ ਨਹੀਂ ਹਜੇ, ਹਨਾ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ, ਬਹੁਤ ਵਧੀਆ ਹੈਗੇ ਵਿਚਾਰ ਜੀ। ਦੇਖੋ ਇਹ ਚੀਜ਼ਾਂ ਹੈ ਜਿਹੜੀਆਂ ਜਿੱਦਾਂ ਗਿਆਨੀ ਜੀ ਦਾ ਮੈਂ ਧੰਨਵਾਦ ਕਰਨੀ ਚਾਹੀਦੀ ਆ, ਗਿਆਨੀ ਦੀਆਂ ਗੱਲਾਂ ਮੈਂ ਲਾਗੂ ਕਰਦੀ ਆ। ਪਰ ਜਦ ਮੈਂ ਕੋਈ ਚੰਗਾ ਲੱਗਦਾ, ਜਦ ਇਹਨਾਂ ਦੀ ਮੈਨੂੰ ਗੱਲ ਬਹੁਤ ਚੰਗੀ ਲੱਗੀ ਵੀ ਜਿਹੜਾ ਤੁਸੀਂ ਕੋਈ ਕੰਮ ਕਰਦੇ ਆ ਨਹੀਂ ਤੁਹਾਡੀ ਪਸੰਦ ਹੈਗਾ, ਤੁਸੀਂ ਉਹਨੂੰ ਹੌਬੀ ਸਮਝ ਲਓ। ਹੁਣ ਜੇ ਮੈਂ ਘਰ ਦਾ ਕੰਮ ਵੀ ਕਰਨਾ ਹੁੰਦਾ, ਜੇ ਰੋਟੀਆਂ ਪਕਾਉਣੀਆਂ ਹੁੰਦੀਆਂ, ਮੈਂ ਕਹਿੰਦੀ ਹੌਬੀ ਆ ਮੇਰੀ, ਹਨਾ, ਇੰਜੋਏ ਕਰ ਲਓ, ਹਨਾ। So I remember things like that, ਹਨਾ। You with us? You listening to me? Yeah. ਠੀਕ ਹੈ ਜੀ, ਨਹੀਂ ਠੀਕ ਹੈ ਜੀ, ਬਿਲਕੁਲ। We're all listening. ਹਾਂਜੀ, are you with me where I'm coming from, Nina ji? Hana? I don't, you're all very intelligent. I don't see myself, I see myself very humble, and I see nature so beautiful, absolutely beautiful. Every day ਨਿਆਣੇ ਮੇਰਾ ਬਰਥਡੇ ਪਿਛਲੀ ਵੀਕ ਹੋਇਆ ਸੀ, ਮੈਂ ਤੁਹਾਨੂੰ ਸੱਚ ਕਹਿਣਾ ਸੀ, ਮੈਂ ਉਦੋਂ ਜੋਇਨ ਨਹੀਂ ਕਰ ਸਕੀ ਹੈਗੀ, ਤਾਂ ਨਿਆਣੇ ਜਿੱਦਾਂ ਹੈਪੀ ਬਰਥਡੇ। ਮੈਂ ਆਪਣੀ ਨੂੰਹ ਮੇਰੀ ਛੋਟੀ, ਉਹ ਲੰਡਨ ਰਹਿੰਦੀ ਆ, ਮੈਂ ਕਿਹਾ ਨਮ੍ਰਿਤਾ ਜਦ ਅਸੀਂ ਇਸ ਸਟੇਜ ਤੇ ਪਹੁੰਚ ਜਾਂਦੇ, ਸਾਡਾ ਰੋਜ਼ ਹੀ ਬਰਥਡੇ ਆ, every day is Christmas, every day is birthday। ਜਦ ਅਸੀਂ ਇਸ ਬੈੱਡ ਤੋਂ ਉਤਰਦੇ ਹਾਂ, ਜਦ ਸਾਨੂੰ ਦਿਹਾੜੀ ਹੋਰ ਮਿਲ ਗਈ ਹੈ ਇਸ ਜੱਗ ਦੇ ਉੱਪਰ, ਬਸ that's the thinking I have। ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ। ਨਾਲੇ ਤੁਹਾਨੂੰ ਬਲੇਟਡ ਬਰਥਡੇ, ਨਾਲੇ ਅੱਜ ਦਾ ਜਿਹੜਾ ਬਰਥਡੇ ਆ, ਕਿ ਕੱਲ ਨੂੰ ਫੇਰ ਕਹਿ ਦਿਆਂਗੇ ਤੁਹਾਨੂੰ ਬਰਥਡੇ, ਆਪਾਂ ਬਰਥਡੇ ਤੁਹਾਡੇ ਰੋਜ਼ ਹੀ ਮਨਾ ਦੇਣੇ। Thank you very much, it was last Wednesday ਲਾਸਟ ਵੈਨਸਡੇ ਵਾਲੇ ਤਾਂ ਬਲੇਟਡ ਹੋ ਗਿਆ ਜੀ ਦਾ ਬਹੁਤ ਧੰਨਵਾਦ ਮੈਂ ਕਰਦੀ ਹਾਂ। ਗਿਆਨੀ ਜੀ ਜਦ ਮੈਂ ਕੋਈ ਗੱਲ ਮੇਰੇ ਹੁੰਦੀ, ਮੈਂ ਨਹੀਂ ਮੇਰੇ ਚਿੱਤ ਕਰਦਾ ਕਰਨ ਨੂੰ, ਮੈਂ ਹੁਣ ਥੋੜੇ ਰਹਿਣ ਦਿੰਦੀ, ਫਿਰ ਮੈਂ ਕਿਹਾ ਨਹੀਂ, ਗਿਆਨੀ ਜੀ ਨੇ ਕਿਹਾ ਸੀਗਾ ਵੀ ਆਪਣੀ ਹੌਬੀ ਕਰ ਲਓ, ਹੌਬੀ ਕਰਕੇ you'll enjoy it, so I enjoy it। ਮੈਂ enjoy ਕਰਦੀ ਹਾਂ every day, every second। thank you very much ਗਿਆਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਨੀਨਾ ਜੀ ਤੁਸੀਂ ਵੀ ਅਨਮਿਊਟ ਹੋਏ ਮੁੜ ਕੇ ਸ਼ਾਇਦ। ਹਾਂਜੀ, ਨਹੀਂ ਮੈਂ ਤੇ ਉਹਨਾਂ ਨੂੰ ਕਹਿਣ ਲੱਗੀ ਸੀਗੀ ਕਿ ਯੂ ਆਰ ਸੋ ਹਗੇਬਲ। ਮੈਂ ਉਹਨਾਂ ਨੂੰ ਮੈਸੇਜ ਭੇਜ ਰਹੀ ਸੀ। ਤੁਸੀਂ ਇੱਥੋਂ ਬੈਠੇ ਹਗੇਬਲ ਕਰੋ, ਇੱਕ ਦੂਜੇ ਨਾਲ ਹੱਗ ਕਰ ਲਓ ਜੀ। ਮੇਰੀ ਭੈਣ ਜੀ ਨੂੰ ਨੀਨਾ ਜੀ ਤੁਸੀਂ ਸਾਰੀਆਂ ਭੈਣਾਂ, ਮੈਂ ਤਾਂ ਤੁਹਾਡੇ ਤੋਂ ਬਹੁਤ ਮਗਰੋਂ ਜੋਇਨ ਕੀਤਾ, ਪਰ ਮੈਂ ਜਿੱਦਾਂ ਵੀ ਕੀਤਾ, ਜਦ ਤੁਹਾਡੇ ਮੈਂ ਸਾਰੇ ਦੇਖਦੀ ਆ, I love you guys, every single one। thank you very much। so do I thank you। ਠੀਕ ਹੈ ਜੀ, ਬਹੁਤ ਧੰਨਵਾਦ ਜੀ ਸਾਰਿਆਂ ਦਾ। ਇੱਥੇ ਮੇਰਾ ਖਿਆਲ ਆਪਾਂ ਸਮਾਪਤੀ ਕਰ ਦਿੰਦੇ ਆ ਜੀ। ਯਾਨੀ ਜੀ ਤੁਸੀਂ ਰੈਪ ਅਪ ਕਰ ਦਿਓ ਜੀ। ਹਾਂਜੀ, ਕੱਲ ਦਾ ਪ੍ਰੋਗਰਾਮ ਦੱਸ ਦੋ ਕੀ ਹੈ? ਕੱਲ ਦਾ ਪ੍ਰੋਗਰਾਮ ਦੱਸ ਦਿੰਦੇ। ਹੋਰ ਤੁਸੀਂ ਇਹਦੇ ਬਾਰੇ ਕੋਈ ਗੱਲ ਕਰਨੀ ਤਾਂ ਤੁਸੀਂ ਦੱਸ ਦਿਓ ਜੀ। ਅੱਜ ਦੀ ਜਿਹੜੀ ਗੱਲਬਾਤ ਹੋਈ ਹੈ, ਤੁਸੀਂ ਕੋਈ ਆਪਣਾ ਕੋਈ ਕਮੈਂਟ ਦੇਣਾ ਤਾਂ ਜੀ? ਆਪਣੇ ਬਸ ਬਹੁਤ ਵਧੀਆ, ਸਾਰੇ ਵੀਰਾਂ ਭੈਣਾਂ ਦੇ ਵਿਚਾਰ ਵਧੀਆ ਸੀ। ਔਰ ਜੇ ਤੁਸੀਂ ਸਮਝਦੇ ਹੋ ਜਿੰਨਾ ਵੀ ਨੇ ਕੁਝ ਨਵਾਂ ਸਿੱਖਿਆ ਤਾਂ ਬੜਾ ਚੰਗਾ ਲੱਗਾ, ਬਹੁਤ ਵਧੀਆ, ਧੰਨਵਾਦ ਸਾਰਿਆਂ ਦਾ। ਠੀਕ ਹੈ ਜੀ, ਸਵਿੰਦਰ ਕੌਰ ਜੀ ਤੁਸੀਂ ਕੁਝ ਕਿਹਾ? ਪ੍ਰੀਤ ਜੀ ਦਾ ਪਾਠ ਜੀ ਕਿਹੜੇ ਪੇਜ ਤੋਂ ਸ਼ੁਰੂ ਹੁੰਦਾ ਜੀ? ਉਹ ਕੱਲ ਨੂੰ ਦੱਸ ਦਿਆਂਗੇ ਜੀ। ਸਾਡੇ ਮੇਰਾ ਖਿਆਲ ਗਿਆਨੀ ਜੀ 1364 ਤੋਂ ਜੀ। ਹਾਂਜੀ 1364। ਹਾਂਜੀ ਬਾਬਾ, ਹਾਂਜੀ ਮੇਰਾ ਖਿਆਲ ਕਬੀਰ ਜੀ ਦੇ ਆ ਨਾ ਸਲੋਕ ਜੀ, ਗਿਆਨੀ ਜੀ? ਕਬੀਰ ਜੀ ਦੇ ਸਲੋਕ ਆ। ਭੈਣ ਕਹਿੰਦੀ ਸੀ ਫਰੀਦ ਜੀ ਦੇ। ਕੱਲ ਨੂੰ ਬਾਬਾ ਕਬੀਰ ਜੀ ਦੇ ਜਿਹੜੇ ਭਗਤ ਕਬੀਰ ਜੀ ਆ, ਉਹਨਾਂ ਦੇ ਕੱਲ ਨੂੰ ਸਲੋਕ ਸ਼ੁਰੂ ਹੋਣੇ ਆ ਜੀ। ਤੇ ਉਹ ਪੰਨਾ ਨੰਬਰ ਹੈਗੇ 1364, ਜਿੱਦਾਂ ਗਿਆਨੀ ਜੀ ਨੇ ਦੱਸਿਆ ਹੀ ਆ। ਤੇ ਆਪਣਾ ਕੱਲ ਨੂੰ ਫਿਰ ਆਪਾਂ ਤਿਆਰੀ ਕਰਕੇ ਆਇਓ ਜੀ ਸਮਝਣ ਵਾਸਤੇ।
ਤੇ ਅੱਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਨਸ ਅਗੇਨ, ਜਿਨ੍ਹਾਂ ਨੇ ਵੀ ਆਪਣੇ ਵਿਚਾਰ ਦਿੱਤੇ ਆ। ਤੇ ਹੁਣ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ, ਛੁੱਟੀਆਂ ਲਈਏ ਇੱਕ ਦੂਜੇ ਤੋਂ। ਕੱਲ ਨੂੰ 1 ਵਜੇ ਮੁੜ ਕੇ ਫੇਰ ਆਵਾਂਗੇ ਜੀ। ਉਦੋਂ ਤਾਈਂ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਗੁਰੂ ਨਾਨਕ ਦੇਵ ਜੀ, ਕਰੋੜਾਂ ਹੀ ਸ਼ੁਕਰ।